ਵਾਇਸ ਆਫ ਇੰਡੀਆ ਤੇ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਹੈ ਜੀ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਪੰਜਾਬੀ ਸੱਥ। ਹਮੇਸ਼ਾ ਵਾਂਗ ਪੰਜਾਬੀ ਸੱਥ ਵਿੱਚ ਮੈਂ ਬਾਰ-ਬਾਰ ਦੁਹਰਾਉਂਦਾ ਮਾਣ ਮਹਿਸੂਸ ਕਰਦਾ ਕਿ ਮੇਰੇ ਨਾਲ ਚੰਗੀਆਂ ਗੱਲਾਂ ਕਰਨ ਵਾਸਤੇ ਬੱਲ ਅੰਮ੍ਰਿਤਸਰੀਆ ਸਾਹਿਬ ਖੁਦ ਤਸ਼ਰੀਫ ਲੈ ਕੇ ਆਏ। ਬੱਲ ਸਾਹਿਬ ਜੀ ਆਇਆਂ ਨੂੰ। ਧੰਨਵਾਦ ਭਾਜੀ ਤੁਹਾਡਾ, ਸਾਰੇ ਦਰਸ਼ਕਾਂ ਦਾ। ਜਿਵੇਂ ਅਕਸਰ ਹੀ ਕਹਿੰਦੇ ਹੁੰਦੇ ਕਿ ਵਾਇਸ ਆਫ ਇੰਡੀਆ ਤੋਂ ਤੁਸੀਂ ਪ੍ਰੋਗਰਾਮ ਦੇਖਦੇ ਜੇ ਤੇ ਪਸੰਦ ਕਰਦੇ ਜੇ। ਇਹ ਤੁਹਾਡੀ ਮਿਹਰਬਾਨੀ ਜੀ, ਤੁਸੀਂ ਪਸੰਦ ਵੀ ਕਰਦੇ ਹੋ, ਸੁਣਦੇ ਹੋ, ਸਮਾਂ ਕੱਢਦੇ ਹੋ। ਸਾਡਾ ਵੀਕਲੀ ਪ੍ਰੋਗਰਾਮ ਹੁੰਦਾ ਤੇ ਅਸੀਂ ਵੀਕਐਂਡ ਤੇ ਕਰਦੇ ਹਾਂ। ਬੱਲ ਸਾਹਿਬ, ਗੱਲ ਸ਼ੁਰੂ ਅੱਜ ਦੇ ਪੰਜਾਬੀ ਪ੍ਰੋਗਰਾਮ, ਪੰਜਾਬੀ ਸੱਥ ਦੇ ਪ੍ਰੋਗਰਾਮ ਵਿੱਚ ਇਹ ਕਰਨੀ ਚਾਹੁੰਦਾ ਕਿ ਚੰਗੀ ਜ਼ਿੰਦਗੀ ਜੀਣ ਦੇ ਕੋਈ ਗੁਰ ਦੱਸ ਦਿਓ। ਜੇ ਹਰ ਇੱਕ ਬੰਦਾ ਚਾਹੁੰਦਾ ਹੈ ਕਿ ਉਹ ਜਿੱਥੇ ਵੀ ਹੋਵੇ, ਉਂਝ ਵੈਸੇ ਅਸੀਂ 7 ਸਮੁੰਦਰੋਂ ਪਾਰ ਆ ਕੇ ਕੈਨੇਡਾ ਦੀ ਧਰਤੀ ਤੇ ਬੈਠੇ ਹਾਂ ਤੇ ਇਹ ਸੋਚ ਕੇ ਆਏ ਹਾਂ ਕਿ ਚੰਗੀ ਜ਼ਿੰਦਗੀ ਜੀਣ ਚੱਲੇ, ਪਰ ਹਾਲਾਤ ਜਿਹੜੇ ਆ ਉਹ ਕਈ ਵਾਰੀ ਸਾਨੂੰ ਇੱਦਾਂ ਦੇ ਉਹਨਾਂ ਨਾਲ ਸਾਹਮਣਾ ਕਰਨਾ ਪੈਂਦਾ ਕਿ ਲੱਗਦਾ ਯਾਰ ਚੰਗੀ ਸੱਚੀ ਮੁੱਚੀ ਚੰਗੀ ਜ਼ਿੰਦਗੀ ਜੀਣਾ ਹੈ। ਉਂਝ ਜਿੱਦਾਂ ਤੁਸੀਂ ਕਹਿੰਦੇ ਹੁੰਦੇ ਵੀ ਅਸੀਂ ਸਵਰਗ 'ਚ ਆ ਗਏ ਤੇ ਫਿਰ ਸਵਰਗਵਾਸੀ ਬਣ ਗਏ। ਚੰਗੀ ਜ਼ਿੰਦਗੀ ਜੀਣ ਦੇ ਗੁਰ ਕੀ ਹੈਗੇ ਆ? ਕੀ ਇੰਡੀਆ ਤੋਂ ਕੈਨੇਡਾ ਆ ਜਾਣਾ ਜਾਂ ਫਿਰ ਅਮਰੀਕਾ ਆ ਜਾਣਾ ਜਾਂ ਕਿਸੇ ਹੋਰ ਕੰਟਰੀ ਵਿੱਚ ਜਾ ਕੇ ਡੇਰੇ ਲਾ ਲਾਣੇ ਤੇ ਦਿਨ ਰਾਤ ਟੁੱਟ ਕੰਮ ਕਰੀ ਜਾਣਾ, ਇਹਨੂੰ ਚੰਗੀ ਜ਼ਿੰਦਗੀ ਕਹਿੰਦੇ ਜਾਂ ਕੋਈ ਹੋਰ ਗੱਲ ਹੈ? ਮੈਂ ਇੱਕ ਸਿਆਣੇ ਦੇ ਕੁਛ 4 ਗੁਰ ਜਿਹੜੇ ਸੀਗੇ ਉਹ ਨੋਟ ਕਰਕੇ ਲਿਆ ਤੇ ਤਫਤੀਸ਼ ਉਹਦੀ ਜਿਹੜੀ ਤਫਸੀਲ ਮਤਲਬ ਵੇਰਵਾ ਡਿਟੇਲ ਉਹ ਤੁਸੀਂ ਦੱਸਣਾ ਜੀ। ਹਾਂਜੀ, ਮੈਂ ਪਹਿਲਾਂ ਨਾ ਇੱਕ ਹਲਕੀ ਜੀ ਇੰਟਰੋਡਕਸ਼ਨ ਦੇ ਦਿਆਂ, ਕਿਉਂਕਿ ਚੰਗੀ ਜ਼ਿੰਦਗੀ ਜਿਵੇਂ ਤੁਸੀਂ ਕਿਹਾ ਜੀ, ਚੰਗੀ ਜ਼ਿੰਦਗੀ ਦਾ ਹਰ ਬੰਦੇ ਲਈ ਮੀਨਿੰਗ ਅਲੱਗ ਹੈ। ਜਿਹੜਾ ਤੇ ਵੈਸੇ ਤਾਂ ਕਹਿੰਦੇ ਕਿ ਬਿਨ ਕਰਮਾ ਕੁਛ ਪਾਈਏ ਨਾ ਹੀ ਜਿਉ ਬਥੇਰਾ ਧਾਵੇ। ਪਹਿਲੀ ਗੱਲ ਤੇ ਇਹ ਆ ਜਾਂਦੀ ਜੇ ਤੇ ਤੁਸੀਂ ਉਸ ਪਾਸੇ ਆਉਣਾ। ਹਾਂਜੀ। ਚੰਗੀ ਜ਼ਿੰਦਗੀ ਵੇਖੋ ਜੀ, ਜੇ ਤੇ ਕਿਸੇ ਦਾ ਪੈਸੇ ਨਾਲ ਮੋਹ ਆ ਉਹਦੇ ਲਈ ਉਹੀ ਚੰਗੀ ਜ਼ਿੰਦਗੀ, ਕਮਾਈ ਜਾਓ। ਕਹਿੰਦੇ ਨਾ ਸੂਮੇ ਕੋ ਧਨ ਰਾਖਣ ਦੀਆ, ਤੇ ਜਿਹੜਾ ਸੂਮ ਬੰਦਾ ਉਹਨੇ ਤੁਹਾਨੂੰ ਰੱਖਣਾ ਹੀ ਬਣਾਉਣਾ। ਹੁਣ ਜਿਹੜਾ ਬੰਦਾ ਖਾਣ ਪੀਣ ਦਾ ਸ਼ੌਕੀਨ ਆ, ਤੁਰਨ ਫਿਰਨ, ਜਿਵੇਂ ਅਸੀਂ ਕੁਛ ਗੋਰੇ ਦੇਖਦੇ ਹਾਂ ਲਿਮਟਿਡ ਇਨਕਮ ਦੇ ਬਾਵਜੂਦ ਵੀ ਸਾਰੀ ਜਗ੍ਹਾ ਘੁੰਮਦੇ ਆ, ਉਹਨਾਂ ਲਈ ਉਹ ਚੰਗੀ ਜ਼ਿੰਦਗੀ ਆ। ਕਈ ਲੋਕਾਂ ਲਈ ਚੰਗੀ ਜ਼ਿੰਦਗੀ ਇਹ ਹੁੰਦੀ ਜੀ, ਵੱਡੀ ਗੱਡੀ ਲੈ ਲਈ, ਵੱਡਾ ਘਰ ਲੈ ਲਿਆ ਤੇ ਮੁੜ ਕੇ ਬਸ ਤੁਰ ਨਾ ਵੱਡੀ ਗੱਡੀ ਰੱਜ ਕੇ ਹਟਾਉਣੀ ਤੇ ਨਾ ਵੱਡਾ ਘਰ ਹੀ ਰੱਜ ਕੇ ਹਟਾਉਣਾ, ਤੇ ਉਹ ਲਾਈ ਜਾਣੇ ਬੱਚਿਆਂ ਲਈ। ਬਿਲਕੁਲ ਉਹ ਉਹਨਾਂ ਲਈ ਉਹ ਚੰਗੀ ਜ਼ਿੰਦਗੀ ਹੈ। ਤੇ ਹੁਣ ਤੁਹਾਡੇ ਵਾਲੇ ਪਾਸੇ ਆ ਜਾਂਦੇ ਜਿਹੜੇ ਗੁਰ ਸਿਆਣੇ ਬੰਦੇ ਨੇ ਦੱਸੇ ਜੀ ਹੋਰ। ਹਾਂਜੀ, ਉਹ ਤੁਹਾਡੇ ਵਰਗਾ ਸਿਆਣਾ ਬੰਦਾ ਉਹ ਕਹਿੰਦਾ ਜੀ ਵੀ ਚੰਗੀ ਜ਼ਿੰਦਗੀ ਜਿਹੜੀ ਇਹ ਆ, ਪਹਿਲਾਂ ਤਾਂ ਤੁਹਾਡੀ ਚੰਗੀ ਸਿਹਤ ਹੋਣੀ ਚਾਹੀਦੀ। ਹਾਂਜੀ। ਜੇ ਸਿਹਤ ਤੁਹਾਡੀ ਚੰਗੀ ਨਹੀਂ ਹੈ, ਤੁਸੀਂ ਤੰਦਰੁਸਤ ਨਹੀਂ ਹੈ, ਫਿੱਟ ਨਹੀਂ ਹੋ, ਤੇ ਤੁਸੀਂ ਤਾਂ ਬਿਮਾਰ ਹੀ ਹੋ। ਤੇ ਜਦੋਂ ਢਿੱਲ ਮੱਠ ਜੀ ਹੁੰਦੀ ਹੈ ਸਰੀਰਕ ਤੌਰ ਤੇ, ਬੰਦੇ ਦਾ ਮਨ ਵੀ ਉਦਾਸ ਰਹਿੰਦਾ, ਪਰੇਸ਼ਾਨੀ ਰਹਿੰਦੀ ਹੈ, ਤੇ ਫਿਰ ਚੰਗੀ ਜ਼ਿੰਦਗੀ ਕਾਹਦੀ? ਠੀਕ ਹੈ ਜੀ। ਦੂਸਰੀ ਗੱਲ ਉਹਨਾਂ ਨੇ ਕਹੀ ਜੀ ਵੀ 4 ਪੈਸੇ ਜ਼ਰੂਰ ਕੋਲ ਹੋਣੇ ਚਾਹੀਦੇ। ਇੰਨੇ ਜ਼ਿਆਦਾ ਵੀ ਕੋਲ ਨਹੀਂ ਹੋਣੇ ਚਾਹੀਦੇ ਕਿ ਤੁਹਾਡਾ ਦਿਮਾਗ ਹੀ ਚੱਕਿਆ ਜਾਵੇ। ਇੰਨੇ ਕੁ ਹੋਣੇ ਚਾਹੀਦੇ ਚਲੋ ਤੁਸੀਂ ਰੋਟੀ ਪਾਣੀ ਚੰਗਾ ਖਾ ਪੀ ਲਵੋ। ਪਰ ਉਹ ਲੋਕ ਵੀ ਹੈਗੇ ਜਿਹਨਾਂ ਕੋਲ ਜਿਹੜੇ ਪੈਸਿਆਂ ਦਾ ਕਦੀ ਸੋਚ ਵੀ ਨਹੀਂ ਸਕਦੇ ਕਿ ਸਾਡਾ ਕਦੀ ਬੈਂਕ ਬੈਲੈਂਸ ਹੋਊਗਾ। ਹਾਂਜੀ, ਉਹਨਾਂ ਦਾ ਵੀ ਧਿਆਨ ਰੱਖਣ ਦੀ ਲੋੜ ਹੈ। ਪਰ ਫਿਰ ਵੀ 4 ਪੈਸੇ ਜ਼ਰੂਰ ਤੁਹਾਡੇ ਕੋਲ ਚਾਹੀਦੇ ਆ। ਤੁਹਾਡਾ ਦਿਮਾਗ ਖਰਾਬ ਕਰਨ ਵਾਲੇ ਧਨ ਨਹੀਂ ਚਾਹੀਦਾ, ਉਂਝ ਲੋੜ ਮੁਤਾਬਕ। ਬਿਲਕੁਲ ਠੀਕ ਹੈ ਜੀ। ਦੂਜਾ ਉਹਨਾਂ ਨੇ ਕਹਿਤਾ ਕਿ ਜੀ ਤੁਹਾਡੇ ਕੋਲ ਘਰ ਘਾਟ ਜ਼ਰੂਰ ਹੋਣਾ ਚਾਹੀਦਾ, ਸਿਰ ਲੁਕਾਉਣ ਨੂੰ ਤੁਹਾਨੂੰ ਜਗ੍ਹਾ ਜ਼ਰੂਰ ਹੋਣੀ ਚਾਹੀਦੀ ਹੈ। ਉਂਝ ਬਹੁਤ ਸਾਰੇ ਲੋਕ ਆ ਜੀ ਜਿਹੜੇ ਜਿਹਨਾਂ ਕੋਲ ਰਹਿਣ ਬਸੇਰਾ ਹੈ ਹੀ ਨਹੀਂ, ਘਰ ਹੈ ਹੀ ਨਹੀਂ। ਠੀਕ ਹੈ ਜੀ, ਉਹ ਸਰਕਾਰੀ ਥਾਵਾਂ ਤੇ ਰਹਿੰਦੇ ਆ। ਆਪਾਂ ਦੇਖਦੇ ਹੀ ਆ ਵਿਨੀਪੈਗ ਵਿੱਚ, ਆਪਾਂ ਕਈ ਵਾਰੀ ਗੱਲ ਕੀਤੀ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਆ ਹੋਮਲੈਸ ਹੈਗੇ ਆ। ਉਹਨਾਂ ਨੂੰ ਵਿਚਾਰਿਆਂ ਨੂੰ ਉਹ ਜਿਹੜੇ ਬੱਸ ਸ਼ੈਲਟਰ ਜਿਹੇ ਹੁੰਦੇ ਉਹਨਾਂ ਦੇ ਵਿੱਚ ਜਿਹੜੀਆਂ ਰਾਤਾਂ ਗੁਜ਼ਾਰਨੀਆਂ ਪੈਂਦੀਆਂ ਹੈਗੀਆਂ ਠੰਡ ਦੇ ਦਿਨਾਂ ਦੇ ਵਿੱਚ। ਬਿਲਕੁਲ ਜੀ, ਗਿਣਤੀ ਵੱਧ ਰਹੀ ਆ ਹਰ ਸਾਲ ਵੱਧ ਰਹੀ, ਹੋਮਲੈਸ ਦੀ ਘਟ ਨਹੀਂ ਰਹੀ। ਤੇ ਨਾਲੇ ਜਿਹੜੀ ਤੁਸੀਂ ਅਸੀਂ ਆਮ ਗੱਲ ਕਰਦੇ ਨਾ ਕਿ ਪੰਜਾਬ 'ਚ ਜੇ ਆ ਤੇ ਪੰਜਾਬ 'ਚ ਉਹ ਆ, ਇੱਥੇ ਜੇ ਤੇ ਇੱਥੇ ਉਹ ਆ, ਜੇ ਕੰਪੈਰੀਜ਼ਨ ਕਰੋ ਇੱਥੇ ਹੋਮਲੈਸ ਦੀ ਹਾਲਤ ਜ਼ਿਆਦਾ ਮਾੜੀ, ਕਿਉਂਕਿ ਇੱਥੇ ਠੰਡ ਬੜੀ ਹੁੰਦੀ। ਹਾਂਜੀ। ਹੋਮਲੈਸ ਦੀ ਗੱਲ ਚਲੋ ਕਰ ਰਹੇ ਜੀ। ਲੱਖਾਂ ਲੋਕ ਇੰਡੀਆ ਦੇ ਵਿੱਚ ਸੜਕਾਂ ਤੇ ਫੁੱਟਪਾਥਾਂ ਤੇ ਸੌਣ ਲਈ ਮਜਬੂਰ ਹੈ, ਭਾਵੇਂ ਉਹ ਦਿੱਲੀ ਹੈ, ਚੰਡੀਗੜ੍ਹ ਹੈ, ਤੇ ਭਾਵੇਂ ਉਹ ਬੰਬੇ ਹੈ। ਬਿਲਕੁਲ ਜੀ, ਮਹਾਨਗਰੀ ਉਹਨੂੰ ਕਹਿੰਦੇ। ਮਹਾਨਗਰੀ ਵਿੱਚ ਸਗੋਂ ਜ਼ਿਆਦਾ ਮਹਾਕਾਲ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਕਿ ਰਹਿਣ ਬਸੇਰੇ ਤੋਂ ਬਾਅਦ ਤੁਹਾਡੇ ਜਿਹੜੇ ਨਾ ਇੱਕ ਗੁਣ ਤੁਹਾਡੇ ਅੰਦਰ ਹੋਣਾ ਚਾਹੀਦਾ ਕਿ ਤੁਸੀਂ ਆਪਦੇ ਸਾਥੀ ਨੂੰ ਸਮਝਣ ਤੇ ਸਮਝਾਉਣ ਦੀ ਸਮਰੱਥਾ ਰੱਖਦੇ ਹੋਵੋ। ਸਾਥੀ ਦਾ ਮਤਲਬ ਤੁਹਾਡਾ ਜੀਵਨ ਸਾਥੀ ਵੀ ਹੋ ਸਕਦਾ, ਤੁਹਾਡਾ ਦੋਸਤ ਮਿੱਤਰ ਵੀ ਹੋ ਸਕਦਾ, ਤੁਹਾਡਾ ਭਾਈਚਾਰਾ ਵੀ ਹੋ ਸਕਦਾ। ਤੁਹਾਡੇ 'ਚ ਇਹ ਸਮਰੱਥਾ ਜ਼ਰੂਰ ਹੋਵੇ ਕਿ ਤੁਸੀਂ ਆਪਦੀ ਗੱਲ ਉਹਨਾਂ ਨੂੰ ਸਮਝਾ ਦਿਓ ਤੇ ਉਹਨਾਂ ਦੀ ਗੱਲ ਨੂੰ ਸਮਝ ਲਵੋ। ਬਿਲਕੁਲ ਜੀ। ਵੈਸੇ ਤੁਹਾਡੀ ਗੱਲ ਕੱਟੀ ਜਾਂਦੀ ਹੈ।
ਗੁਰੂ ਗ੍ਰੰਥ ਸਾਹਿਬ ਦੀਆਂ ਸਾਰੀਆਂ ਹੀ ਜੇ ਤੁਸੀਂ ਸਤਰਾਂ ਪੜ੍ਹੀਆਂ ਹੋਣ ਜਾਂ ਪੜ੍ਹੋ ਤਾਂ ਚਲੋ ਨਾ ਸੁਣੀਆਂ ਵੀ ਹੋਣ ਤਾਂ ਵੀ ਤੁਹਾਨੂੰ ਪਤਾ ਲੱਗਦਾ। ਉਹਨਾਂ ਨੇ ਗੁਰੂ ਜੀ ਨੇ ਕਿਹਾ ਕਿ ਨਾਲ ਇਆਣੇ ਦੋਸਤੀ ਵਡਾਰੂ ਸੁਣਿਓ। ਉਹਦਾ ਮਤਲਬ ਇਹ ਨਹੀਂ ਕਿ ਬੱਚੇ ਨਾਲ ਦੋਸਤੀ, ਜਿਹੜਾ ਬੁੱਧੀ 'ਚ ਘੱਟ ਆ। ਬਿਲਕੁਲ ਬਿਲਕੁਲ। ਤੇ ਵਡਾਰੂ ਮਤਲਬ ਕਿ ਜਿਹੜਾ ਬਹੁਤ ਤੁਹਾਨੂੰ ਇਹ ਲੱਗੇ ਵੀ ਓਵਰਫਲੋ ਕਰਦਾ, ਉਹਦੇ ਨਾਲ ਨਿਓ। ਤੇ ਜੇ ਮੇਰੇ ਹਿਸਾਬ ਨਾਲ ਤੁਸੀਂ ਕਿਤੇ ਇੱਕ ਵਾਰ ਗੁਰੂ ਗ੍ਰੰਥ ਸਾਹਿਬ ਸਾਰਾ ਸੁਣ ਲਓ ਤੇ ਚੰਗੀ ਜ਼ਿੰਦਗੀ ਉਹਦੇ ਵਿੱਚ ਹੀ ਆ ਜਾਂਦੀ ਹੈ। ਸੁਣਨ ਕਿੱਥੇ ਦਿੰਦੇ ਜੀ, ਨਾ ਸੁਣਾਉਣ ਵਾਲੇ ਸੁਣਾਉਂਦੇ ਤੇ ਨਾ ਸੁਣਨ ਵਾਲੇ ਸੁਣਦੇ। ਬਹੁਤ ਸਾਰੇ ਲੋਕਾਂ ਦੇ ਘਰਾਂ 'ਚ ਮੈਂ ਜਾਣਦਾ ਜੀ, ਅਖੰਡ ਪਾਠ ਸਾਹਿਬ ਰੱਖਿਆ ਹੋਇਆ, ਉਹ ਬਾਬੇ ਦੀ ਜ਼ਿੰਮੇਵਾਰੀ ਆ ਕਿ ਉਹ ਪੜ੍ਹਨ। ਉਹ ਭਾਵੇਂ ਬੋਲ ਕੇ ਪੜ੍ਹ ਲੈਣ ਤੇ ਭਾਵੇਂ ਅੱਖਾਂ ਨਾਲ ਪੜ੍ਹ ਲੈਣ। ਤੇ ਘਰਦਿਆਂ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਠੀਕ ਆ, ਵੇਲੇ ਸਿਰ ਬਾਬੇ ਨੂੰ ਲੰਗਰ ਪਾਣੀ ਛਕਾ ਦਿੰਦੇ ਆ। ਬਾਕੀ ਉਹਨਾਂ ਦੀ ਪ੍ਰਾਹੁਣਚਾਰੀ ਵਿੱਚ ਟਾਈਮ ਲੰਘ ਜਾਂਦਾ ਤੇ ਉਹ ਪਾਠ ਦਾ ਉਹਨਾਂ ਨੂੰ ਕੀ ਫਾਇਦਾ ਹੁੰਦਾ ਕੀ ਨਹੀਂ ਹੁੰਦਾ ਮੇਰੀ ਸਮਝ ਤੋਂ ਬਾਹਰ। ਨਹੀਂ ਉਹਦੇ ਅਸੀਂ ਦੇ ਕੇ ਪੈਸੇ ਸੱਦ ਲਏ, ਪਾਠੀ ਆਓ ਬਾਬੇ ਦੇ ਪਾਈ ਕਾਠੀ, ਬਾਬਾ ਜੀ ਅਸੀਂ ਪਾਉਣਾ ਭੋਗ, ਸਾਡੇ ਘਰ ਖੁਸ਼ੀ ਜਾਂ ਸੋਗ। ਇਸ ਗੱਲ ਵੱਲ ਤੁਸੀਂ ਧਿਆਨ ਨਹੀਂ ਦੇਣਾ ਤੇ ਬਾਬਾ ਜੀ ਬਾੜੇ ਪਾਠ ਦਾ ਤੁਹਾਨੂੰ ਹੀ ਮਿਹਣਾ। ਬਿਲਕੁਲ ਠੀਕ ਹੈ ਜੀ। ਅੱਛਾ ਜੀ, ਦੂਜਾ ਉਹਨਾਂ ਨੇ ਗੋਰਾ ਹੀ ਦੱਸਿਆ ਕਿ ਤੁਸੀਂ ਜਦੋਂ ਆਪਦੀ ਜ਼ਿੰਦਗੀ ਦਾ ਕੰਪੈਰੀਜ਼ਨ ਕਰਨਾ ਕਿਸੇ ਨਾਲ, ਮੁਕਾਬਲਾ ਕਰਨਾ ਚੰਗਾ ਮਾੜਾ ਕੌਣ, ਤੇ ਆਪਦੇ ਤੋਂ ਵੱਡੇ ਨਾਲ ਨਹੀਂ ਕਰਨਾ। ਬਿਲਕੁਲ ਬਿਲਕੁਲ ਜੀ। ਉਂਝ ਸਿਆਣੇ ਬੰਦੇ ਕਹਿੰਦੇ ਜੀ ਹੇਠਲੇ ਬੰਦੇ ਵੱਲ ਵੇਖੀਦਾ ਕਿ ਉਹ ਜ਼ਿੰਦਗੀ ਕਿੱਦਾਂ ਦੀ ਜੀ ਰਿਹਾ, ਯਾਨੀ ਉਹਦੀ ਸੰਘਰਸ਼ ਵਾਲੀ ਜ਼ਿੰਦਗੀ ਆ। ਬਿਲਕੁਲ। ਉਹ ਟੁੱਟ ਟੁੱਟ ਮਰਦਾ, ਕੰਮ ਕਰਦਾ, ਟੱਬਰ ਦੇ ਪਾਲਦਾ, ਸਾਰਾ ਕਬੀਲਦਾਰੀ ਸਾਰੀ ਚੱਕੀ ਹੋਈ ਉਹਨੇ। ਠੀਕ ਹੈ ਜੀ। ਪਰ ਜੇ ਅਸੀਂ ਕਹੀਏ ਨਹੀਂ ਜੀ ਫਲਾਣੇ ਬੰਦੇ ਕੋਲ ਕਿੰਨੀਆਂ ਵੱਡੀਆਂ 2-3 ਕਾਰਾਂ, ਕਿੱਡਾ ਵੱਡਾ ਘਰ, ਹਾਂਜੀ ਜਾਇਦਾਦ ਜ਼ਮੀਨ ਕਿੰਨੀ ਹੈਗੀ ਆ, ਉਹਨਾਂ ਦਾ ਕਿੱਡਾ ਟੱਬਰ ਕਬੀਲਾ ਸਾਰਾ ਐਸ਼ ਯਾਸ਼ੀ ਕਰ ਰਿਹਾ ਹੈਗਾ, ਉਹਦੇ ਵਰਗੇ ਤੁਸੀਂ ਬਣਨ ਦੀ ਬਜਾਏ ਤਾਂ ਉਹਦੇ ਵੱਲ ਵੇਖਣ ਦੀ ਬਜਾਏ ਆਪਦੇ ਤੋਂ ਨੀਵੇਂ ਵੱਲ ਵੇਖ ਲਵੋ ਤੇ ਚੰਗੀ ਗੱਲ ਹੈ, ਤੁਹਾਨੂੰ ਸਿੱਖਿਆ ਮਿਲੂਗੀ। ਨਾਲੇ ਚੱਕਰ ਪਤਾ ਕੀ ਜੀ, ਅਸੀਂ ਹਰ ਇੱਕ ਬੰਦੇ ਨੂੰ ਦੂਰ ਤੋਂ ਜਾਣਦੇ ਆ। ਮੈਨੂੰ ਕਈ ਵਾਰ ਨਾ ਸਾਡੇ ਕੈਨੇਡਾ ਦੇ ਲੇਖਕ ਆ, ਮੈਨੂੰ ਉਹਨਾਂ ਦਾ ਨਾਂ ਭੁੱਲ ਜਾਂਦਾ, ਉਹਨਾਂ ਦੀ ਮੇਰੇ ਲਾਈਨਾਂ ਚੇਤੇ ਆ ਜਾਂਦੀਆਂ ਵੀ ਜਿਹੜੇ ਦਰਖਤ ਆ ਜਾਂ ਕੋਈ ਵੀ ਪਹਾੜ ਲਾ ਲਓ, ਜੋ ਵੀ ਕੁਦਰਤ ਦਾ ਵਰਦਾਨ ਹੈਗਾ, ਜੋ ਵੀ ਕੁਦਰਤ ਦਾ ਵਰਦਾਨ ਹੈ, ਇਹ ਦੂਰੋਂ ਐਂ ਲੱਗਦਾ ਵੀ ਬਹੁਤ ਦੂਰ ਤੇ ਬਹੁਤ ਉੱਚੇ ਆ। ਤੇ ਇਨਸਾਨ ਨੂੰ, ਬੰਦੇ ਨੂੰ ਦੂਰੋਂ ਵੇਖੋ ਤਾਂ ਐਂ ਲੱਗਦਾ ਬੜਾ ਵੱਖਰਾ ਨੀਵਾਂ ਜਾਂ ਹੋਰ ਛੋਟਾ ਜਾਂ ਹੋਰ ਹੈ ਕੁਝ। ਜਿਉਂ-ਜਿਉਂ ਕਿਤੇ ਲਾਗੇ ਆਉਂਦੇ ਅਸਲੀਅਤ ਪਤਾ ਲੱਗਦੀ ਹੈ, ਪਹਾੜ ਕਿੰਨੇ ਉੱਚੇ, ਦਰਖਤ ਕਿੰਨੇ ਉੱਚੇ, ਤੇ ਬੰਦਾ ਕਿੰਨਾ ਨੀਵਾਂ ਆ ਜਾਂ ਕਿੰਨਾ ਅੰਦਰੋਂ ਖੋਖਲਾ ਹੈ। ਕਿਸੇ ਦੀ ਬਾਹਰੀ ਸ਼ੋਹਰਤ ਨਾਲ ਵੇਖੋ, ਹੋ ਸਕਦਾ ਕਿਸੇ ਕੋਲ 10 ਗੱਡੀਆਂ ਹੋਣ, ਹੋ ਸਕਦਾ 7 ਵਿਚਾਰੇ ਦੇ ਕਰਜ਼ੇ ਤੇ ਹੀ ਹੋਣ। ਹੋ ਸਕਦਾ ਕਿ ਇਹਦਾ 6 ਬੈਡਰੂਮ ਦਾ ਘਰ ਹੋਵੇ, ਵਿੱਚ ਸਵਿਮਿੰਗ ਪੂਲ ਹੋਵੇ, ਸਭ ਕੁਝ ਹੋਵੇ, ਉਹਦਾ ਪ੍ਰੋਪਰਟੀ ਟੈਕਸ ਕਿੰਨਾ ਆ, ਉਹਦੀ ਕਿਸ਼ਤ ਕਿੰਨੀ ਆ, ਉਹ ਉਹੀ ਬੰਦਾ ਜਾਣਦਾ, ਉਹਦੀ ਮੇਨਟੇਨੈਂਸ ਕਿੰਨੀ ਆ, ਉਹਦੇ ਵਿੱਚੋਂ ਬਿਜਲੀ ਦੇ ਬਿੱਲ ਕਿੰਨੇ ਦੇ ਉਹਨੂੰ ਆਉਂਦੇ ਆ, ਉਹਨੂੰ ਮੁੜ ਕੇ ਹਾਈਡਰੋ ਤੋਂ ਦੂਜਾ ਗੈਸ ਦੇ ਕਿੰਨੇ ਆਉਂਦੇ ਆ, ਸਾਰਾ ਕੁਝ। ਇਸ ਕਰਕੇ ਜਿਵੇਂ ਤੁਸੀਂ ਗੱਲ ਕੀਤੀ ਕਿ ਆਪ ਤੋਂ ਵੱਡੇ ਨਾਲ ਕੰਪੈਰੀਜ਼ਨ ਤੇ ਹੋ ਹੀ ਨਹੀਂ ਸਕਦਾ। ਦੂਜੀ ਇਹਨਾਂ ਨਾਲ ਗੱਲ ਕੀਤੀ ਜੀ, ਸਿਆਣੇ ਬੰਦੇ ਨੇ ਕਹਿੰਦੇ ਜੀ ਵਿਹਲੜਾ ਨਾਲ ਕੋਈ ਬਹੁਤਾ ਜਰਾਨਾ ਨਹੀਂ ਤੁਹਾਡਾ ਹੋਣਾ ਚਾਹੀਦਾ। ਵਿਹਲਾ ਮਨ ਸ਼ੈਤਾਨ ਦਾ ਘਰ। ਹਾਂਜੀ, ਉਹ ਘੜ ਤਾਂ ਘੜੀ ਜਾਣੀਆਂ ਉਹਨਾਂ ਨੇ। ਉਂਝ ਇਹ ਆ ਕਿ ਭਾਵੇਂ ਵਿਹਲੇ ਆ ਪਰ ਉਹਨਾਂ ਦਾ ਦਿਮਾਗ ਬੜਾ ਚੱਲਦਾ। ਘੜ ਤਾਂ ਘੜਦੇ ਰਹਿੰਦੇ, ਕੋਈ ਨਾ ਕੋਈ ਸਕੀਮ ਬਣਾਉਂਦੇ ਢਾਉਂਦੇ ਰਹਿੰਦੇ ਆ, ਤੇ ਪਰ ਉਹ ਜਿਹੜੀ ਸਕੀਮ ਹੁੰਦੀ ਉਹ ਕਈ ਵਾਰ ਤੁਹਾਡੀ ਜ਼ਿੰਦਗੀ 'ਚ ਕੰਮ ਨਹੀਂ ਆਉਂਦੀ। ਬਿਲਕੁਲ ਜੀ। ਅਖੀਰ ਵਿੱਚ ਉਹਨਾਂ ਗੱਲ ਕਹੀ ਇੱਕ ਬਹੁਤ ਪਿਆਰੀ, ਉਹ ਕਹਿੰਦੇ ਜ਼ਿੰਦਗੀ 'ਚ ਸ਼ੌਕ ਜ਼ਰੂਰ ਹੋਣਾ ਚਾਹੀਦਾ। ਕੋਈ ਸ਼ੌਕ ਦੇਖੋ ਤੁਸੀਂ ਕਾਹਦਾ ਹੋਣਾ ਚਾਹੀਦਾ, ਸ਼ੌਕ ਤੁਹਾਨੂੰ ਕਿਤਾਬਾਂ ਪੜ੍ਹਨ ਦਾ ਹੋਣਾ ਚਾਹੀਦਾ, ਮਿਊਜ਼ਿਕ ਸੁਣਨ ਦਾ ਹੋਣਾ ਚਾਹੀਦਾ, ਖੁਦ ਗਾਉਣ ਦਾ ਵੀ ਹੋ ਸਕਦਾ, ਲਿਖਣ ਦਾ ਹੋ ਸਕਦਾ। ਮਤਲਬ ਇਹ ਸ਼ੌਕ ਜ਼ਿੰਦਗੀ ਦੇ ਕੋਈ ਨਾ ਕੋਈ ਸ਼ੌਕ ਜ਼ਰੂਰ ਹੋਣਾ ਚਾਹੀਦਾ। ਹਾਂ, ਇਹ ਸ਼ੌਕ ਨਹੀਂ ਕਿ ਮੈਨੂੰ ਲੌਂਗ ਡਰਾਈਵ ਤੇ ਜਾਣ ਦਾ ਸ਼ੌਕ ਹੈ ਤੇ ਜਾਂ ਕਾਰ ਤੇਜ਼ ਭਜਾਉਣ ਦਾ ਸ਼ੌਕ ਹੈ ਜਾਂ ਸ਼ਾਮ ਨੂੰ ਦਾਰੂ ਹਰ ਰੋਜ਼ ਪੀਣ ਦਾ ਸ਼ੌਕ ਹੈ, ਇਹ ਕੋਈ ਸ਼ੌਕ ਨਹੀਂ ਹੈ। ਜਿੱਤ ਕੇ 3 ਬੋਤਲਾਂ ਪੀਣ ਦਾ ਸ਼ੌਕ ਆ। ਸੋ ਇਹ ਜੀ ਜ਼ਿੰਦਗੀ ਜੀਉਣ ਦੇ, ਚੰਗੀ ਜ਼ਿੰਦਗੀ ਜੀਉਣ ਦੇ ਗੁਰ ਹੈ ਕੋਈ। ਠੀਕ ਹੈ ਜੀ। ਇਹ ਪਹਿਲਾ ਨੰਬਰ ਕੀ ਜੀ ਭਾਜੀ? ਪਹਿਲਾ ਨੰਬਰ ਤਾਂ ਮੈਂ ਇਹੀ ਕਿਹਾ ਸੀਗਾ ਜੀ ਵੀ ਜ਼ਿੰਦਗੀ ਜੀਉਣ ਦਾ ਸਭ ਤੋਂ ਪਹਿਲਾ ਹੈਗਾ ਚੰਗੀ ਸਿਹਤ ਹੋਣੀ ਚਾਹੀਦੀ। ਹਾਂ ਵੇਖੋ ਜੀ, ਚਾਹੇ ਤੁਸੀਂ ਗਾਣੇ 68 ਸੁਣੇ ਹੋਣ ਤੇ ਚਾਹੇ ਤੁਸੀਂ ਆ ਕੇ ਜਦੋਂ ਗੁਰਦਾਸ ਮਾਨ ਨੇ 82-83 ਚ ਆ ਕੇ ਗਾਇਆ ਸੀਗਾ ਸਿਹਤ ਜ਼ਰੂਰੀ ਹੈ, ਬਾਕੀ ਦੇ ਕੰਮ ਬਾਅਦ ਚ, ਬਾਕੀ ਦੀਆਂ ਗੱਲਾਂ ਛੱਡੋ। ਹਾਂ ਹੁਣ ਤਾਂ ਹੀ ਇੱਕ ਬੜੀ ਪੁਰਾਣੀ ਕਹਾਵਤ ਸੀ, ਉਦੋਂ ਬਾਅਦ ਮੈਂ ਉੱਤੇ ਸ਼ੇਅਰ ਵੀ ਇੱਕ ਵਾਰ ਲਿਖਿਆ ਸੀ, ਮੈਂ ਕਈ ਵਾਰ ਕੁਝ ਸਟੇਜਾਂ ਤੇ ਬੋਲਦਾ ਹੁੰਦਾ ਕਿ ਜਦੋਂ ਕਦੀ ਭਲਵਾਨੀ ਦੀ ਗੱਲ ਆਊ ਨਾ ਆਉਣਾ ਦਾਰਾ ਸਿੰਘ ਪਹਿਲਵਾਨ ਦਾ ਏ। ਕਿਉਂਕਿ ਦਾਰਾ ਸਿੰਘ ਪਹਿਲਵਾਨ ਨੂੰ ਸਾਡੇ ਇੱਕ ਤੇ ਹੈ ਅੰਮ੍ਰਿਤਸਰ ਤੋਂ ਸੀਗੇ, ਦੂਸਰੀ ਇਹ ਕਿ ਵਰਲਡ ਓਵਰ ਫੇਮ ਹੋਏ। ਤੇ ਚਲੋ ਬੰਦੇ 'ਚ ਲੱਖ ਤਰੁੱਟੀਆਂ ਹੁੰਦੀਆਂ, ਲੱਖ ਘਾਟਾਂ ਹੁੰਦੀਆਂ। ਮੈਂ ਕਹਿੰਦਾ ਹੁੰਦਾ ਕਿ ਜਦੋਂ ਕਦੀ ਗਾਇਕੀ ਦੀ ਗੱਲ ਆਊ
ਨਾ ਆਉਣਾ ਗੁਰਦਾਸ ਮਾਨ ਦਾ ਹੈ, ਕਿਉਂਕਿ ਬੰਦੇ ਨੇ ਉਹ ਵੀ ਗਾਇਆ ਕਿ ਕੁੜੀ ਜਦ ਜੋਬਨ ਦੀ ਰੁੱਤ ਆਵੇ, ਮੁੰਡਾ ਬਿੰਦ ਚੱਕੇ ਬਾਹਰ ਨੂੰ ਜਾਵੇ, ਕੁੜੀ ਬਿੰਦ ਚੱਕੇ ਬਾਹਰ ਨੂੰ ਜਾਵੇ, ਮੁੰਡਾ ਗਲੀ 'ਚ ਫੇਰੀਆਂ ਪਾਵੇ, ਤਾਂ ਸਮਝੋ ਮਾਮਲਾ ਗੜਬੜ ਹੈ, ਦਿਲ ਦਾ ਮਾਮਲਾ। ਲੇਕਿਨ ਉਸ ਬੰਦੇ ਨੇ ਉਹ ਵੀ ਗਾਇਆ ਆ ਕੇ, ਸਰਬੰਸਦਾਨੀ ਆਵੇ ਦੇਣਾ ਕੌਣ ਦਊਗਾ ਤੇਰਾ। ਉਸ ਬੰਦੇ ਨੇ ਪੰਜਾਬ ਬਾਰੇ ਗਾਇਆ, ਪੰਜਾਬ ਦਾ ਸੱਭਿਆਚਾਰ ਗਾਇਆ। ਉਸ ਬੰਦੇ ਨੇ ਸੂਫੀਆਨਾ ਗਾਇਆ, ਤੇ ਉਹ ਅਲੱਗ-ਅਲੱਗ ਚੀਜ਼ਾਂ ਨੂੰ ਹੀ। ਹੁਣ ਤੁਸੀਂ ਪਹਿਲੀ ਗੱਲ ਕੀਤੀ ਸੀ ਕਿ ਜਿਹੜਾ ਚੰਗੀ ਸਿਹਤ ਤਾਂ ਹੀ ਰਹਿਣੀ ਆ ਜੀ। ਵੇਖੋ ਜੀ, ਸਿਆਣੇ ਕਹਿੰਦੇ ਆ ਕਿ ਬੰਦੇ ਨੂੰ ਫਿਰ ਉਹ ਗੱਲ ਗੁਰੂ ਗ੍ਰੰਥ ਸਾਹਿਬ ਤੇ ਆ ਜਾਂਦੀ ਕਿ ਚਿੰਤਾ ਤਾਂ ਕੀ ਕੀਜੀਏ, ਨਹੀਂ ਚਿੰਤਾ ਚਿਖਾ ਬਰੋਬਰੀ, ਚਿੰਤਾ ਤਾਂ ਕੀ ਕੀਜੀਏ, ਜੋ ਹੋਣੀ ਹੋਏ ਉਹ ਤਾਂ ਚਲੋ ਕੰਮ ਚੱਲ ਗਿਆ, ਉਦੋਂ ਹੀ ਹੋਣਾ ਹੈ। ਤੇ ਚਿੰਤਾ ਚਿਖਾ ਬਰੋਬਰੀ ਇਸ ਕਰਕੇ ਹੁੰਦੀ ਕਿਉਂਕਿ ਚਿੰਤਾ ਤੁਹਾਨੂੰ ਅੰਦਰੋਂ ਸਿਰ ਪੀੜ ਵੀ ਲਾਊਗੀ, ਚਿੰਤਾ ਤੁਹਾਨੂੰ ਇਹ ਵੀ ਟੈਨਸ਼ਨ ਦਊਗੀ, ਤੁਹਾਡਾ ਕੋਲੈਸਟਰੋਲ ਵਧੂਗਾ, ਚਿੰਤਾ ਨਾਲ ਹੋਰ ਵੀ ਬਿਮਾਰੀ। ਪਹਿਲੀ ਗੱਲ ਤੇ ਮਨ ਚੰਗਾ ਤੇ ਤਨ ਚੰਗਾ, ਅੰਨ ਚੰਗਾ ਤੇ ਤਨ ਚੰਗਾ, ਮਨ ਚੰਗਾ ਤੇ ਤਨ ਚੰਗਾ। ਹੁਣ ਵੇਖੋ ਤਨ ਨਾਲ ਕਿੰਨੀਆਂ ਚੀਜ਼ਾਂ ਜੋੜੀਆਂ। ਅੰਨ ਚੰਗਾ, ਅੰਨ ਦਾ ਇਹ ਮਤਲਬ ਤਾਂ ਚੰਗਾ ਮਤਲਬ ਜੋ ਮੀਟ ਖਾਂਦੇ ਜੇ ਹਿਸਾਬ ਨਾਲ ਖਾਓ, ਜੋ ਵੀ ਖਾਂਦੇ। ਅਸੀਂ ਤੁਹਾਨੂੰ ਇਹ ਨਹੀਂ ਹੁਣ ਵੀ ਇੱਥੇ ਬਾਬੇ ਬਣ ਕੇ ਸਾਰਾ ਕੁਝ ਦੱਸਣਾ ਸ਼ੁਰੂ ਕਰ ਦਿਓ, ਤੁਸੀਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿਓ। ਜੋ ਵੀ ਖਾਂਦੇ ਜੀ ਉਹਨੂੰ ਹਿਸਾਬ ਨਾਲ ਖਾਓ। ਬਿਲਕੁਲ ਨਹੀਂ ਜੀ, ਅਸੀਂ ਵੈਜੀਟੇਰੀਅਨ ਜਾਂ ਨਾਨ ਵੈਜੀਟੇਰੀਅਨ ਦਾ ਪ੍ਰਚਾਰ ਨਹੀਂ ਕਰਦੇ। ਜਿਹਨੂੰ ਵੈਜੀਟੇਰੀਅਨ ਚੰਗਾ ਲੱਗਦਾ ਵੈਜੀਟੇਰੀਅਨ ਖਾਵੇ, ਜਿਹਨੂੰ ਨਾਨ ਵੈਜੀਟੇਰੀਅਨ ਚੰਗਾ ਲੱਗਦਾ ਨਾਨ ਵੈਜੀਟੇਰੀਅਨ ਖਾਵੇ, ਪਰ ਉਹਦੀ ਸੀਮਾ ਹੋਣੀ ਚਾਹੀਦੀ। ਸੀਮਾ ਉਹ ਸਾਡੇ ਬਜ਼ੁਰਗ ਨਹੀਂ ਕਹਿੰਦੇ ਉਹ ਤੂੰ ਡੰਗਰਾਂ ਨੂੰ ਖਾਈ ਜਾਣਾ। ਡੰਗਰਾਂ ਨੂੰ ਕਹਿਣ ਦਾ ਮਤਲਬ ਬੱਕਰੀ ਕਹਿੰਦੇ ਕਦੀ ਰੱਜਦੀ ਨਹੀਂ ਗੀ। ਸੇਮ ਚੀਜ਼ ਇੱਧਰ ਦੀ ਵਲੈਤਨ ਗਾਵਾਂ ਮਰੀ ਜਾਣਾ, ਇੱਧਰ ਦੀਆਂ ਵਲੈਤਨ ਗਾਵਾਂ ਦਾ ਵੀ ਖਾਈ ਜਾਂਦੀਆਂ ਤੇ ਗੋਹਾ ਵਗੈਰਾ ਕਰੀ ਜਾਂਦੀਆਂ, ਰੱਜਦੇ ਨਹੀਂ। ਡੰਗਰ ਦਾ ਮਤਲਬ ਇਹ ਹੁੰਦਾ ਵੀ ਤੁਸੀਂ ਡੰਗਰਾਂ ਨੂੰ ਖਾ ਕੇ ਆਫਰ ਭਾਵੇਂ ਜਾਓ, ਹਟੋ ਨਾ। ਇਨਸਾਨ ਬੰਦਾ ਕਹਿੰਦੇ ਨਾ, ਬੰਦਾ ਬਣ ਜੇ ਬੰਦੇ ਰੱਬ ਨੇ ਬਣਾਏ, ਬੰਦੇ ਨੂੰ ਬੰਦਾ ਕਹੀ ਜਾਂਦੇ, ਬੰਦੇ ਨੂੰ ਬੰਦਾ ਬਣ। ਉਹਦੇ ਜੋ ਮਤਲਬ ਖਾਓ, ਹਰ ਚੀਜ਼ ਖਾਓ, ਦੁਨੀਆ ਦਾ ਹਰ ਨਜ਼ਾਰਾ ਲਓ, ਕਿਉਂਕਿ ਇਹ ਚੀਜ਼ ਨੋਟ ਕਰਕੇ ਰੱਖੋ ਕਿ ਅਗਲਾ ਦਿਨ ਕੀ ਆਹ ਜਿਹੜਾ ਸਾਹ ਆਉਂਦਾ ਇਹ ਆਖਰੀ ਸਾਹ ਆ, ਇਸ ਤੋਂ ਬਾਅਦ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ। ਉਹਦੇ ਲਈ ਹਰ ਚੀਜ਼ ਦਾ ਇੰਜੋਏ ਕਰੋ, ਲੇਕਿਨ ਇੰਜੋਏਮੈਂਟ ਤੇ ਓਵਰ ਇੰਜੋਏਮੈਂਟ 'ਚ ਫਰਕ ਬੜਾ। ਅੱਛਾ, ਇੱਕ ਖਾਣ ਪੀਣ ਦੀ ਗੱਲ ਚੱਲੀ ਤੇ ਮੇਰੇ ਇੱਕ ਮਨ 'ਚ ਹੋਰ ਗੱਲ ਆਈ ਹੈ। ਅਸੀਂ ਜਿਵੇਂ ਇੱਥੇ ਮਲਟੀ ਕਲਚਰਲ ਕੰਟਰੀ 'ਚ ਰਹਿੰਦੇ ਜੀ, ਦੁਨੀਆ ਦਾ ਕੋਈ ਦੇਸ਼ ਇਦਾਂ ਦਾ ਹੱਥ ਖੜਾ ਕਰਕੇ ਨਹੀਂ ਕਹਿ ਸਕਦਾ ਜੀ ਮੇਰਾ ਕੋਈ ਬੰਦਾ ਕੈਨੇਡਾ ਵਿੱਚ ਹੈ ਨਹੀਂ। ਵਿਨੀਪੈਗ 'ਚ ਖਾਸ ਕਰਕੇ, ਵਿਨੀਪੈਗ ਜ਼ਿਆਦਾ ਮਲਟੀ ਕਲਚਰਲ ਜਿਹੜਾ ਸਿਟੀ ਆ ਜਾਂ ਇਹ ਪ੍ਰੋਵਿੰਸ ਮੈਨੀਟੋਬਾ ਹੈਗਾ। ਹਰ ਦੇਸ਼ ਤੋਂ ਲੋਕ ਆਉਂਦੇ ਤੇ ਉਹਨਾਂ ਦਾ ਆਪਣਾ ਪਹਿਰਾਵਾ, ਆਪਣੀ ਬੋਲੀ, ਆਪਣਾ ਹੀ ਖਾਣ ਪੀਣ ਦਾ ਉਹਨਾਂ ਦਾ ਸਾਰਾ ਕੁਝ ਹੈਗਾ। ਤੁਸੀਂ ਦੇਖੋ ਇਹਨਾਂ ਦਿਨਾਂ ਦੇ ਵਿੱਚ ਫੋਕਰਾਮਾ ਚੱਲਦਾ ਪਿਆ। ਜੇ ਪੰਜਾਬੀਆਂ ਦਾ ਫੋਕਰਾਮਾ ਸ਼ੁਰੂ ਹੋਣਾ ਅਗਲੇ ਹਫਤੇ ਤੇ ਜਾਂ ਦੂਸਰਿਆਂ ਦੇ ਹੋਰਾਂ ਦੇ ਚੱਲਦੇ ਪਏ, ਅਰਜਨਟੀਨਾ ਵਾਲਿਆਂ ਦਾ ਵੀ ਚੱਲਦਾ ਪਿਆ, ਇਟਲੀ ਦਾ ਵੀ ਚੱਲਦਾ ਪਿਆ, ਸਵਿਟਜ਼ਰਲੈਂਡ ਦਾ ਚੱਲਦਾ, ਜਰਮਨ ਦਾ ਚੱਲਦਾ, ਫਰਾਂਸ ਦਾ ਚੱਲਦਾ। ਇਹ ਸਾਰੇ ਉਹ ਆਪਣੇ ਖਾਣੇ ਦਾ ਜਿਹੜਾ ਹੈ ਉਹ ਵੀ ਪ੍ਰਬੰਧ ਉੱਥੇ ਕਰਦੇ ਕਿ ਸਾਡਾ ਖਾਣਾ ਵੇਖੋ ਕਿੱਦਾਂ ਦਾ, ਤੇ ਅਸੀਂ ਨੱਕ ਬੁੱਲ ਵੱਟਦੇ ਫਿਰੀਏ ਨਹੀਂ ਨਹੀਂ ਅਸੀਂ ਨਹੀਂ ਖਾਂਦੇ ਹੁੰਦੇ, ਜਾਂ ਸਾਨੂੰ ਨਹੀਂ ਚੰਗਾ ਲੱਗਦਾ, ਸਾਨੂੰ ਇਹਦੀ ਸਮੈਲ ਹੀ ਹੋਰ ਤਰ੍ਹਾਂ ਦੀ ਆਉਂਦੀ। ਇਹ ਵੀ ਕਿਸੇ ਉਹਦਾ ਨਰਾਦਰ ਕਰਨ ਵਾਲੀ ਗੱਲ ਹੁੰਦੀ ਹੈ। ਤੁਹਾਨੂੰ ਕੋਈ ਚੰਗਾ ਲੱਗਦਾ ਨਾ ਖਾਓ, ਕੋਈ ਜ਼ਬਰਦਸਤੀ ਤਾਂ ਹੈ ਨਹੀਂ, ਪਰ ਤੁਸੀਂ ਉਹਦੇ ਕਲਚਰ ਦਾ, ਉਹਦੇ ਲਿਟਰੇਚਰ ਦਾ, ਉਹਦੇ ਸੱਭਿਆਚਾਰ ਦਾ, ਉਹਦੇ ਪਹਿਰਾਵੇ ਦਾ, ਖਾਣੇ ਦਾ ਆਦਰ ਮਾਣ ਵੀ ਕਰੋ। ਬਿਲਕੁਲ ਜੀ, ਬਿਲਕੁਲ। ਜਿਵੇਂ ਮੈਂ ਕਈ ਵਾਰ ਜਾਪਾਨੀਆਂ ਦਾ ਨਾ ਫਿੱਕਾ ਜਿਹਾ ਹੁੰਦਾ ਥੋੜਾ ਖਾਣਾ, ਤੇ ਇੱਕ ਦੋ ਵਾਰ ਟੇਸਟ ਕਰਕੇ ਦੇਖਿਆ, ਨਹੀਂ ਵਧੀਆ ਲੱਗਾ, ਬਾਅਦ ਚ ਨਹੀਂ ਖਾਣਾ। ਨਾ ਖਾਓ, ਕੋਈ ਗੱਲ ਨਹੀਂ। ਹੁਣ ਕਈ ਵਾਰ ਤੁਸੀਂ ਬਹੁਤ ਸਪਾਈਸੀ ਜਿਹਾ ਖਾਣਾ ਹੁੰਦਾ ਨਾ, ਜਿਸ ਤਰ੍ਹਾਂ ਕਈ ਵਾਰੀ ਅਸੀਂ ਹਾਂਜੀ ਮੈਕਸੀਕਨ ਖਾਣਾ ਡਿਫਰੈਂਟ ਹੈ। ਅਸੀਂ ਗੋਰਿਆਂ ਨੂੰ ਤਾਂ ਇਨਵਾਈਟ ਕਰਦੇ ਹਾਂ ਵੀ ਤੁਹਾਨੂੰ ਅਸੀਂ ਪੰਜਾਬੀ ਫੂਡ ਖਵਾਉਣਾ, ਤੇ ਜੇ ਗੋਰੇ ਕਹਿਣ ਸਾਡਾ ਫੂਡ ਖਾਓ, ਨਹੀਂ ਨਹੀਂ ਅਸੀਂ ਨਹੀਂ ਖਾਂਦੇ ਹੁੰਦੇ। ਨਹੀਂ ਦੇਖੋ, ਖਾਣਾ ਨਹੀਂ ਖਾਣਾ ਤੁਹਾਡੀ ਮਰਜ਼ੀ, ਲੇਕਿਨ ਉਹਨੂੰ ਸਮੈਲ ਕਰੋ ਜਿਵੇਂ ਗੋਰੇ ਸਮੈਲ ਕਰਦੇ। ਪਰ ਸਾਡੇ 'ਚ ਤਾਂ ਦੋ ਆਦਤਾਂ, ਚੰਗੀ ਚੀਜ਼ ਵੇਖੀ ਤਾਂ ਸਿੱਧੀ ਮੂੰਹ 'ਚ, ਨਾ ਤਾਂ ਅਸੀਂ ਉਹਦਾ ਟੇਸਟ ਵੇਖਣਾ, ਨਾ ਉਹਦੀ ਸਮੈਲ ਵੇਖਣੀ ਆ, ਉਹੀ ਰੱਜਣ ਦੀ ਕਰਦੇ ਆ। ਚਲੋ ਇਹ ਭਾਜੀ ਦੂਜੇ ਪਾਸੇ ਗੱਲਾਂ ਚੱਲੀ, ਚੰਗੀ ਜ਼ਿੰਦਗੀ ਦੀ ਗੱਲ ਚੱਲੀ। ਇੱਕ ਤਾਂ ਪਹਿਲੀ ਗੱਲ ਤੇ ਆਪਾਂ ਕਲੀਅਰ ਕਰਤੀ ਜੀ ਵੀ ਚੰਗਾ ਅੰਨ, ਚੰਗਾ ਤਨ, ਚੰਗਾ ਮਨ, ਚੰਗਾ ਤਨ। ਦੂਸਰੀ ਇਹਦੇ ਨਾਲ ਇੱਕ ਤਨ ਨਾਲ ਇੱਕ ਹੋਰ ਵੀ ਚੀਜ਼ ਬੜੀ ਰਿਲੇਟਡ ਆ ਕਿ ਜਦੋਂ ਵੀ ਤੁਸੀਂ ਰਹਿੰਦੇ ਜੇ, ਇਹ ਨਹੀਂ ਵੀ ਹਰ ਟਾਈਮ ਹੱਸਦੇ ਰਹੋ, ਕਿਉਂਕਿ ਬੰਦਾ ਤੁਹਾਨੂੰ ਪਾਗਲ ਵੀ ਕਹਿਣਾ ਸ਼ੁਰੂ ਕਰ ਦੂਗਾ। ਖੁਸ਼ ਰਹੋ, ਕੋਸ਼ਿਸ਼ ਕਰੋ। ਘਰ 'ਚ ਤਣਾਅ ਆ ਗਿਆ, ਮੀਆਂ ਬੀਵੀ ਦੀ ਲੜਾਈ, ਮੇਰੀ ਨਹੀਂ ਹੁੰਦੀ ਕਿ ਭਾਜੀ ਦੀ ਵੀ ਹੁੰਦੀ ਹੋਏਗੀ, ਸਾਰਿਆਂ ਦੀ ਹੁੰਦੀ ਹੋਏਗੀ, ਮਾੜੀ ਮੋਟੀ ਜਦੋਂ ਹੋ ਜਾਂਦੀ ਉਦੋਂ ਘੰਟੇ ਕੁ ਬਾਅਦ ਵੈਸੇ ਹੀ ਬੁਲਾ ਲਓ, ਲੈ ਮੈਂ ਤਾਂ ਵੈਸੇ ਗੱਲ ਕੀਤੀ, ਤੂੰ ਤਾਂ ਐਵੇਂ ਲੜ ਪਈ, ਮੇਰੇ ਕੋਲ ਸ਼ਰਤੀਆਂ ਲਿਖਾ ਲਓ, ਤੁਹਾਡੇ ਤੋਂ ਜ਼ਿਆਦਾ ਖੁਸ਼ ਹੋਏਗੀ। ਬਿਲਕੁਲ, ਇੱਕ ਦੂਜੇ ਨੂੰ ਸਮਝਾਉਣ ਦੀ ਗੱਲ ਜਿਹੜੀ ਆ ਉਹ ਵੀ ਚੰਗੀ ਜ਼ਿੰਦਗੀ ਲਈ ਬਹੁਤ ਜ਼ਰੂਰੀ ਹੈ।
ਇਹ ਨਹੀਂ ਹੁੰਦਾ ਵੀ ਤੁਸੀਂ ਲੜ ਪਏ ਤੇ 2 ਦਿਨ ਆਪਣਾ ਵੀ ਲਹੂ ਸਾੜੀ ਜਾਓ ਤਾਂ ਗਰੀਬਣੀ ਦਾ ਵੀ ਨਾਲ ਸਾੜੀ ਜਾਓ ਤੇ ਉਹ ਤੇ ਉਦੋਂ ਗੱਲ ਮਾੜੀ ਹੋ ਗਈ ਭਾਜੀ। ਨਾਲੇ ਦੇਖੋ ਜੀ ਹਸਬੈਂਡ ਵਾਈਫ ਦੀ ਲੜਾਈ ਕਾਹਦੀ ਲੜਾਈ? ਹਾਂ, ਇਹ ਲੜਾਈ ਨਹੀਂ ਹੁੰਦੀ। ਜੇ ਇਹ ਰੋਸਾ ਇੰਨਾ ਵੀ ਨਾ ਹੋਵੇ ਤੇ ਤਾਂ ਵੀ ਜ਼ਿੰਦਗੀ ਨਹੀਂ ਚੱਲਦੀ। ਇੰਨਾ ਕੁ ਰੋਸਾ ਹੋਣਾ ਵੀ ਚਾਹੀਦਾ, ਪਰ ਘੜੀ ਦੀ ਘੜੀ। ਬਿਲਕੁਲ ਜੀ। ਇੱਕ ਹੋਰ ਸਭ ਤੋਂ ਵੱਡੀ ਗੱਲ, ਜਿਹੜੇ ਇਹਨਾਂ ਮੁਲਕਾਂ 'ਚ ਜਿਨ੍ਹਾਂ ਕੋਲ ਟਾਈਮ ਹੈਗਾ, ਜਿਨ੍ਹਾਂ ਕੋਲ ਨਹੀਂ ਹੈਗਾ, ਉਹਨਾਂ ਦੀ ਆਪਣੇ ਹੱਥ ਵੱਸ ਦੀ ਗੱਲ ਆ। ਜਿਹਦੇ ਕੋਲ ਸ਼ਾਮ ਨੂੰ ਟਾਈਮ ਆ, ਉਹ ਚਾਹੇ ਅੱਧਾ ਕਿਲੋਮੀਟਰ ਹੀ ਤੁਰ ਲੇ, ਕਿਉਂਕਿ ਇਹਨਾਂ ਮੁਲਕਾਂ 'ਚ ਵਿਟਾਮਿਨ ਡੀ ਦੀ ਕਮੀ ਤੇ B12 ਦੀ ਕਮੀ ਬਹੁਤ ਜ਼ਿਆਦਾ ਹੁੰਦੀ ਤੇ ਬਹੁਤ ਛੇਤੀ ਹੁੰਦੀ ਆ। ਕਿਉਂਕਿ ਇੰਡੀਆ ਦੇ ਵਿੱਚ ਜਿਹੜੇ ਧੁੱਪ ਦਾ ਪੀਰੀਅਡ ਆ ਜਾਂ ਉਹ ਪੀਰੀਅਡ ਆ, ਉਹ ਕਹਿੰਦੇ ਕਿ ਕੋਈ 1200-1300 ਘੰਟੇ ਦੇ ਲਾਗੇ ਚੱਲ ਗਏ ਆ। ਇਹਨਾਂ 'ਚ 300-400 ਦੇ ਲਾਗੇ ਚੱਲ ਗਏ ਆ। ਫਿਰ ਇਹਨਾਂ ਦੇ ਮੁਲਕਾਂ ਦੀ ਧੁੱਪ ਇਹੋ ਜਿਹੀ ਕਿ ਤੁਹਾਨੂੰ ਚੁੱਭਦੀ ਆ, ਚਮੜੀ ਸਾੜਦੀ ਆ। ਇਸ ਕਰਕੇ ਸ਼ਾਮਾਂ ਨੂੰ ਚਾਹੇ ਸਵੇਰੇ ਜਦੋਂ ਵੀ ਤੁਹਾਡੇ ਕੋਲ ਟਾਈਮ ਹੋਵੇ, ਸੈਰ ਜ਼ਰੂਰ ਕਰੋ, ਅੱਧਾ ਕਿਲੋਮੀਟਰ ਕਰ ਲਓ। ਹਲਕੀਆਂ ਜਿਹੀਆਂ 2-4 ਐਕਸਰਸਾਈਜ਼ਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਤੁਸੀਂ ਘਰ ਬੈਠੇ ਵੀ ਕਰ ਸਕਦੇ, ਨਹੀਂ ਵੀ ਕਰ ਸਕਦੇ, ਬਹੁਤੇ ਚੱਕਰਾਂ 'ਚ ਨਾ ਪਾਓ, ਪਰ ਤੁਰਨਾ ਲਾਜ਼ਮੀ ਹੈ ਨਾ। ਸ਼ੌਕ ਵਿੱਚ ਇਹ ਵੀ ਸ਼ਾਮਲ ਕਰ ਲੈਣਾ ਚਾਹੀਦਾ। ਜੇ ਹੁਣ ਕਿਸੇ ਨੂੰ ਪੜ੍ਹਨ ਦਾ ਸ਼ੌਕ ਹੈ, ਸੰਗੀਤ ਸੁਣਨ ਦਾ ਸ਼ੌਕ ਹੈ, ਸੰਗੀਤ ਗਾਉਣ ਦਾ ਖੁਦ ਸ਼ੌਕ ਹੈ, ਕੋਈ ਸਾਜ਼ ਵਜਾਉਣ ਦਾ ਸ਼ੌਕ ਹੈ, ਤੇ ਉਹ ਵੀ ਰੱਖ ਲਓ ਭਾਈ। ਅੱਧੇ ਘੰਟੇ ਘੁੰਮਣਾ ਵੀ ਆ, ਜਾਣਾ ਵੀ ਆ, ਸੈਰ ਵੀ ਕਰਨੀ। ਵੇਖੋ ਜੀ, ਦੁਨੀਆ ਦੇ ਜਿੰਨੇ ਡਾਂਸ ਨੇ, ਬ੍ਰੇਕ ਡਾਂਸ ਤੋਂ ਲੈ ਕੇ ਜਿੰਨੇ ਵੀ ਡਾਂਸ ਨੇ, ਉਹ ਸਰੀਰ 'ਚ ਫਲੈਕਸੀਬਿਲਿਟੀ ਦਿੰਦੇ। ਲੇਕਿਨ ਭੰਗੜਾ ਜਿਹੜਾ ਤੁਸੀਂ ਹੁਣ ਸ਼ੁਰੂ ਨਾ ਕਰ ਦਿਓ, ਗਿੱਧਾ ਵੀ ਭੰਗੜਾ ਦੁਨੀਆ ਦਾ ਵਾਹਿਦ ਡਾਂਸ ਹੈ ਜੀ, ਜਿਹਦੇ 'ਚ ਲੱਤ ਵੀ ਹਿੱਲਦੀ ਆ, ਬਾਂਹ ਵੀ ਹਿੱਲਦੀ ਆ, ਪੂਰਾ ਸਰੀਰ, ਪੂਰੀ ਬੋਡੀ, ਕੱਲਾ ਸਰੀਰ ਦਾ ਅੰਗ ਹਿੱਲਦਾ। ਮੈਂ ਕਈ ਵਾਰ ਸਟੇਜਾਂ ਤੇ ਵੀ ਕਹਿਣਾ ਹੁੰਦਾ ਕਿ ਉਹ ਕੰਪਲੀਟ ਐਕਸਰਸਾਈਜ਼ ਆ। ਜਿਹੜਾ ਬੰਦਾ 15 ਮਿੰਟ ਭੰਗੜਾ ਪਾ ਲੇ ਨਾ, ਉਹਦੀ ਸਮਝੋ ਵੀ 2 ਘੰਟੇ ਦੀ ਐਕਸਰਸਾਈਜ਼ ਪੂਰੀ ਹੋ ਜਾਂਦੀ ਹੈ। ਬਿਲਕੁਲ। ਤੇ ਮੈਂ ਦੱਸਦਾ ਜੀ, ਸਾਡਾ ਜਸ਼ਨ ਹੈ, ਉਹ ਤਾਂ ਵੈਸੇ ਹੀ ਉਹਨੂੰ ਕਹਿ ਦੇਣ 10 ਮਿੰਟ ਇੱਥੇ ਖਲੋਣਾ, ਤੇ ਉਹ ਇੱਕ ਜਗ੍ਹਾ ਖਲੋ ਨਹੀਂ ਸਕਦਾ। ਉਹਦਾ ਹਰ ਐਕਸ਼ਨ ਜਿਹੜਾ ਉਹ ਭੰਗੜੇ ਵਾਲਾ ਹੁੰਦਾ, ਠੀਕ ਹੈ ਜੀ। ਤੇ ਉਹ ਮੈਂ ਸਮਝਦਾ ਕਿ ਸਭ ਤੋਂ ਸਾਡੇ ਪਰਿਵਾਰ 'ਚੋਂ ਸਭ ਤੋਂ ਫਿੱਟ ਉਹ ਹੈ। ਬਿਲਕੁਲ ਬਿਲਕੁਲ ਜੀ, ਬਿਲਕੁਲ। ਉਹਦੀ ਬੋਡੀ ਇਸ ਤਰੀਕੇ ਦੀ ਹੈ, ਮਤਲਬ ਸਟਰੈਚ ਵੀ ਕਰ ਲੈਂਦਾ ਉਹ, ਤੇ ਉਹ ਸਾਰਾ ਦਿਨ ਆਪਣੇ ਆਪ ਨੂੰ ਐਕਟਿਵ ਰੱਖਦਾ। ਬਿਲਕੁਲ। ਤੇ ਜੇ ਉਹ ਬੱਚਾ ਰੱਖ ਸਕਦਾ, ਤੇ ਸਿਆਣੇ ਅਸੀਂ ਕਈ ਵਾਰੀ ਐਵੇਂ ਢੇਰੀ ਢਾਹ ਕੇ ਬਹਿ ਜਾਂਦੇ ਆ। ਉਹਨੂੰ ਮੇਰੀ ਅੱਜ ਨਾ ਬੈਕ ਦੁਖਦੀ ਆ, ਮੇਰਾ ਅੱਜ ਸਿਰ ਦੁਖਦਾ। ਨਹੀਂ, ਸਾਡੇ ਨਾਲੋਂ ਬੰਨੇਬਾਜ਼ੀ ਜੇ ਕਰਦੇ ਆ। ਇਧਰਲੀ ਪੀੜ੍ਹੀ ਆ ਨਾ ਜੀ, ਇਹਨਾਂ ਦੇ ਨੁਕਸਾਨ 3-4 ਆ, ਉਹ ਵੀ ਗੱਲਾਂ ਕਰਾਂਗੇ ਕਿ ਉਧਰਲੀ ਇਧਰਲੀ ਪੀੜ੍ਹੀਆਂ 'ਚ ਕੀ ਫਰਕ ਆ। ਜਿਹੜੇ ਇੱਧਰ ਜੰਮਦੇ ਆ ਨਾ ਜੀ, ਇਹਨਾਂ 3 ਚੀਜ਼ਾਂ ਨਹੀਂ ਵੇਖੀਆਂ। ਸਾਡਾ ਭੰਗੜਾ ਤੇ ਬਚਪਨ ਤੋਂ ਸ਼ੁਰੂ ਹੋ ਜਾਂਦਾ ਸੀ। ਹਾਂਜੀ ਹਾਂਜੀ। ਨਲਕੇ ਦੇ ਲੈ ਕੇ ਗਏ, ਪਾਣੀ ਦਾ ਮਾੜਾ ਜਿਹਾ ਟੱਬ ਆਇਆ, ਉਹ ਮਰ ਕੇ ਠੰਡਾ ਪਾਣੀ ਨਹਾਉਣ ਲੱਗਿਆ ਭੰਗੜਾ। ਮਾਂ ਪਿਓ ਨੇ ਫੜਨਾ ਵਾਲ ਤੁਹਾਡੇ, ਕਿਉਂਕਿ ਮੇਰੇ ਹੁਣ ਵਾਲ ਕੱਟੇ ਬਚਪਨ 'ਚ, ਛੋਟੇ 'ਚ 1-ਅੱਧਾ ਸਾਲ ਉਹਨਾਂ ਰੱਖੇ ਸੀ। ਉਹਨਾਂ ਫੜ ਕੇ ਜੂੜਾ ਕਰ ਲੱਗਣਾ, ਨਹੀਂ, ਉੱਥੇ ਭੰਗੜਾ। ਕੱਪੜੇ ਪਾਏ ਤੇ ਪਤਾ ਵੀ ਹੁਣ ਸਕੂਲੋਂ ਛੁੱਟੀ ਹੋਈ ਆ, ਤੇ ਅਜੇ ਘੰਟੀ ਮਗਰੋਂ ਵੱਜਦੀ ਹੁੰਦੀ ਸੀ, ਪਹਿਲਾਂ ਰੇਸਾਂ ਲਾ ਲੈਣੀਆਂ, ਭੱਜਣਾ ਹੁੰਦਾ। ਉਦੋਂ ਐਕਸਰਸਾਈਜ਼। ਮਤਲਬ ਕਿ ਜੇ ਤਾਂ ਤੁਸੀਂ ਉਹਨਾਂ ਬੱਚਿਆਂ ਦਾ, ਸਾਡੇ ਟਾਈਮ ਦੇ ਬੱਚਿਆਂ ਦਾ ਹੁਣ ਦੇ ਨਾਲ ਕੰਪੇਅਰ ਕਰੋ ਤਾਂ ਜ਼ਮੀਨ ਅਸਮਾਨ। ਹੁਣ ਤੇ ਬੂਹੋਂ ਨਿਕਲਣਾ, ਗੱਡੀ ਖੜੀ ਆ, ਉੱਥੋਂ ਉਤਰੇ ਸਕੂਲ 'ਚ ਖੜੀ ਆ, ਇੱਧਰ ਏਸੀ ਉੱਧਰੋਂ ਅਸੀਂ, ਸਾਡੇ ਨੇ ਟਾੜ ਲੜ ਕੇ ਟਾੜ ਖਿੱਚ ਲੈਣੀ ਆਤੀ। ਉਹਨਾਂ ਰਸਾ ਕਸ਼ੀ ਮੇਰੇ ਖਿਆਲ ਕਿਸੇ ਨੇ ਟੂਰਨਾਮੈਂਟ ਨਹੀਂ ਕੀਤੀ ਹੁੰਦੀ ਜਿੰਨੀ ਅਸੀਂ ਉਦੋਂ ਕੀਤੀ ਹੁੰਦੀ। ਇਹ ਵੀ ਚੀਜ਼ਾਂ ਦਾ ਬੜਾ ਫਰਕ ਆ। ਆਪਾਂ ਹੁਣ ਅਗਲੇ ਪਾਸੇ ਆਈਏ, ਕਿਉਂਕਿ ਟਾਈਮ ਘੱਟ ਆ, ਤੇ ਭਾਜੀ ਆਖਣਗੇ ਵੀ ਜ਼ਿਆਦਾ। ਮੈਨੂੰ ਲੱਗਦਾ ਤੁਹਾਡੇ ਕੋਲ ਕਵਿਤਾ ਜ਼ਰੂਰ ਲਿਖੀ ਹੋ ਤੁਸੀਂ ਇਸ ਟੌਪਿਕ। ਬਿਲਕੁਲ ਜੀ, ਉਹ ਲਿਖੀ ਆ, ਲੇਕਿਨ ਇਹ ਉਹਦੇ 'ਚ ਇਹ ਕੰਪੈਰੀਜ਼ਨ ਆ ਵੀ ਉਹ ਚੀਜ਼ਾਂ ਸਾਨੂੰ ਮਨਾ ਨੇ, ਅਸੀਂ ਫਿਰ ਵੀ ਕਰਦੇ ਹਾਂ। ਹਾਂਜੀ। ਜਿਸ ਤਰ੍ਹਾਂ ਕਿਸੇ ਬੰਦੇ ਨੂੰ ਡਾਕਟਰ ਕੋਲ ਲੈ ਗਏ ਨਾ, ਤੇ ਉਹ ਕਹਿੰਦਾ ਵੀ ਭਾਈ ਸਾਹਿਬ ਤੁਹਾਡਾ ਕੋਲੇਸਟ੍ਰੋਲ ਵੱਧਦਾ ਆ, ਤੁਸੀਂ ਖਿਆਲ ਰੱਖਣਾ ਵੀ ਮੀਟ, ਜ਼ਿਆਦਾ ਘਿਓ, ਜੇ ਉਹ ਇਹ ਨਹੀਂ ਖਾਣਾ। ਅੱਛਾ ਜੀ। ਤੇ ਉਹਨੇ ਕਹਿੰਦੇ ਠੀਕ ਆ। ਉਹ ਕਿਤੇ ਵਿਆਹ ਤੇ ਚਲ ਗਿਆ, ਪਕੌੜੇ ਐਡੇ ਟੇਸਟੀ ਲੱਗੇ, ਜੇ ਉਹ ਕਹਿੰਦਾ ਚਲੋ ਡਾਕਟਰਾਂ ਦਾ ਤੇ ਕੰਮ ਹੀ ਆ ਕਹਿਣਾ, 2 ਪੀਸ ਖਾ ਲੈਂਦੇ ਆ, ਕੋਈ ਨਹੀਂ ਦਵਾਈ ਖਾ ਲਾਂਗੇ ਫਿਰ। ਤੇ ਕਈ ਵਾਰ ਅਸੀਂ ਹੁੰਦੇ ਵੀ ਚੱਲ 2-3 ਰਸਗੁੱਲੇ ਖਾ ਹੀ ਲਓ, ਕੋਈ ਨਹੀਂ, ਬਾਅਦ ਸ਼ੂਗਰ ਦੀ ਗੋਲੀ ਖਾ ਲਾਂਗੇ। ਇਹ ਚੀਜ਼ਾਂ ਦਾ ਮੈਂ ਕੰਪੈਰੀਜ਼ਨ ਦੱਸ ਰਿਹਾ ਕਿ ਸਾਡੇ ਪੰਜਾਬੀਆਂ 'ਚ ਇਹ ਆਦਤਾਂ ਨੇ, ਆਪਾਂ ਕਰ ਲੈਂਦੇ ਹੁੰਦੇ ਆ। ਵੈਸੇ ਤੇ ਵੇਖੋ ਜੀ, ਸਭ ਨੂੰ ਪਤਾ ਹੈ ਜ਼ਿੰਦਗੀ ਕੀ ਹੈ। ਤੁਸੀਂ ਆ ਦੱਸੀ ਨਾ ਗੱਲ। ਬਿਲਕੁਲ, ਸਭ ਨੂੰ ਪਤਾ ਜ਼ਿੰਦਗੀ, ਸਭ ਨੂੰ ਪਤਾ ਹੈ। ਇਹ ਨਹੀਂ ਵੀ ਸਾਡੇ ਦੱਸਣਾ ਨਹੀਂ ਤੁਹਾਨੂੰ ਪਤਾ, ਤੁਹਾਨੂੰ ਸਾਰਿਆਂ ਨੂੰ ਪਤਾ। ਅਸੀਂ ਬੜੇ ਸਿਆਣੇ ਨਹੀਂ, ਪਤਾ ਸਾਰਿਆਂ ਨੂੰ ਹੀ ਆ। ਤੁਹਾਨੂੰ ਸਾਰਿਆਂ ਨੂੰ ਪਤਾ। ਤੁਸੀਂ ਕਿਹਦੀ ਬਾਡੀ ਬਣੀ ਵੇਖੋਗੇ ਨਾ, ਤੁਸੀਂ ਕਿਆ ਬਾਤ ਹੈ, ਮੁੰਡੇ ਦਾ ਕਿਆ ਸਰੀਰ ਆ, ਬਜ਼ੁਰਗ ਦਾ ਕਿਆ ਸਰੀਰ ਆ, ਕਿਆ ਪਰਸਨੈਲਿਟੀ ਆ, ਰੰਗ ਲਾ ਲਿਆ। ਸਾਰਿਆਂ ਨੂੰ ਪਤਾ ਵੀ ਕੀ ਹੁੰਦਾ, ਸਭ ਨੂੰ ਪਤਾ ਜ਼ਿੰਦਗੀ ਕੀ ਆ। ਫਿਰ ਵੀ ਅਸੀਂ ਜੀਨੇ ਹੀ ਆ ਨਾ। ਸਾਰਿਆਂ ਨੂੰ ਪਤਾ ਜ਼ਿੰਦਗੀ ਕੀ ਆ, ਫਿਰ ਵੀ ਅਸੀਂ ਜੀਨੇ ਹੀ ਆ ਨਾ। ਤੇ ਸਭ ਨੂੰ ਪਤਾ ਸ਼ਰਾਬ ਸਿਹਤ ਲਈ ਹਾਨੀਕਾਰਕ ਆ, ਫਿਰ ਵੀ ਅਸੀਂ ਪੀਨੇ ਹੀ ਆ ਨਾ। ਹਟਦੇ ਥੋੜੀ ਆ। ਹਾਂਜੀ। ਵਿਆਹ ਕਰਵਾ ਕੇ ਸਭ ਨੂੰ ਪਤਾ ਕੀ ਹੁੰਦਾ, ਫਿਰ ਵੀ ਅਸੀਂ ਕਰਵਾਉਂਦੇ ਹੀ ਆ ਨਾ। ਤੇ ਔਲਾਦਾਂ ਲਈ ਸਭ ਨੂੰ ਪਤਾ ਕਮਾ ਕੇ ਕੀ ਹੁੰਦਾ,
ਫਿਰ ਵੀ ਅਸੀਂ ਕਮਾਉਂਦੇ ਹੀ ਆ ਨਾ। ਬਿਲਕੁਲ। ਹੁਣ ਚੋਰੀ ਝੂਠ ਤੇ ਬੇਈਮਾਨੀ ਦਾ ਅੰਤ ਸਭ ਨੂੰ ਪਤਾ ਕੀ ਹੁੰਦਾ, ਫਿਰ ਵੀ ਕਰਕੇ ਵਿਖਾਉਣੇ ਹੀ ਆ। ਹਾਂ ਬਿਲਕੁਲ। ਸੱਚ, ਇਮਾਨਦਾਰੀ ਤੇ ਸੇਵਾ ਸਭ ਨੂੰ ਪਤਾ ਚੰਗੀਆਂ ਨੇ, ਫਿਰ ਵੀ ਆਪਾਂ ਕੰਨੀ ਕਤਰਾਉਂਦੇ ਹੀ ਆ ਨਾ। ਬਿਲਕੁਲ। ਸੱਚ ਤੋਂ ਵੀ, ਇਮਾਨਦਾਰੀ ਤੋਂ ਵੀ ਤੇ ਸੇਵਾ ਤੋਂ ਵੀ। ਜੀਣਾ ਝੂਠ ਤੇ ਮਰਨਾ ਸੱਚ ਸਭ ਨੂੰ ਪਤਾ ਹੈ, ਫਿਰ ਵੀ ਝੂਠ ਨੂੰ ਸੱਚ ਬਣਾਉਣੇ ਹੀ ਆ ਨਾ। ਇਹ ਜਾਂਦੇ ਨਾ ਵੀ ਅਸੀਂ ਕੋਈ ਗੱਲ ਨਹੀਂ, ਅਸੀਂ ਕਿਹੜੇ ਮਰ ਚੱਲੇ ਆ। ਆਹ ਵੀ ਚੀਜ਼ ਜਿਹੜੀ ਤੁਹਾਨੂੰ ਹੁਣੇ ਗੱਲ ਦੱਸੀ। ਹਾਂਜੀ। ਹੁਣ ਵੇਖੋ ਜੀ, ਮੇਰੀ ਧੀ ਭੈਣ ਨੂੰ ਕੋਈ ਨਾ ਛੇੜੇ, ਪਰ ਲੋਕਾਂ ਦੀ ਇਹਨੂੰ ਤਾਂ ਮਾੜੀ ਅੱਖ ਨਾ, ਪਰ ਲੋਕਾਂ ਦੀ ਤਾਂ ਮਾੜੀ ਅੱਖ ਟਿਕਾਉਣੇ ਹੀ ਆ ਨਾ। ਬੇਗਾਨੀ ਔਰਤ ਤੇ ਆਪਣਾ ਬੱਚਾ ਸਾਰਿਆਂ ਨੂੰ ਸੋਹਣਾ ਲੱਗਦਾ। ਬਿਲਕੁਲ। ਬੇਗਾਨੀ ਔਰਤ ਤੇ ਆਪਣਾ ਬੱਚਾ ਸਾਰਿਆਂ ਨੂੰ ਸੋਹਣਾ ਲੱਗਦਾ ਹੈ, ਪਰ ਫਿਰ ਵੀ ਲੋਕਾਂ ਤੋਂ ਨਜ਼ਰਾਂ ਬਚਾਉਣੇ ਹੀ ਆ ਨਾ। ਆਪਣੇ ਬੱਚੇ ਨੂੰ ਨਾ ਕਿਸੇ ਦੀ ਨਜ਼ਰ ਨਾ ਲੱਗ ਜੇ। ਹਾਂਜੀ ਬਿਲਕੁਲ। ਤੇ ਲੋਕਾਂ ਤੋਂ ਨਜ਼ਰਾਂ ਬਚਾਉਣੇ ਹੀ ਆ ਨਾ। ਹੁਣ ਵੇਖੋ ਜੀ, ਜੱਟ, ਮਜ਼੍ਹਬੀ ਸਿੰਘ ਤੇ ਮਰਾਸੀ ਭਾਵੇਂ ਤਿੰਨੇ ਹੋਣ ਅੰਮ੍ਰਿਤਧਾਰੀ, ਫਿਰ ਵੀ ਆਪਣੀ ਧੀ ਅਸੀਂ ਉਧਰ ਵਿਆਹਣੋਂ ਸ਼ਰਮਾਉਣੇ ਹੀ ਆ ਨਾ। ਜਿਹੜੇ ਅਸੀਂ ਸਿੱਖ ਧਰਮ ਦੀ ਗੱਲ ਕਰਦੇ, ਭਾਵੇਂ ਅੰਮ੍ਰਿਤਧਾਰੀ ਸਾਰੇ ਹੋ ਗਏ, ਤਿੰਨੇ ਅੰਮ੍ਰਿਤਧਾਰੀ ਹੋਣ, ਗੁਰੂ ਨੇ ਸਾਰੇ ਇੱਕੋ ਬਣਾਤੇ, ਫਿਰ ਵੀ ਅਸੀਂ ਆਪਣੀ ਧੀ ਉਧਰ ਵਿਆਹਣੋਂ ਸ਼ਰਮਾਉਣੇ ਹੀ ਆ ਨਾ। ਪੰਜ ਕਕਾਰ ਤੇ ਅੰਮ੍ਰਿਤ ਇੱਕੋ ਹੀ ਬਾਜਾਂ ਵਾਲੇ ਦਾ, ਪਰ ਅਸੀਂ ਗੁਰੂ ਘਰ ਜਾ ਕੇ ਵੰਡੀਆਂ ਪਾਉਣੇ ਹੀ ਆ ਨਾ। ਛੱਡਦੇ ਨਹੀਂ ਅਸੀਂ। ਹਾਂਜੀ। ਭਾਵੇਂ ਕੇਸਾਧਾਰੀ ਰਾਮ, ਸ਼ਿਵ ਤੇ ਬਾਲਮੀਕ ਵੀ ਸੀ, ਭਾਵੇਂ ਕੇਸਾਧਾਰੀ, ਕਿਉਂਕਿ ਉਹਨਾਂ ਚ ਕੋਈ ਨਹੀਂ ਜਿਹਨੇ ਵਾਲ ਕਟਾਏ, ਉਦੋਂ ਨਹੀਂ ਸੀ ਕੱਟਦੇ, ਤੂੰ ਕਟਾਉਣੇ ਕਿੱਥੇ ਸੀ। ਹਾਂਜੀ। ਰਾਮ, ਸ਼ਿਵ ਤੇ ਬਾਲਮੀਕ ਵੀ ਸੀ, ਪਰ ਆਪਾਂ ਵਾਲਾਂ ਵਾਲਿਆਂ ਦਾ, ਜੂੜੇ ਵਾਲਿਆਂ ਦਾ ਮਖੌਲ ਉਡਾਉਣੇ ਹੀ ਆ ਨਾ। ਬਿਮਾਰੀ ਆ ਨਾ, ਸਾਨੂੰ ਉਡਾਉਣੇ ਹੀ ਆ ਨਾ। ਵੇਖੋ ਜੀ, ਹੁਣ ਜਦੋਂ ਇਹ ਸਾਰਾ ਕੁਝ ਹੋ ਜਾਂਦਾ, ਸਾਰਾ ਕੁਝ, ਫਿਰ ਇਹ ਤੁਸੀਂ ਦੱਸੋ ਵੀ ਆਪਾਂ ਕਿਹੜੀ ਕੈਟਾਗਰੀ 'ਚ ਆ। ਆਪਾਂ ਹਮੇਸ਼ਾ ਹੀ ਉਲਟ ਚੱਲਦੇ। ਤੁਸੀਂ ਆ ਸਾਰਾ ਕੁਝ ਦੱਸਿਆ, ਲੋਕਾਂ ਨੇ ਕਹਿਣਾ ਅੱਛਾ ਠੀਕ ਆ, ਸੁਣ ਲੈਣਗੇ ਸਾਰੇ, ਸੁਣ ਲਓ। ਉਦੋਂ ਬਾਅਦ ਕਰਨਗੇ ਹਰ ਬੰਦਾ ਆਪਣੀ ਮਰਜ਼ੀ ਦੀ। ਹੁਣ ਵੇਖੋ ਜੀ, ਤੁਰ ਗਏ ਜਿਹੜੇ ਦੁਨੀਆ ਛੱਡ ਕੇ ਤੁਰ ਜਾਂਦੇ ਆ, ਜਿਨ੍ਹਾਂ ਦੇ ਮਰਗ ਹੋ ਜਾਂਦੀ ਹੈ, ਤੁਰ ਗਿਆ ਦੇ ਨਾਲ ਕਦੇ ਨਹੀਂ ਕੋਈ ਤੁਰਿਆ। ਬਿਲਕੁਲ। ਫਿਰ ਵੀ ਅਸੀਂ ਪਿੱਛੋਂ ਵਿਆਹ, ਮੇਲੇ, ਤਿਉਹਾਰ ਮਨਾਉਣੇ ਹੀ ਆ ਨਾ। ਉਦੋਂ ਤਾਂ ਅਸੀਂ ਕਹਿੰਦੇ ਬਾਪੂ ਤੇਰੇ ਤੋਂ ਬਗੈਰ ਸਾਡਾ ਜੱਗ ਲੁੱਟਿਆ ਗਿਆ। ਉਹੀ ਬਾਪੂ ਤੋਂ ਬਾਅਦ ਦੀਵਾਲੀ, ਦੂਜੇ ਦਿਨ ਭੰਗੜੇ ਪਾਉਣ ਲੱਗ ਪੈਣੇ। ਉਹ ਬਾਪੂ ਤੋਂ ਬਾਅਦ ਦੀਵਾਲੀ, ਉਹ ਬਰਾਤਾਂ, ਉਹ ਤੁਹਾਡੀ ਗੱਲ ਤੁਸੀਂ ਅਗਲੇ ਦਿਨ ਹੀ ਭੰਗੜੇ ਜੀ। ਵਿੱਚ ਪਰਦੇਸੀ ਪਤਾ ਹੈ ਸਭ ਨੂੰ ਜ਼ਿੰਦਗੀ ਕਿਵੇਂ ਦੀ ਆ। ਪਹਿਲਾਂ ਤਾਂ ਨਹੀਂ, ਹੁਣ ਤੇ ਸਾਰਿਆਂ ਨੂੰ ਪਤਾ ਨਾ, ਪਰ ਫਿਰ ਵੀ ਅਸੀਂ ਝੂਠ ਦੇ ਝੰਡੇ ਚੜਾਉਣੇ ਹੀ ਆ ਨਾ। ਬਿਲਕੁਲ। ਹੁਣ ਵੇਖੋ ਜੀ, ਸਦਾ ਜਿਹੜੀ ਸਾਡੇ ਪਿੱਛੇ ਤੋਂ ਤੁਰਿਆ ਆਉਂਦਾ ਕੰਮ, ਅਕਾਲੀ, ਕਾਂਗਰਸੀ ਤੇ ਲੀਡਰਾਂ ਨੇ ਕੀ ਕੀਤਾ ਧੱਕਾ, ਫਿਰ ਵੀ ਅਸੀਂ ਵੋਟਾਂ ਪਾਉਂਦੇ ਹੀ ਆ ਨਾ। ਹੁਣ ਖਾਲਿਸਤਾਨ ਨਹੀਂ ਬਣਿਆ ਤੇ 2 ਲੱਖ ਜਾਨਾਂ ਕੁਰਬਾਨ ਹੋਈਆਂ, ਪਰ ਫਿਰ ਵੀ ਲੀਡਰਾਂ ਦੇ ਆਖੇ ਲੱਗ ਕੇ ਖਾਲਿਸਤਾਨ ਬਣਾਉਣਾ ਚਾਹੁੰਦੇ ਹੀ ਆ। ਤੇ ਬਲ ਜਦ ਬੇਈਮਾਨੀ ਤੇ ਗਦਾਰੀ, ਬਲ ਜਦ ਤੱਕ ਬੇਈਮਾਨੀ ਤੇ ਗਦਾਰੀ ਹੁੰਦੀ ਰਹੂ, ਬਿਗਲ ਕੋਈ ਨਹੀਂ ਸੁਣ, ਬਿਗਲ ਫਿਰ ਵੀ ਅਸੀਂ ਸੱਚ ਦਾ ਵਜਾਉਣੇ ਹੀ ਆ ਨਾ। ਉਹ ਸਾਨੂੰ ਪਤਾ ਏ ਲਾਈਕ ਮਿਲਦੇ ਨੇ। ਹੁਣ ਫੇਸਬੁੱਕ ਵਾਲੀ ਤਾਂ ਥੋੜੀ ਜਿਹੀ ਘਟੀਆ ਜੀ ਗੱਲ ਵੀ ਤੁਹਾਨੂੰ ਸਾਨੂੰ ਪਤਾ ਏ ਲਾਈਕ ਮਿਲਦੇ ਨੇ ਤੇ ਨਗੇਜ ਵਿਖਾਉਣ ਨਾਲ ਜਾਂ ਕਿਸਮਤ ਵਾਲਿਆਂ ਨੂੰ, ਪਰ ਫਿਰ ਵੀ ਅਸੀਂ ਆਪਣੀਆਂ ਫੋਟੋਆਂ ਫੇਸਬੁੱਕ ਤੇ ਪਾਉਂਦੇ ਹੀ ਆ ਨਾ। ਬਸ ਤੁਸੀਂ ਇਹਦੇ 'ਚ ਨਸ਼ਿਆਂ ਵਾਲੀ ਕੋਈ ਗੱਲ ਨਹੀਂ ਕੀਤੀ। ਪੰਜਾਬ ਦਾ ਨਾਂ ਜਾਂ ਪੰਜਾਬ ਦੀ ਜਵਾਨੀ ਦਾ ਨਾਂ ਨਸ਼ਿਆਂ ਦੇ ਨਾਲ ਪੱਕਾ ਜੁੜ ਗਿਆ। ਹਾਂਜੀ ਹਾਂਜੀ ਹਾਂਜੀ। ਅੱਛਾ, ਇਕੱਲੇ ਨਸ਼ਿਆਂ ਤੱਕ ਗੱਲ ਸੀਮਿਤ ਨਹੀਂ ਰਹਿ ਗਈ, ਹੁਣ ਤਾਂ ਗੈਂਗਸਟਰਾਂ ਦੀ ਗੱਲ ਹੋਣ ਲੱਗ ਪਈ। ਬਿਲਕੁਲ ਜੀ ਬਿਲਕੁਲ। ਆ ਜਦੋਂ ਦਾ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ, ਉਸ ਤੋਂ ਬਾਅਦ ਗੈਂਗਸਟਰ ਇਦਾਂ ਨਿਕਲੇ ਆ ਬਾਹਰ, ਜਾਂ ਇਦਾਂ ਬਾਹਰ ਕੱਢੇ ਆ ਪੁਲਿਸ ਨੇ, ਜਾਂ ਹਾਂਜੀ, ਜਾਂ ਜਿਹੜੇ ਵੀ ਇਸ ਮਾਮਲੇ ਦੇ ਵਿੱਚ ਰੁੱਝੇ ਹੋਏ ਸੀ, ਜਿਨ੍ਹਾਂ ਨੇ ਸੋਚਿਆ ਕਿ ਲੋਕਾਂ ਦੇ ਸਾਹਮਣੇ ਅਸੀਂ ਉਹ ਲੈ ਕੇ ਆਉਣੀਆਂ ਮਹਾਨ ਸ਼ਖਸੀਅਤਾਂ ਜਿਹੜੀਆਂ ਆਪਣੇ ਆਪ ਨੂੰ ਗੈਂਗਸਟਰ ਕਹਾਉਂਦੀਆਂ। ਹਾਂਜੀ। ਪਰ ਹੈਰਾਨੀ ਵਾਲੀ ਗੱਲ, ਜਾਂ ਕਹਿ ਲਓ ਫਿਕਰਮੰਦੀ ਵਾਲੀ ਗੱਲ, ਮੈਂ ਹੈਰਾਨੀ ਵਾਲੀ ਨਹੀਂ, ਫਿਕਰਮੰਦੀ ਵਾਲੀ ਗੱਲ ਤੇ ਜ਼ੋਰ ਦੇਣਾ ਚਾਹੁੰਦਾ। ਫਿਕਰਮੰਦੀ ਵਾਲੀ ਗੱਲ ਇਹ ਆ ਕਿ ਕੈਨੇਡਾ ਦੇ ਵਿੱਚ ਇਹ ਗੈਂਗਸਟਰ ਜਿਹੜੇ ਆ ਉਹ ਕਿਸ ਵੱਡੇ ਪੱਧਰ ਤੇ ਪ੍ਰਫੁੱਲਤ ਹੋ ਗਏ, ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ। ਜਦੋਂ ਅਸੀਂ ਨਵੇਂ ਕੈਨੇਡਾ 'ਚ ਆਏ ਸੀਗੇ ਜੀ, ਤਾਂ ਉਸ ਟਾਈਮ ਦੇ ਉੱਤੇ ਇਹ ਗੱਲਾਂ ਹੁੰਦੀਆਂ ਸੀਗੀਆਂ ਕਿ ਗੈਂਗਵਾਰ ਹੋਈ, ਉਦੋਂ ਬਹੁਤਾ ਵੈਨਕੂਵਰ ਸਰੀ ਦਾ ਨਾਂ ਲਿਆ ਜਾਂਦਾ ਸੀਗਾ, ਗੈਂਗਵਾਰ ਹੋਈ ਜੀ, ਉਹਦੇ ਵਿੱਚ ਇਹ ਗੋਲੀਆਂ ਚਲੀਆਂ, ਇੱਕ ਗੈਂਗਸਟਰ ਮਰ ਗਿਆ, ਇੱਕ ਦੂਜੇ ਧਿਰ ਦੇ ਬੰਦੇ ਫੜ ਲਏ, ਇੱਦਾਂ ਦੀਆਂ ਗੱਲਾਂ ਹੁੰਦੀਆਂ। ਹੌਲੀ ਹੌਲੀ ਗੱਲ ਚੱਲ ਪਈ ਜੀ, ਉਹ ਗੈਂਗਵਾਰ ਹੋਈ, ਉਹਦੇ 'ਚ ਜਿਹੜੇ ਮਰਨ ਵਾਲਾ ਸੀ ਬੰਦਾ ਉਹ ਇੰਡੀਅਨ ਸੀ,
ਫਿਰ ਗੱਲ ਹੋਈ ਜੀ ਉਹ ਗੈਂਗਵਾਰ ਜਿਹੜਾ ਹੋਈ ਸੀ ਉਹਦੇ 'ਚ ਮਰਨ ਵਾਲਾ ਪੰਜਾਬੀ ਸੀ। ਫਿਰ ਆ ਗਿਆ ਜੀ ਗੈਂਗਵਾਰ ਹੋਈ ਉਹਦੇ 'ਚ ਮਰਨ ਵਾਲਾ ਸਿੱਖ ਸੀ। ਆਹ ਨਵਾਂ ਚੰਨ ਚੜਿਆ ਜੀ। 11 ਗੈਂਗਸਟਰਾਂ ਦੀ ਲਿਸਟ ਜਿਹੜੀ ਆ ਉਹ BC ਪੁਲਿਸ ਨੇ ਰਿਲੀਜ਼ ਕੀਤੀ ਹੈ। ਹਾਂਜੀ ਹਾਂਜੀ। ਤੇ ਦੇਖੋ ਕਿੱਡੇ ਮਾਣ ਵਾਲੀ ਗੱਲ ਹੈ ਜੀ। 9 ਜਿਹੜੇ ਆ ਉਹਨਾਂ ਵਿੱਚੋਂ ਪੰਜਾਬੀ ਆ। ਪੰਜਾਬੀਆਂ ਦਾ ਕਿੰਨਾ ਝੰਡਾ ਬੁਲੰਦ ਕੀਤਾ। ਕੀ ਕਹੋਗੇ ਇਹਦੇ ਤੇ? ਵੇਖੋ ਜੀ, ਇਹ ਸਿਆਣੇ ਕਹਿੰਦੇ ਕਿ ਬੰਦੇ ਦੀਆਂ ਚਾਰੇ ਕੰਨੀਆਂ ਲਿਬੜੀਆਂ ਹੁੰਦੀਆਂ, ਤੇ ਜਦੋਂ ਅਸੀਂ ਘਰੋਂ ਚੱਲਦੇ ਹਾਂ ਸਾਰੇ ਪੰਜਾਬੀ, ਮੈਂ ਆਪਣੇ ਆਪ ਨੂੰ ਵਿੱਚੇ ਲੈਣਾ, ਮੈਂ ਤਾਂ ਕਹਿ ਕੇ ਬੰਦੇ ਦੀਆਂ ਚਾਰੇ ਕੰਨੀਆਂ ਲਿਬੜੀਆਂ ਹੁੰਦੀਆਂ। ਸਾਨੂੰ 2 ਚੀਜ਼ਾਂ ਤੇ ਖਿਆਲ ਰੱਖਣਾ ਹੀ ਪਊਗਾ ਜੀ। ਇੱਕ ਆਪਣੇ ਆਪ ਤੇ ਕਿ ਅਸੀਂ ਕੀ ਕਰਦੇ ਹਾਂ, ਦੂਜਾ ਆਪਣੀ ਔਲਾਦ ਤੇ, ਉਹ ਕਿੰਨੇ ਪੈਸੇ ਖਰਚਦਾ ਆ, ਉਹਦੇ ਕੋਲ ਕਿੱਥੋਂ ਆਏ ਆ, ਉਹਦਾ ਸੋਰਸ ਆਫ ਇਨਕਮ ਕੀ ਆ। ਜੇ ਉਹਦੇ ਕੋਲ ਗੱਡੀ ਉਹਨੇ ਬਦਲ ਲਈ ਆ ਤੇ ਉਹ ਗੱਡੀ ਕਿੱਥੋਂ ਲਿਆ, ਉਹਨੂੰ ਕੈਸ਼ ਦਿੱਤਾ ਆ, ਕਿਸ ਤਰ੍ਹਾਂ ਕੀਤਾ ਆ, ਕੀ ਕੀਤਾ, ਉਹਦੇ ਕੋਈ ਗੱਲ ਨਹੀਂ। ਜੇ ਉਹ ਅਗਲਾ ਭੱਜ ਜਾਣ ਤਾਂ ਉਹਨੂੰ ਕਹਾਂ ਵੀ ਬੱਚੇ ਤੋਂ ਘੱਟੋ ਘੱਟ ਬੈਂਕ ਸਟੇਟਮੈਂਟ ਜਾਂ ਕੋਈ ਚੀਜ਼ ਮਾੜੀ ਮੋਟੀ ਤੇ ਵੇਖ ਹੀ ਸਕਦੇ ਆ ਨਾ। ਇਹ ਜਿਹੜੀ ਜੇ ਤੇ ਤੁਸੀਂ ਰੱਖਣੀ ਹੈ ਗੋਰੇ ਬਣਨਾ, ਫਿਰ ਤੇ ਟੋਟਲੀ ਬੰਦ ਹੋ। 18 ਸਾਲ ਤੋਂ ਬਾਅਦ ਮਾਰੋ ਲੱਤ। ਨਹੀਂ, ਪਰ ਉਹ ਚਲੋ ਸਾਡਾ ਕਲਚਰ ਇਦਾਂ ਦਾ ਨਹੀਂ ਹੈਗਾ। ਸਾਡਾ ਕਲਚਰ ਹੈ ਵੀ ਅਸੀਂ ਜੁਆਇੰਟ ਫੈਮਿਲੀ ਜਿਹੜੀ ਹਾਲਾਂਕਿ ਟੁੱਟਦੀ ਜਾਂਦੀ ਹੈ, ਆਖਰੀ ਸਾਹਾਂ ਤੇ ਹੀ ਹੈ ਜੁਆਇੰਟ ਫੈਮਿਲੀ ਦਾ ਕਨਸੈਪਟ ਜਿਹੜਾ, ਪਰ ਫਿਰ ਵੀ ਅਸੀਂ ਬੱਚੇ ਸਾਡੇ ਨਾਲ ਰਹਿੰਦੇ ਆ ਜਾਂ ਅਸੀਂ ਪੇਰੈਂਟਸ ਦੇ ਨਾਲ ਰਹਿੰਦੇ ਹਾਂ, ਇਦਾਂ ਦਾ ਜਿਹੜਾ ਮਾਹੌਲ ਹੈ ਉਹ ਕਨਸੈਪਟ ਰਵੇ, ਲੇਕਿਨ ਉਹ ਕਨਸੈਪਟ ਜੁਆਇੰਟ ਵਾਲਾ ਹੋਵੇ। ਇੱਕ ਦੂਜੇ ਤੋਂ ਪੁੱਛ ਦੱਸ ਸਕਦੇ ਹੋ। ਜੇ ਬੱਚਾ ਤੁਹਾਡਾ ਦੱਸਦਾ ਹੀ ਨਹੀਂ ਆ ਵੀ ਉਹਨੇ ਮੈਂ ਅੱਜ ਉਹ ਸਪੋਰਟਸ ਕਾਰ ਲਈ ਆ, ਉਹ ਕਹਿੰਦਾ ਜੀ ਮੈਂ ਆਹ ਕਰਦਾ ਜੇ ਕਰਦਾ, ਤੁਹਾਨੂੰ ਇਹ ਤਾਂ ਪਤਾ ਹੋਵੇ ਵੀ ਉਹ ਕਿਹੜੀ ਜੌਬ ਕਰਦਾ ਆ ਜਿਹੜਾ ਉਹ ਸਪੋਰਟਸ ਕਾਰ ਅਫੋਰਡ ਕਰਨ ਲੱਗ ਗਿਆ ਤੁਹਾਡੇ ਤੋਂ ਬਗੈਰ। ਪਹਿਲੀ ਗੱਲ ਇਹ। ਦੂਸਰੀ ਗੱਲ ਅਸੀਂ ਕਹਿੰਦੇ ਹੁੰਦੇ ਕਿ ਨੋ ਨੌਲੇਜ ਵਿਦਆਊਟ ਕਾਲਜ। ਇੱਕ ਹੋਰ ਮੈਂ ਕਿਸੇ ਬੰਦੇ ਦੀ ਸਟੱਡੀ ਤੋਂ ਪੜ੍ਹ ਰਿਹਾ ਸੀ, ਉਹ ਕਹਿੰਦਾ ਕਿ ਜਿੱਡੀ ਵੀ ਗੈਂਗਸਟਰ ਐਕਟੀਵਿਟੀ ਸ਼ੁਰੂ ਹੁੰਦੀਆਂ ਨੇ ਜੀ ਤਕਰੀਬਨ 16 ਸਾਲ ਤੋਂ ਬਾਅਦ ਤੇ ਤਕਰੀਬਨ 25-26 ਸਾਲ ਤੋਂ ਪਹਿਲਾਂ ਬੱਚਾ ਇੱਧਰ ਇਨਵੋਲਵ ਹੋ ਜਾਂਦਾ। ਰੇਅਰ ਕੇਸ ਹੁੰਦੇ ਜਿਹੜੇ 25 ਸਾਲ ਤੋਂ 30 ਸਾਲ ਤੋਂ ਬਾਅਦ ਇੱਧਰ ਆਉਂਦੇ। ਤਿਲਕਣ ਵਾਲੀ ਉਮਰ ਇਹ ਆ। ਤਿਲਕਣ ਵਾਲੀ ਜਿਹੜੀ ਉਮਰ ਆ ਜੀ 16 ਤੋਂ ਲੈ ਕੇ 26 10 ਸਾਲ ਲਾ ਲਓ, ਇਹ ਹੁੰਦੀ ਆ। ਇਹ 10 ਸਾਲ ਕ੍ਰਿਟੀਕਲ ਹੁੰਦੇ ਆ ਜਿਹਦੇ ਵਿੱਚ ਆਪਾਂ ਚਾਹੇ ਸਾਨੂੰ ਡਾਲਰਾਂ ਤੋਂ ਥੋੜਾ ਜਿਹਾ ਘਾਟਾ ਖਾਣਾ ਪੈ ਜੇ। ਮਾਵਾਂ ਵੀ ਇਸ ਗੱਲ ਦਾ ਖਿਆਲ ਰੱਖਣ ਕਿ ਬੱਚਾ ਕਿਹੜੇ ਟਾਈਮ ਨਾਲ ਆਉਂਦਾ, ਕਿਹੜੇ ਟਾਈਮ ਨਾਲ ਜਾਂਦਾ। ਉਹ ਕਹਿੰਦਾ ਮੇਰੀ ਨਾਈਟ ਜੌਬ ਹੈ, ਕੋਈ ਨਹੀਂ ਨਾਈਟ ਜੌਬ ਦਿਨੇ ਸੌਂਦਾ। ਉਦੋਂ ਬਾਅਦ ਇਹ ਵੀ ਸਾਨੂੰ ਖਿਆਲ ਰੱਖਿਆ ਜਾਵੇ ਵੀ ਆਪਾਂ ਅੱਜ ਕੱਲ੍ਹ ਇੱਕ ਅਲੱਗ ਜਿਹਾ, ਵੈਸੇ ਮੈਂ ਚਾਹੁੰਦਾ ਨਹੀਂ TV ਰਾਹੀਂ ਤੁਹਾਨੂੰ ਕਹਿਣਾ, ਸਿਗਰਟ ਵਗੈਰਾ ਦਾ ਸ਼ੌਂਕ ਜਿਹੜੇ ਪੈ ਗਏ ਪੰਜਾਬੀਆਂ ਨੂੰ। ਸਾਨੂੰ ਇਹ 'ਤੇ ਵੀ ਥੋੜ੍ਹਾ ਜਿਹਾ ਕੰਟਰੋਲ ਰੱਖਣਾ ਪੈਣਾ, ਕਿਉਂਕਿ ਤੁਸੀਂ ਵੈਸੇ ਤਾਂ ਸਾਡੀ ਕੌਮ ਲਈ ਇਹ ਗੁਨਾਹ ਆ ਤੰਬਾਕੂ। ਇੱਧਰ ਥੋੜਾ ਜਿਹਾ ਕੰਟਰੋਲ ਰੱਖੀਏ, ਕਿਉਂਕਿ ਜਦੋਂ ਬੱਚੇ ਇੱਧਰਲੀ ਸਾਈਡ ਦੇ ਜਾਂਦੇ ਨੇ ਹੌਲੀ ਹੌਲੀ ਉਹ ਦੂਜੇ ਨਸ਼ਿਆਂ ਵੱਲ ਵੀ ਤੁਰਦੇ। ਥੋੜਾ ਜਿਹਾ ਨਹੀਂ ਜੀ, ਮੁਕੰਮਲ ਕੰਟਰੋਲ ਰੱਖਣ ਦੀ ਲੋੜ ਹੈ। ਇਹ ਸ਼ੁਰੂਆਤ ਹੁੰਦੀ ਹੈ ਤੇ ਮੁੜ ਕੇ ਅੱਗੋਂ ਸਿੱਟੇ ਮਾੜੇ ਨਿਕਲਦੇ। ਸਿੱਟੇ ਮਾੜੇ। ਤੀਸਰੀ ਗੱਲ ਕਿ ਬੱਚੇ ਨੂੰ ਕਾਲਜ ਧੱਕੇ ਨਾਲ ਭੇਜੋ ਜਾਂ ਕਿਸੇ ਤਰੀਕੇ ਨਾਲ ਭੇਜੋ। ਜੋ ਨਹੀਂ 12ਵੀਂ ਤੋਂ ਬਾਅਦ ਪੜ੍ਹਦਾ ਤੇ 12ਵੀਂ ਤੋਂ ਬਾਅਦ ਕਿਸੇ ਨੇ ਇੱਥੇ ਇਹਨਾਂ ਮੁਲਕਾਂ 'ਚ ਖਾਸ ਕਰਕੇ ਡਾਕਟਰ ਇੰਜੀਨੀਅਰ ਜੇ ਉਹ ਕੁਛ ਨਹੀਂ ਲੱਗਣਾ ਜਾਂ CA ਨਹੀਂ ਬਣਨਾ। 12ਵੀਂ ਤੋਂ ਬਾਅਦ ਉਹ ਡਾਇਰੈਕਟ ਕੰਮਾਂ ਨੂੰ ਤੁਰ ਪਿਆ, ਜੇ ਉਹ ਕਰਨ ਲੱਗ ਗਿਆ, ਉਹਦਾ ਮਤਲਬ ਇਹ ਕਿ ਉਹ ਬੱਚੇ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਪੈਸੇ ਵਾਲੇ ਪਾਸੇ ਖਿੱਚ ਪਈ ਆ। ਉਹ ਅਸਾਂ ਘਟਾਉਣੀ। ਉਹਨੂੰ ਕਹਿਣਾ ਪੜ੍ਹ, ਭਾਵੇਂ 1 ਸਾਲ ਹੀ ਜਾ, ਭਾਵੇਂ ਕਾਲਜ ਹੀ 2 ਸਾਲ ਹੀ ਜਾ, ਕਿਉਂਕਿ ਇੱਥੇ ਚਾਹੇ ਇੰਡੀਆ ਚਾਹੇ ਦੁਨੀਆ ਦਾ ਕੋਈ ਵੀ ਜਿਹੜਾ ਦੇਸ਼ ਆ। ਮੈਂ ਕਾਲਜ ਬਾਰੇ ਥੋੜੀ ਜਿਹੀ ਤੁਹਾਨੂੰ ਨੌਲੇਜ ਦੇ ਦਿਆਂ, ਕਿਉਂਕਿ ਕਾਲਜਾਂ ਵਿੱਚ ਮਸ਼ਹੂਰ ਹੁੰਦੇ ਨੇ। ਇਹ ਨਹੀਂ ਵੀ ਕਾਲਜਾਂ 'ਚ ਇਹੋ ਜਿਹੇ ਨਹੀਂ ਨਿਕਲਦੇ। ਗੈਂਗਸਟਰਾਂ ਵਿੱਚੋਂ ਵੀ ਕਾਫੀ ਕਾਲਜਾਂ 'ਚੋਂ ਨਿਕਲਦੇ ਨੇ, ਕਿਉਂਕਿ ਕਾਲਜਾਂ ਵਿੱਚ ਮਸ਼ਹੂਰ ਹੁੰਦੇ ਨੇ ਇੱਕ ਲੀਡਰ ਦੂਜੇ ਲੰਡਰ। ਇੱਕ ਲੀਡਰ ਲੰਡਰ, ਇੱਕ ਜਿਹੜੇ ਮਨੀਟਰ ਹੋ ਗਏ, ਪੜ੍ਹਨ 'ਚ ਲੀਡਰ ਹੋ ਗਏ, ਖੇਡਾਂ 'ਚ ਲੀਡਰ ਹੋ ਗਏ, ਦੂਜੇ ਪਾਸੇ ਲੀਡਰ ਹੋ ਗਏ, ਉਹਦੇ ਬਾਅਦ ਸਿਆਸਤ 'ਚ ਲੀਡਰ ਹੋ ਗਏ। ਕਾਲਜ ਵਿੱਚ ਮਸ਼ਹੂਰ ਹੁੰਦੇ ਨੇ ਇੱਕ ਲੀਡਰ ਦੂਜੇ ਲੰਡਰ, ਤੇ ਬਲ ਇੱਥੋਂ ਨਿਕਲਦੇ ਨੇ। ਹੁਣ ਕਾਲਜ 'ਚੋਂ ਕਿਹੜੇ ਲੋਕੀ ਨਿਕਲਦੇ ਨੇ? ਗੁਰੂ, ਕ੍ਰਾਂਤੀਕਾਰੀ ਤੇ ਪਿੱਛ ਲੱਗ ਡੰਗਰ, ਜਿਹੜੇ ਹਰ ਵਾਰ ਕਦੀ ਕਾਲੀ ਨੂੰ ਪਾਤੀ, ਕਦੀ ਕਾਂਗਰਸ ਨੂੰ ਪਾਤੀ, ਕਦੀ ਉਹਨੂੰ ਆਪ ਨੂੰ ਪਾਤੀ, ਕਦੀ ਉਹਨੂੰ, ਤੇ ਜਿਨ੍ਹਾਂ ਨੇ ਸੋਚਣਾ ਨਹੀਂ ਤੇ ਵੋਟਾਂ ਪਿੱਛੇ ਲਾ ਕੇ ਪਾਈ ਜਾਣੇ, ਨਾਅਰੇ ਵੀ ਪਿੱਛੇ ਲਾ ਕੇ ਲਈ ਜਾਣੇ, ਅੰਦੋਲਨ। ਮੈਕਸੀਮਮ ਇੱਕ ਗੱਲ ਹੋਰ ਨੋਟ ਰੱਖਿਓ, ਲੀਡਰ ਬੰਦਾ ਗੈਂਗਸਟਰ ਨਹੀਂ ਬਣਦਾ। ਠੀਕ ਹੈ, ਉਹ ਬਣਾਉਂਦਾ, ਉਹਨੂੰ ਤਾਂ ਲੋੜ ਹੈ। ਪਿੱਛ ਲੱਗ ਬੰਦਾ ਨਹੀਂ, ਉਹ ਬਣਾਊਗਾ ਵੀ ਨਹੀਂ, ਪਿੱਛ ਲੱਗ ਬੰਦਾ ਬਣੂ। ਉਹ ਜਿਹੜਾ ਲੀਡਰ ਬੰਦਾ ਹੁੰਦਾ ਉਹਦੇ ਕੋਲ ਸਕੋਪ ਬੜਾ ਹੁੰਦਾ, ਐਨੂੰ ਨਿਕਲ ਜੂ, ਐਨੂੰ ਨਿਕਲ ਜੂ, ਐਨੂੰ ਨਿਕਲ ਜੂ। ਤਾਂ ਜਿਹੜੀਆਂ ਮਲਟੀਨੈਸ਼ਨਲ ਕੰਪਨੀਆਂ ਨੇ ਉਹ ਕਿਉਂ ਕਹਿੰਦੀਆਂ ਨੇ ਵੀ ਵਾਂਟ ਲੀਡਰਸ, ਕਿਉਂਕਿ ਉਹਨਾਂ ਨੂੰ ਪਤਾ ਇਸ ਬੰਦੇ ਨੂੰ ਕੰਮ ਲੈਣਾ ਆਉਂਦਾ। ਤੇ ਉਹ ਗਲਤ ਕੰਮ ਵੀ ਨਹੀਂ, ਸਹੀ ਕੰਮ ਲੈਣਾ ਆਉਂਦਾ ਹੁੰਦਾ ਉਸ ਬੰਦੇ ਨੂੰ। ਲੀਡਰ ਤਾਂ ਮਤਲਬ ਸਿਆਸੀ ਲੀਡਰ ਨਹੀਂ ਹੈ, ਨਾਲ ਸਿਆਸੀ ਲੀਡਰ ਲੀਡ ਕਰਨ ਵਾਲਾ ਬੰਦਾ, ਮੋਹਰੇ ਲੱਗਣ ਵਾਲਾ।
ਬਲ ਇੱਥੋਂ ਨਿਕਲਦੇ ਨੇ ਗੁਰੂ ਜਿਹੜੇ, ਜਿਸ ਤਰ੍ਹਾਂ ਅਸੀਂ ਵੇਖੇ ਸਾਰੇ ਗੁਰੂ ਜਿਹੜੇ ਪੜ੍ਹੇ ਲਿਖੇ ਹੁੰਦੇ ਆ, ਉਹਨਾਂ ਨੂੰ ਪੜ੍ਹਨ ਤੋਂ, ਕਿਤਾਬਾਂ ਪੜ੍ਹਨ ਤੋਂ ਬਾਅਦ ਹੀ ਇਸ ਪਾਸੇ ਹੁੰਦਾ ਕ੍ਰਾਂਤੀਕਾਰੀ ਜਾਂ ਪਿੱਛ ਲੱਗ ਡੰਗਰ। ਹੁਣ ਵੇਖੋ ਜੀ, ਥੋੜੇ ਨਿਕਲਦੇ ਨੇ ਛਾ ਜਾਂਦੇ ਨੇ, ਥੋੜੇ, ਕਿਉਂਕਿ ਇਹਦੀ ਵੀ ਕਾਲਜ ਦੇ ਵਿੱਚ ਜੇ 10,000 ਬੰਦਾ ਤਾਂ 10,000 ਹੀ IAS IPS ਜੇ ਉਹ ਬਣ ਜੂ। ਥੋੜੇ ਨਿਕਲਦੇ ਛਾ ਜਾਂਦੇ ਨੇ, ਬਾਕੀ ਡੰਗ ਟਪਾ ਜਾਂਦੇ ਨੇ, ਕੁਝ ਕਰਾ ਵਿਆਹ ਜਾਂਦੇ ਨੇ ਤੇ ਕੁਝ ਨਾ ਚਮਕਾ ਜਾਂਦੇ ਨੇ। ਕੀ ਬਾਤ, ਬਹੁਤ ਖੂਬ। ਉਹ ਕਰਦੇ ਚਮਤਕਾਰ ਨੇ ਜੋ ਵਿਦਿਆ, ਜੋ ਸਮਝਦੇ ਵਿਦਿਆ ਮੰਦਰ। ਚਮਤਕਾਰ ਉਹਨਾਂ ਹੀ ਕਰਨਾ ਹੁੰਦਾ ਅਖੀਰ ਚ। IPS ਬਣ ਗਿਆ ਜੀ, ਉਹ DC ਲੱਗ ਗਿਆ ਜੀ, ਉਹ ਤੁਹਾਨੂੰ ਇਹ ਨਹੀਂ ਪਤਾ ਉਹ DC ਲੱਗ ਗਿਆ ਉਹਦੀ ਸਿਰ ਖਪਾਈ ਕਿੰਨੀ ਹੋਈ ਹੋਗੀ। ਉਹ SSB ਬਣ ਗਿਆ, ਉਹਦੀ ਸਿਰ ਖਪਾਈ ਕਿੰਨੀ ਹੋਊਗੀ। ਉਹ ਅਫਸਰ ਬਣ ਗਿਆ, ਉਹਦੀ ਸਿਰ ਖਪਾਈ ਕਿੰਨੀ ਹੋ। ਤੁਹਾਨੂੰ ਇਹ ਲੱਗਦਾ ਵੀ ਬੰਦਾ ਬੈਂਕ 'ਚ ਕਲਰਕ ਲੱਗਾ, ਤੁਹਾਨੂੰ ਇਹ ਨਹੀਂ ਪਤਾ ਲੱਗਦਾ ਵੀ ਉਹ ਬੰਦੇ ਦੀ ਸਿਰ ਪੀੜ ਕਿੰਨੀ। ਤੁਹਾਡੇ ਵਰਗਿਆਂ ਨੂੰ ਤਾਂ 20 ਨੂੰ 49 ਨਾਲ ਗੁਣਾ ਕਰਨਾ ਪੈਂਦਾ, ਤੁਸੀਂ ਅੱਧਾ ਘੰਟਾ ਸੋਚਦੇ ਰਹਿੰਦੇ 20 ਨੂੰ 49 ਉੱਤੇ ਰੱਖਾਂਗੇ, 20 ਉੱਤੇ ਰੱਖ ਕਿਹੜਾ ਬੜਾ ਬੜਾ। ਹਾਂ, ਤੇ ਉਹ ਬੈਂਕ ਵਾਲੇ ਤੋਂ ਉੱਤੋਂ ਰੌਲਾ ਪਾਈ ਜਾਓਗੇ, ਭਾਜੀ ਲੈ ਜਾਣਾ ਟਾਈਮ ਲਾਤਾ ਤੁਸੀਂ, ਮੈਂ ਕੈਸ਼ ਲੈਣਾ ਸੀ। ਉਹ ਭਾਈ ਤੇਰੇ ਕੈਸ਼ ਨੂੰ ਉਹਦੇ ਅੱਗੋਂ ਵੇਖ ਲਓ। ਅਧਿਆਪਕਾਂ ਨੂੰ ਅਸੀਂ ਕਹਿ ਦਿੰਦੇ ਹਾਂ ਇਹਨਾਂ ਕੋਲ ਸਿੱਖਿਆ ਇਹਨੂੰ ਪੜਾਉਣ ਦੀ ਜਾਂਚ ਨਹੀਂ। ਯਾਰ ਹੈ ਤੇ ਟੀਚਰ ਹੈ ਨਾ, ਭਾਵੇਂ ਜੇ ਉਹ ਵੀ ਪੜਾਇਆ ਪੜਾਉਣਾ, ਉਹ ਇਹ ਨਹੀਂ ਆਖਣਾ ਮੈਨੂੰ ਪੜ੍ਹਨ ਦੀ ਜਾਂਚ ਨਹੀਂ। ਹੁਣ ਵੇਖੋ ਜੀ, ਕਈ ਬਣਦੇ ਪ੍ਰੋਫੈਸਰ ਡਾਕਟਰ, ਕਈ ਇੰਜੀਨੀਅਰ ਤੇ ਕਈ ਮਾਸਟਰ, ਕਈ ਕੋਚ ਤੇ ਕਈ ਬਲਾਸਟਰ ਹੁੰਦੇ ਜਿਹੜੇ ਬਹੁਤ ਵੱਡਾ ਧਮਾਕਾ ਕਰ ਦਿੰਦੇ ਆ। ਜੱਜ, ਵਕੀਲ ਤੇ ਇੰਸਪੈਕਟਰ, PCS IPS ਵੀ ਇੱਥੋਂ ਹੀ ਬਣਦੇ ਤੇ ਹੁੰਦੇ ਮਿਹਨਤੀ ਜੋ ਪਤੰਦਰ। ਤੇ ਬਾਕੀ ਤੁਹਾਨੂੰ ਪਤਾ ਹੀ ਆ, ਕੋਈ ਕਾਲਜਾਂ ਵਿੱਚ ਮਸ਼ਹੂਰ ਹੁੰਦੇ ਨੇ, ਇੱਕ ਲੀਡਰ ਦੂਜੇ ਲੰਡਰ। ਹੁਣ ਵੇਖੋ ਜੀ, ਇੱਥੋਂ ਹੀ ਪ੍ਰਧਾਨ ਨਿਕਲਦੇ, ਜਿਹੜੇ ਪ੍ਰਧਾਨ ਮੰਤਰੀ ਵਾਲੋਂ ਦੇ ਦੂਜੇ ਪ੍ਰਧਾਨ ਹੁੰਦੇ ਆ, ਇੱਥੋਂ ਹੀ ਪ੍ਰਧਾਨ ਨਿਕਲਦੇ, ਇੱਥੋਂ ਹੀ ਸ਼ੈਤਾਨ ਨਿਕਲਦੇ, ਲੇਖਕ ਤੇ ਵਿਦਵਾਨ ਨਿਕਲਦੇ ਤੇ ਧਰਮ ਦੇ ਆਗੂ ਮਹਾਨ ਨਿਕਲਦੇ। ਬਲ ਵਰਗੇ ਵੀ ਹੋਣ ਸਿਆਣੇ ਜੇ ਰਹਿ ਜਾਣ ਦਾਇਰੇ ਅੰਦਰ। ਤੇ ਬਾਕੀ ਤੁਹਾਨੂੰ ਪਤਾ ਕਿ ਬਲ ਇੱਥੋਂ ਨਿਕਲਦੇ ਨੇ, ਗੁਰੂ ਕ੍ਰਾਂਤੀਕਾਰੀ ਤੇ ਪਿੱਛ ਲੱਗ ਡੰਗਰ, ਤੇ ਕਾਲਜਾਂ ਚੋਂ ਹੀ ਮਸ਼ਹੂਰ ਹੁੰਦੇ ਨੇ, ਇੱਕ ਲੀਡਰ ਦੂਜੇ ਲੰਡਰ। ਪੜ੍ਹਾਈ ਦੇ ਕਨਸੈਪਟ ਬਾਰੇ ਕਿਤੇ ਫਿਰ ਖੁੱਲ੍ਹਾ ਸਮਾਂ ਲੈ ਕੇ ਡਿਸਕਸ਼ਨ ਕਰਾਂਗੇ ਜੀ। ਉਂਝ ਇਹ ਜਿਹੜਾ ਵਿਦਿਅਕ ਢਾਂਚਾ ਹੈ, ਭਾਵੇਂ ਉਹ ਇੰਡੀਆ ਦਾ ਤੇ ਭਾਵੇਂ ਕੈਨੇਡਾ ਦਾ, ਇਹਦੇ ਬਾਰੇ ਕਿੰਤੂ ਪਰੰਤੂ ਅੱਜ ਕੱਲ੍ਹ ਬਹੁਤ ਹੋ ਰਿਹਾ। ਭਾਰਤ ਦੀ ਜਿਹੜੀ ਵਿਦਿਅਕ ਨੀਤੀ ਆ, ਪਾਲਿਸੀ ਆ, ਜਾਂ ਵਿਦਿਆ ਪੜ੍ਹਾਉਣ ਦਾ ਤਰੀਕਾ, ਉਹ ਤਾਂ ਕਹਿੰਦੇ ਜੀ ਉਸ ਲੇਬਰ ਪੈਦਾ ਕਰਦੀ ਹੈ, ਮਜ਼ਦੂਰ ਜਾਂ ਵਾਈਟ ਕਾਲਰ ਲੇਬਰ। ਉੱਥੇ ਚਲੋ ਫਿਰ ਵੀ ਕੋਈ ਪੜ੍ਹ ਕੇ ਪਟਵਾਰੀ ਲੱਗ ਜਾਊਗਾ, ਕੋਈ BDO ਲੱਗ ਜਾਊਗਾ, ਕੋਈ DC ਲੱਗ ਜਾਊ, ਕੋਈ ਹੋਰ ਉਹਦੇ ਹੈਗੇ ਆ। ਇਹਨਾਂ ਮੁਲਕਾਂ ਦੇ ਵਿੱਚ ਤਾਂ +2 ਤੋਂ ਜਾਂ ਜਿਹਨੂੰ 12 ਗ੍ਰੇਡ ਕਹਿੰਦੇ, ਉਸ ਤੋਂ ਬਾਅਦ ਰਸਤੇ ਬਹੁਤਿਆਂ ਦੇ ਬੰਦ ਹੋ ਜਾਂਦੇ। ਯੂਨੀਵਰਸਿਟੀਆਂ ਦੇ ਵਿੱਚ ਤੁਸੀਂ ਕਿਸੇ ਕੋਲੋਂ ਆਪਣੇ ਬੱਚੇ ਨੂੰ 12 ਗ੍ਰੇਡ ਤੋਂ ਬਾਅਦ ਕਿਸੇ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਫੋਨ ਕਰਕੇ ਪੁੱਛਿਓ, ਇਹ ਨਾ ਪੁੱਛਿਓ ਕਿ ਅਸੀਂ ਆਪਦੇ ਬੱਚੇ ਨੂੰ ਅੱਗੇ ਪੜ੍ਹਾਉਣਾ ਵਾ ਤੇ ਕਿਹੜੇ ਸਬਜੈਕਟ ਕਰਾਈਏ। ਉਹਨਾਂ ਨੂੰ ਇਹ ਪੁੱਛਿਓ ਕਿ ਜੀ ਤੁਹਾਡੇ ਕਾਲਜ ਵਿੱਚ ਜਾਂ ਤੁਹਾਡੀ ਯੂਨੀਵਰਸਿਟੀ ਵਿੱਚ ਜਿਹੜੇ ਬੱਚੇ ਪਿਛਲੇ ਸਾਲ ਦਾਖਲ ਹੋਏ ਸੀ, ਉਹਨਾਂ 'ਚ ਹੁਣ ਕਿੰਨੇ ਰਹਿ ਗਏ, ਯਾਨੀ ਡ੍ਰੌਪ ਆਫ ਜਿਹੜੇ ਹੈਗੇ ਉਹਨਾਂ ਦੀ ਗਿਣਤੀ ਕਿੰਨੀ ਹੈ। ਉਹਦੇ ਪਿੱਛੇ ਰੀਜ਼ਨ ਕੀ ਹੈ? ਉਹਦੇ ਪਿੱਛੇ ਰੀਜ਼ਨ ਤਾਂ ਇਹ ਢਾਂਚਾ ਹੀ ਹੈ ਨਾ ਜੀ। ਉਹ ਢਾਂਚੇ ਨੂੰ ਜੇ ਅਸੀਂ ਮਨਿਊਟਲੀ ਧਿਆਨ ਨਾਲ ਨਹੀਂ ਵੇਖਾਂਗੇ, ਧਿਆਨ ਨਾਲ ਨਹੀਂ ਵਿਚਾਰਾਂਗੇ, ਤੇ ਆਉਣ ਵਾਲੇ ਸਮੇਂ ਵਿੱਚ ਇਹ ਜਿਹੜੀ ਵਿੱਦਿਆ ਦੀ ਗੱਲ ਅਸੀਂ ਕਰਦੇ ਹਾਂ, ਪੜ੍ਹਾਈ ਦੀ ਜਿਹੜੀ ਅਸੀਂ ਗੱਲ ਕਰਦੇ ਹਾਂ, ਇਹਦਾ ਸੰਕਲਪ ਜਿਹੜਾ ਉਹ ਬਦਲ ਜਾਣਾ। ਇਹਦਾ ਨਫਾ ਨੁਕਸਾਨ ਜਿਹੜਾ ਵਾ ਉਹ ਜਦੋਂ ਅਸੀਂ ਐਨਾਲਾਈਜ਼ ਕਰਨ ਦੀ ਕੋਸ਼ਿਸ਼ ਕਰਾਂਗੇ, ਨੁਕਸਾਨ ਬਹੁਤੇ ਦਿਸਣ ਲੱਗ ਪੈਣੇ ਆ, ਨਫੇ ਸ਼ਾਇਦ ਘੱਟ। ਔਰ ਵਿੱਦਿਆ ਦੇ ਮੰਦਰ ਹੀ ਉਹ ਜਿਹੜੇ ਜਿਨ੍ਹਾਂ ਨੂੰ ਅਸੀਂ ਕਾਲਜ ਕਹਿੰਦੇ ਆ, ਯੂਨੀਵਰਸਿਟੀਆਂ ਕਹਿੰਦੇ ਆ, ਉਹਨਾਂ ਦੇ ਵਿੱਚ ਜੋ ਇਹ ਸਾਰਾ ਕੁਝ ਹੋ ਰਿਹਾ, ਇਹ ਜਿਹੜੀ ਗੈਂਗਵਾਰਾਂ ਦੀ ਗੱਲ ਵੀ ਹੈ, ਵੀ ਯੂਨੀਵਰਸਿਟੀਆਂ ਦੀ ਪੈਦਾਇਸ਼ ਹੈ। ਉੱਥੇ ਉਹਨਾਂ ਨੂੰ ਇਹੋ ਜਿਹਾ ਵਾਤਾਵਰਨ ਮਿਲਦਾ ਜਿਨ੍ਹਾਂ ਨੂੰ ਮੁੜ ਕੇ ਸਿਆਸੀ ਲੋਕ ਸ਼ਹਿ ਦਿੰਦੇ ਆ, ਪਨਾਹ ਦਿੰਦੇ। ਬਿਲਕੁਲ। ਔਰ ਉਹ ਪਨਾਹ ਦੇਣ ਦੇ ਨਾਲ ਮਾਹੌਲ ਨੂੰ ਕਿੱਧਰ ਨੂੰ ਲੈ ਕੇ ਜਾਂਦੇ ਆ ਉਹ ਲੋਕ, ਤੇ ਮਾਵਾਂ ਦੇ ਪੁੱਤ ਜਿਹੜੇ ਉਹ ਮਰ ਜਾਂਦੇ, ਮਾਵਾਂ ਦੇ ਪੁੱਤ ਜਿਹੜੇ ਆ ਉਹ ਰੁੱਲ ਜਾਂਦੇ, ਉਹਨਾਂ ਦੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ। ਇਹ ਸਾਰਾ ਕੁਝ ਸੋਚਣ ਵਿਚਾਰਨ ਦੀ ਲੋੜ ਹੈ। ਪੰਜਾਬੀ ਸੱਥ ਵਿੱਚ ਇਹੋ ਜਿਹੀਆਂ ਗੱਲਾਂ ਅਸੀਂ ਕਰਦੇ ਰਹਾਂਗੇ। ਪਰ ਇੱਕ ਗੱਲ ਮੈਂ ਹੋਰ ਬੜੀ ਜ਼ਰੂਰੀ ਕਰਨੀ ਚਾਹੁੰਦਾ ਜੀ ਤੁਹਾਡੇ ਨਾਲ। ਹਾਂਜੀ। ਜਦੋਂ ਅਸੀਂ ਗੱਲ ਕਰਦੇ ਹਾਂ ਜੀ ਵੀ
ਵਾਪਸ ਕਈ ਵਾਰੀ ਹੁੰਦਾ ਵੀ ਚੱਲ ਯਾਰ ਇੰਨਾ ਚਿਰ ਹੋ ਗਿਆ 5-6 ਸਾਲ ਹੋ ਗਏ ਆ ਪਿੰਡ ਗੇੜਾ ਹੀ ਨਹੀਂ ਲੱਗਾ ਹਾਂਜੀ ਤੇ ਗੇੜਾ ਹੀ ਮਾਰਿਆ ਹੀ ਏ ਪਿੰਡ ਦੀਆਂ ਜੂਹਾਂ ਚੇਤੇ ਆਉਂਦੀਆਂ ਉੱਥੋਂ ਦੇ ਲੋਕ ਚੇਤੇ ਆਉਂਦੇ ਉੱਥੋਂ ਦੀ ਹੱਟੀਆਂ ਚੇਤੇ ਆਉਂਦੀਆਂ ਗੁਰਦੁਆਰਾ ਚੇਤੇ ਆਉਂਦਾ ਗਲੀਆਂ ਚੇਤੇ ਆਉਂਦੀਆਂ ਹਾਂਜੀ ਉਹ ਚੁਬਾਰਾ ਵੀ ਚੇਤੇ ਆਉਂਦਾ ਜਿੱਥੇ ਤੁਸੀਂ ਬੈਠ ਕੇ ਦੋਸਤਾਂ ਮਿੱਤਰਾਂ ਦੇ ਨਾਲ ਮਹਿਫਲ ਵੀ ਸਜਾਈ ਹੁੰਦੀ ਹੈ ਉਹ ਥਾਂ ਵੀ ਚੇਤੇ ਆਉਂਦੀ ਹੈ ਜਿੱਥੇ ਤੁਸੀਂ ਬੈਠ ਕੇ ਗੰਨੇ ਚੁੱਪੇ ਹੁੰਦੇ ਆ ਜਿੱਥੋਂ ਤੁਰੇ ਤੁਰੇ ਜਾਂਦੇ ਆ ਵੱਟ ਤੋਂ ਤੁਸੀਂ ਮੂਲੀ ਪੱਟ ਲਈ ਜਾਂ ਸ਼ਲਗਮ ਪੱਟ ਲਿਆ ਹਾਂ ਤੇ ਬਿਲਕੁਲ ਉਹਨੂੰ ਧੋਣ ਦੀ ਲੋੜ ਨਹੀਂ ਉਂਝ ਹੀ ਹੱਥ ਨਾਲ ਹੀ ਮਿੱਟੀ ਮੁੱਟੀ ਝਾੜ ਕੇ ਤੇ ਖਾਣ ਕੇ ਤੇ ਛਿੱਲ ਕੇ ਖਾ ਲੈਣਾ ਛਿੱਲ ਕੇ ਗੰਨੇ ਚੁੱਪੇ ਇਹੋ ਜੀਆਂ ਜਿਹੜੀਆਂ ਉਹ ਯਾਦਾਂ ਹੁੰਦੀਆਂ ਜਿਹੜੀਆਂ ਸੀਨੇ ਵਿੱਚ ਕਿਸੇ ਨਾ ਕਿਸੇ ਜਗ੍ਹਾ ਛੁਪੀਆਂ ਰਹਿੰਦੀਆਂ ਤੇ ਕਈ ਵਾਰੀ ਉਹ ਯਾਦਾਂ ਜਿਹੜੀਆਂ ਤੁਹਾਨੂੰ ਜੀਣ ਨਹੀਂ ਦਿੰਦੀਆਂ ਤੁਹਾਨੂੰ ਤੰਗ ਕਰਦੀਆਂ ਪਰੇਸ਼ਾਨ ਕਰਦੀਆਂ ਸੌਣ ਨਹੀਂ ਦਿੰਦੀਆਂ ਫਿਰ ਅਸੀਂ ਅਖੀਰ ਫੈਸਲਾ ਕਰਦੇ ਹਾਂ ਔਖਿਆਂ ਜਾਂ ਸੌਖਿਆਂ ਗੇੜਾ ਤਾਂ ਮਰ ਕੇ ਆਈਏ ਪਰ ਇੱਕ ਗੱਲ ਇਹ ਜੇ ਨਾ ਉਹ ਕਹਿੰਦੇ ਜਦੋਂ ਦੀ ਮਹਿੰਗਾਈ ਹੋ ਗਈ ਪੰਜਾਬੀ ਨਹੀਂ ਰਹੇ ਜਦੋਂ ਦੀ ਹੋਈ ਸ਼ਰਾਬ ਮਹਿੰਗੀ ਉਹ ਸ਼ਰਾਬੀ ਨਹੀਂ ਰਹੇ ਕਿਉਂਕਿ ਸ਼ਰਾਬ ਜਿਉਂ ਮਹਿੰਗੀ ਹੁੰਦੀ ਹਰ ਬੰਦਾ ਪੀਣ ਵਾਲਾ ਜਿੱਡਾ ਮਰਜ਼ੀ ਸ਼ਰਾਬੀ ਉਹ ਸੋਚ ਸਮਝ ਕੇ ਪੀਂਦਾ ਵੀ ਕਿਹੜੇ ਪਰ ਪੀਂਦੇ ਦੇਖੋ ਕਦੀ ਸ਼ਰਾਬ ਦੀ ਵਿਕਰੀ ਘਟੀ ਸੁਣੀ ਨਹੀਂ ਪਰ ਉਹ ਹੈ ਨਾ ਵੀ ਉਹ ਸ਼ਰਾਬੀ ਨਹੀਂ ਰਹੇ ਪੀਣ ਵਾਲਾ ਬੰਦਾ ਹੋ ਸਕਦਾ ਸੋਚਦਾ ਹੋਵੇ ਵੀ ਯਾਰ ਮਹਿੰਗੀ ਹੋ ਗਈ ਹੁਣ ਚਲੋ ਥੋੜੀ ਪੀ ਲਓ ਉਹ ਵਿਆਹ ਵੀ ਹੁਣ ਕਦੀ ਵੇਖਣ ਨੂੰ ਨਹੀਂ ਮਿਲਦੇ ਇੱਕ ਵਿਆਹ ਦੇ ਵਿੱਚ 20 ਤੋਂ 25 ਬੰਦੇ ਪਾਲ ਖਲਾਰੇ ਬੁਰਾ ਹਾਲ ਇੱਕ ਮੈਨੂੰ ਜੀ ਉਹ ਗਾਇਕ ਦਾ ਨਾਂ ਚਿੱਤਾ ਭੁੱਲ ਗਿਆ ਜਿਹੜਾ ਕਹਿੰਦਾ ਮਹਿੰਗੀ ਹੋਈ ਸ਼ਰਾਬ ਥੋੜੀ ਥੋੜੀ ਪੀਆ ਕਰੋ ਹਾਂ ਉਹ ਪੰਕਜ ਦਾਸ ਹਾਂਜੀ ਤੇ ਮਤਲਬ ਇਹੋ ਜਿਹੀਆਂ ਗੱਲਾਂ ਤੇ ਮੈਨੂੰ ਲੱਗਦਾ ਕਿ ਤੁਹਾਨੂੰ ਵੀ ਜਾਣ ਦਾ ਮੌਕਾ ਮਿਲਿਆ ਹੋਊਗਾ ਬਿਲਕੁਲ ਜੀ ਉਹ ਵਾਤਾਵਰਨ ਕੀ ਉੱਥੇ ਆ ਉਹਦੀ ਸਿਰਜਣਾ ਕਿਵੇਂ ਕਰਦੇ ਹੋ ਮੇਰਾ ਇਕੱਲੇ ਦਾ ਨਹੀਂ ਵਾਤਾਵਰਨ ਜੀ ਜੋ ਸੁਣਾਵਾਂਗੇ ਨਾ ਸਾਰਿਆਂ ਨੂੰ ਲੱਗੇਗਾ ਵੀ ਹਰੇਕ ਨਾਲ ਉਹ ਕੁਝ ਹੀ ਹੁੰਦਾ ਵੀ ਜੇ ਤੇ ਤੁਹਾਡੇ ਉਹ ਜਿਹੜੇ ਬੈਗ ਨੇ ਉਹਦੇ ਵਿੱਚ ਸਾਰੇ ਰਿਸ਼ਤੇਦਾਰਾਂ ਲਈ ਸੱਜਣਾ ਮਿੱਤਰਾਂ ਲਈ ਕੁਝ ਨਾ ਕੁਝ ਹੈ ਆ ਤੇ ਫਿਰ ਸੱਜਣ ਮਿੱਤਰ ਤੇ ਰਿਸ਼ਤੇਦਾਰ ਵੀ ਹੈ ਆ ਜੇ ਉਹਦੇ ਵਿੱਚ ਤੁਸੀਂ ਉਹਨਾਂ ਲਈ ਕੁਝ ਲੈ ਕੇ ਨਹੀਂ ਜਾਂਦੇ ਉਹ ਵੀ ਉਸੇ ਹਿਸਾਬ ਨਾਲ ਹੋ ਜਾਂਦਾ ਇੱਕ ਮੈਨੂੰ ਹੋਰ ਬੜੀ ਦਿੱਕਤ ਆ ਇਹ ਆਪਾਂ ਕਿਸੇ ਦਿਨ ਬਾਅਦ ਚ ਡਿਸਕਸ ਕਰਾਂਗੇ ਨਹੀਂ ਕੀ ਲੈ ਕੇ ਨਹੀਂ ਜਾਂਦੇ ਮੰਨ ਲਓ ਕਿਸੇ ਤੁਸੀਂ ਕੱਪੜੇ ਲੈ ਕੇ ਜਾਂਦੇ ਆ ਕੱਪੜੇ ਲੈ ਕੇ ਕਿਸੇ ਲਈ ਜੁੱਤੇ ਤੁਸੀਂ ਅੰਦਾਜ਼ੇ ਨਾਲ ਲੈ ਜਾਂਦੇ ਵੀ ਇਦਾਂ ਦਾ ਹੋਣਾ ਬੰਦਾ ਜਾਂਦਿਆਂ ਨੂੰ ਉਹਦਾ ਕੱਦ ਕਾਠ ਹੀ ਵਧਿਆ ਹੁੰਦਾ ਨਹੀਂ ਉਹ ਨਾ ਵੀ ਨਹੀਂ ਆਉਂਦਾ ਤੇ ਫਿਰ ਨੱਕ ਬਲ ਵੱਟਦਾ ਉਹ ਵੇਖੋ ਸਭ ਤੋਂ ਵੱਡੀ ਗੱਲ ਹੈ ਵੀ ਜੇ ਤੁਸੀਂ ਨਹੀਂ ਨਾ ਲੈ ਕੇ ਜਾਂਦੇ ਤਾਂ ਘੱਟੋ ਘੱਟ ਉਹਨਾਂ ਵਾਸਤੇ ਕੁਛ ਨਾ ਕੁਛ ਮਾਈਕ ਜਾਂ ਕਿਸੇ ਤਰੀਕੇ ਦੀ ਕਿਉਂਕਿ ਉਹਨਾਂ ਨੂੰ ਇਹ ਐਂ ਲੱਗਦਾ ਵੀ ਆਪਾਂ ਇੱਥੇ ਜੋ ਕਮਾਉਂਦੇ ਆ ਨਾ ਉਹ ਬੜਾ ਖੁੱਲਾ ਆ ਠੀਕ ਹੈ ਤੇ ਜੋ ਉੱਥੇ ਕਮਾਉਂਦੇ ਆ ਨਾ ਉਹ ਤੇ ਮੰਨ ਲਓ ਵੀ ਪੱਥਰ ਤੋੜ ਕੇ ਕਮਾਉਂਦੇ ਆ ਠੀਕ ਤੇ ਬੇਸਿਕਲੀ ਉਹਨਾਂ ਨੂੰ ਇਹ ਨਹੀਂ ਪਤਾ ਵੀ ਇੱਧਰ ਕਮਾਈਆਂ ਉੱਧਰ ਨਾਲੋਂ ਔਖੀਆਂ ਆ ਸਿਆਣੇ ਕਹਿੰਦੇ ਕਿ ਆਪਣੇ ਮਕਾਮ ਭੇਡ ਵੀ ਸੁਲਤਾਨ ਕਿਉਂਕਿ ਦੇਸ਼ ਆਪਣਾ ਬੋਲੀ ਆਪਣੀ ਭਾਸ਼ਾ ਆਪਣੀ ਧਰਤੀ ਆਪਣੀ ਵਾਤਾਵਰਨ ਆਪਣਾ ਸਭ ਕੁਝ ਇੱਥੇ ਆ ਕੇ ਜਿਹੜਾ ਵਿਚਾਰਾ ਸਾਰਾ ਕੁਝ ਹੀ ਬਦਲਦਾ ਉਹਦੀ ਕਮਾਈ ਤੇ ਤੁਸੀਂ ਆਸ ਰੱਖਦੇ ਤੇ ਜਿੱਥੇ ਤੁਸੀਂ ਆਪ ਬੈਠੇ ਜੀ ਉਹਦੀ ਆਪਣੇ ਤੇ ਕਿਉਂ ਨਾ ਆਸ ਰੱਖੋ ਇਸ ਕਰਕੇ ਚੰਦ ਲਾਈਨਾਂ ਜੀ ਕਿ ਮਾਰ ਕੇ ਆਏ ਪੰਜਾਬ ਦਾ ਗੇੜਾ ਤੇ ਵੇਖਿਆ ਆਪਣਾ ਪਿੰਡ ਘਰ ਵਿਹੜਾ ਵੈਰੀ ਗੁੱਡ ਤਿੰਨੇ ਚੀਜ਼ਾਂ ਜਾਂ ਸ਼ਹਿਰ ਘਰ ਵਿਹੜਾ ਲਾ ਲਓ ਤਿੰਨੇ ਚੀਜ਼ਾਂ ਪੱਕੀਆਂ ਗਲੀਆਂ ਹੁਣ ਵੇਖੋ ਤਰੱਕੀ ਕਿੰਨੀ ਹੋਈ ਤੁਸੀਂ ਕਹਿੰਦੇ ਜੀ ਪੰਜਾਬ ਨੇ ਤਰੱਕੀ ਨਹੀਂ ਕੀਤੀ ਬਹੁਤ ਤਰੱਕੀ ਕੀਤੀ ਹੈ ਸਫਾਈ ਵੀ ਹੈਗੀ ਸਭ ਕੁਝ ਹੈਗਾ ਪੱਕੀਆਂ ਗਲੀਆਂ ਤੇ ਸਭ ਘਰ ਪੱਕੇ ਪਰ ਸਭ ਚਿਹਰੇ ਰੁਝੇਵਿਆਂ 'ਚ ਥੱਕੇ ਰੁਝੇਵਿਆਂ 'ਚ ਥੱਕੇ ਪਰ ਸਭ ਚਿਹਰੇ ਰੁਝੇਵਿਆਂ 'ਚ ਥੱਕੇ ਉੱਪਰੋਂ ਹੱਸਦੇ ਅੰਦਰੋਂ ਅੱਕੇ ਉੱਪਰੋਂ ਹੱਸਦੇ ਅੰਦਰੋਂ ਅੱਕੇ ਤੇ ਕਾਹਲੀ ਵਿੱਚ ਹੁੰਦਾ ਮਿਲਦਾ ਜਿਹੜਾ ਤੇ ਮਾਰ ਕੇ ਆਏ ਪੰਜਾਬ ਦਾ ਗੇੜਾ ਵੇਖਿਆ ਆਪਣਾ ਪਿੰਡ ਘਰ ਕਾਲੀ ਹਰ ਇੱਕ ਬੰਦੇ ਨੂੰ ਪਈ ਹੋਈ ਆ ਉੱਥੇ ਹਰ ਬੰਦਾ ਕਾਲਾ ਜੀ ਸਾਡੇ ਨੂੰ ਵੀ ਕਾਲੇ ਨਹੀਂ ਇੱਥੇ ਵੀ ਤਾਂ ਕਾਲੀ ਆ ਹਰ ਇੱਕ ਬੰਦੇ ਨੂੰ ਟਾਈਮ ਕਿੱਥੇ ਅੱਛਾ ਜੀ ਚੱਲਦੇ ਆ ਫੋਨ ਤੁਸੀਂ ਕਰਦੇ ਹੋ ਨਾ ਜੀ ਕਿਸੇ ਨਾਲ ਕਿਸੇ ਵੀ ਜਾਣਕਾਰ ਜਿਹੜਾ ਬੰਦਾ ਤੁਹਾਨੂੰ ਅੱਜ ਤੋਂ 10-20 ਸਾਲ ਪਹਿਲਾਂ ਜਾਣਦਾ ਸੀਗਾ ਕਿਤੇ ਫੋਨ ਉਹਦਾ ਆ ਜਾਵੇ ਜੇ ਤੁਹਾਨੂੰ ਕਰਨਾ ਪੈਂਦਾ 2 ਮਿੰਟਾਂ ਬਾਅਦ ਹੀ ਕਹਿੰਦੇ ਅਸੀਂ ਹੋਰ ਫੇ ਉਹ ਹੋਰ ਫੇ ਦਾ ਮਤਲਬ ਤਾਂ ਗੱਲ ਖਤਮ ਕਰੋ ਜਾਂ ਆਪ ਹੀ ਕਹਿੰਦੇ ਚੰਗਾ ਫਿਰ ਆਪਾਂ ਬਾਕੀ ਗੱਲ ਫੇਰ ਕਰਾਂਗੇ ਜਾਂ ਸਭ ਤੋਂ ਵੱਡੀ ਗੱਲ ਹੁੰਦੀ ਫਿਰ ਚਾਹ ਪੀਗੀ ਜੀ ਉਹ ਸਾਡੇ ਬਜ਼ੁਰਗ ਗੱਲ ਸੁਣਾਉਂਦੇ ਹੁੰਦੇ ਵੀ ਜਦੋਂ ਗੈਸਟ ਨਹੀਂ ਨਾ ਤੁਰਦਾ ਉਹਨੂੰ ਪੁੱਛੋ ਫਿਰ ਭਾਈ ਫਿਰ ਚਾਹ ਧਰਾ ਲਈਏ ਵੀ ਜੇ ਤੂੰ ਰੁਕਣਾ ਤੇ ਚਾਹ ਧਰਾ ਲਈਏ ਵੀ ਜਦੋਂ ਜਾਣਾ ਵੀ ਭਾਈ ਤੁਰਦਾ ਬਣ ਅਗਲਾ ਕਹਿ ਜਾਂਦਾ ਨਹੀਂ ਚਾਹ ਤੇ ਮੈਂ ਪੀ ਕੇ ਆ ਚੰਗਾ ਚੱਲ ਫਿਰ ਚੰਗਾ ਸਤਿ ਸ਼੍ਰੀ ਅਕਾਲ ਮੈਨੂੰ ਤਾਂ ਆਪ ਕੋਈ ਕੰਮ ਸੀ ਹੁਣ ਵੇਖੋ ਜੀ ਮਹਿੰਗੀਆਂ ਚੀਜ਼ਾਂ ਤੇ ਵੱਧ ਗਈਆਂ ਮਹਿੰਗਾਈਆਂ ਹਰ ਚੀਜ਼ ਮਹਿੰਗੀ ਹੋ ਗਈ ਹੈ ਜੀ ਹਰ ਇੱਕ ਨੇ ਉੱਥੇ ਕੀਮਤਾਂ ਵਧਾਈਆਂ ਹਰ ਬੰਦਾ ਕਹਿੰਦਾ ਜੀ ਮੇਰਾ ਸਮਾਂ ਕੀਮਤੀ ਆ ਉਹ ਕਹਿੰਦਾ ਜੀ ਮੇਰਾ ਕੰਮ ਆ ਜੇ ਆ ਉਹ ਆ ਕਿਉਂਕਿ ਹੁਣ ਉੱਥੇ ਵੀ ਲੋਕੀ ਬਿਜੀ ਬੜੇ ਹੋ ਗਏ ਆ ਕੀ ਕਰਿਆਨਾ ਜਿਹੜਾ ਖਾਣ ਪੀਣ ਦਾ ਸਮਾਨ ਹੁੰਦਾ ਗਰੋਸਰੀ ਜਿਹਨੂੰ ਕਹਿੰਦੇ ਹਾਂਜੀ ਕਟਿੰਗ ਵਾਲੇ ਸਾਰੇ
ਕੀ ਕਰਿਆਨਾ ਨਾਈਆਂ ਹਲਵਾਈਆਂ, ਪਤਾ ਨਾ ਲੱਗੇ ਉੱਥੇ ਸੌਖਾ ਕਿਹੜਾ। ਅਸੀਂ ਤੇ ਇੱਥੇ ਕਹਿੰਦੇ ਆ ਨਾ, ਪਤਾ ਨਾ ਲੱਗੇ ਉੱਥੇ ਸੌਖਾ ਕਿਹੜਾ, ਮਾਰ ਕੇ ਆਏ ਪੰਜਾਬ ਦਾ ਗੇੜਾ, ਵੇਖਿਆ ਆਪਣਾ ਪਿੰਡ ਘਰ ਵੇੜਾ। ਹੁਣ ਵੇਖੋ ਜੀ, 2 ਬੰਦਿਆਂ ਕੋਲ ਟਾਈਮ ਸੀ ਖੁੱਲਾ। 2 ਬੰਦਿਆਂ ਕੋਲ, ਉਹ ਬੰਦੇ ਹੈ ਕਿਹੜੇ ਨੇ? 2 ਬੰਦਿਆਂ, ਹਾਂ 2 ਬੰਦਿਆਂ ਕੋਲ ਟਾਈਮ ਸੀ ਖੁੱਲਾ, ਬਾਪੂ ਬੇਬੇ ਨੂੰ ਸਭ ਕੁਝ ਭੁੱਲਾ। ਉਹਨਾਂ ਨੂੰ ਇਹ ਹੁੰਦਾ ਵੀ ਤੁਸੀਂ ਆ ਗਏ ਜੇ ਬਹੁਤ ਆ, ਜਿਨ੍ਹਾਂ ਦੇ ਉਧਰ ਆ। ਈਵਨ ਤੋਂ ਜਿਹੜੇ ਇਧਰੋਂ ਵੀ ਤੁਸੀਂ ਨਾਲ ਲੈ ਕੇ ਜਾਏ ਉਹਨਾਂ ਨੂੰ ਭੁੱਲ ਜਾਂਦਾ। ਤੁਸੀਂ ਬਾਪੂ ਲਈ ਜਾਂ ਬੇਬੇ ਲਈ ਇਥੋਂ ਕੁਝ ਲੈ ਕੇ ਜਾਓ, ਮੰਨ ਲਓ ਕੱਪੜਾ ਲੀੜਾ ਲੈ ਜਾਂਦੇ ਆ, ਉਹ ਕਹਿੰਦੇ ਪੁੱਤ ਇਹਦੀ ਕੀ ਲੋੜ ਸੀ, ਤੂੰ ਆ ਗਿਆ ਇੰਨਾ ਹੀ ਬਹੁਤ, ਚਾਹ ਚੜ ਗਿਆ ਸਾਨੂੰ ਤਾਂ। ਤੇ ਸੇਮ ਚੀਜ਼ ਕਿਤੇ ਆਪਣੇ ਭਾਈਏ ਲਈ, ਜੀਜੇ ਲਈ ਜਾਂ ਕਿਸੇ ਸਾਲੇ ਲਈ ਨਾ ਲੈ ਕੇ ਜਾਓ, ਤੇ ਉਹਨੂੰ ਇਹ ਹੁੰਦਾ ਵੀ ਇਹ ਭਾਈਆ ਪਹਿਲੇ 10 ਮਿੰਟਾਂ 'ਚ ਤੁਹਾਨੂੰ ਉਹਨਾਂ ਦਾ ਪਤਾ ਲੱਗ ਜਾਣਾ। ਹਾਂ, ਉਹਨੂੰ ਇਹ ਹੁੰਦਾ ਵੀ ਭਾਈਏ ਦਾ ਜਹਾਜ਼ ਨਾ ਵੀ ਆਉਂਦਾ ਕੋਈ ਗੱਲ ਨਹੀਂ, ਐਡੀ ਨੇਰੀ ਲੈਣ ਕੀ ਆਇਆ ਇੱਥੇ। ਹੁਣ ਵੇਖੋ ਜੀ, 2 ਬੰਦਿਆਂ ਕੋਲ ਟਾਈਮ ਸੀ ਖੁੱਲਾ, ਬਾਪੂ ਬੇਬੇ ਨੂੰ ਸਭ ਕੁਝ ਭੁੱਲਾ। ਕਦੀ ਗੱਲਾਂ, ਕਦੀ ਉਹ ਤੁਹਾਨੂੰ ਗੱਲਾਂ ਕਰਦੇ ਮਿੱਠੇ ਮਿੱਠੇ, ਕਦੀ ਤਾਲਣ ਚੁੱਲਾ। ਉਹਨਾਂ ਨੂੰ ਪੁੱਤ ਕੀ ਖਾਣਾ, ਪੁੱਤ ਆਹ ਚੀਜ਼ ਬਣਾਈਏ ਤੂੰ ਖਾਣਾ ਨਾ। ਵੇਖੋ ਪੁੱਤ 60 ਸਾਲ ਦਾ ਹੋ ਜੇ, ਪੁੱਤ 50 ਦਾ ਹੋ ਜੇ, ਪੁੱਤ 40 ਦਾ, ਮਾਂ ਨੂੰ ਪਤਾ ਹੁੰਦਾ ਕੀ ਖਾਂਦਾ। ਬਿਲਕੁਲ। ਕਦੀ ਗੱਲਾਂ, ਕਦੀ ਤਾਲਣ ਚੁੱਲਾ, ਤੇ ਚਾਹ ਵਿੱਚ ਉਹਨਾਂ ਦੇ ਚਾਹ ਦਿਲ ਵਿੱਚ, ਚਿਹਰੇ ਤੇ ਖੇੜਾ, ਤੇ ਮਾਰ ਕੇ ਆਏ ਪੰਜਾਬ ਦਾ ਗੇੜਾ, ਵੇਖਿਆ ਆਪਣਾ ਪਿੰਡ ਘਰ ਵੇੜਾ। ਹੁਣ ਵੇਖੋ ਜੀ, ਹਰ ਬੰਦਾ ਇੱਕੋ ਜਿਹਾ ਨਹੀਂ ਹੁੰਦਾ। ਕੁਝ ਯਾਰਾਂ ਨੂੰ ਬੜਾ ਹੀ ਚਾਅ ਕੀਤਾ, ਕੁਝ ਯਾਰਾਂ ਨੇ ਬੜਾ ਹੀ ਚਾਅ ਕੀਤਾ, ਕਈਆਂ ਨੇ ਫੋਕੀ ਚਾਹ ਤੇ ਗੱਲਾਂ ਦਾ ਕੜਾਹ ਕੀਤਾ। ਗੱਲਾਂ ਦਾ ਕੜਾਹ ਹੁੰਦਾ ਵੀ ਗੱਲੀ ਬਾਤੀ ਤੋੜ ਦੇਣਾ, ਵੀ ਤੂੰ ਵੀ ਕੁਝ ਲੈ ਕੇ ਨਹੀਂ ਆਇਆ ਤੇ ਚੱਲ ਤੂੰ ਵੀ ਤੁਰਿਆ ਚੱਲ। ਕੁਝ ਯਾਰਾਂ ਨੇ ਬੜਾ ਚਾਅ ਕੀਤਾ, ਕਈਆਂ ਨੇ ਫੋਕੀ ਚਾਹ ਗੱਲੀ ਕੜਾਹ ਕੀਤਾ, ਤੇ ਰਿਸ਼ਤੇਦਾਰਾਂ ਨੇ ਵੀ ਤੋਲ ਭਾ ਕੀਤਾ। ਜਾਂ ਕਿਵੇਂ ਆਇਆ, ਕਿੱਦਣ ਜਾਣਾ ਸੀ, ਕੁਝ ਲਿਆ ਕਿ ਨਹੀਂ। ਇੱਕ ਗੱਲ ਮੈਨੂੰ ਤੁਹਾਡੀ ਗੱਲ ਦੇ ਨਾਲ ਜੋੜ ਕੇ ਕਰਨੀ ਚਾਹੁੰਦੇ। ਜਦੋਂ ਅਸੀਂ ਲੋਕ ਜਾਂਦੇ ਹਾਂ ਨਾ ਜੀ ਇੱਥੇ ਆਪਣੇ ਬੈਕ ਹੋਮ ਇੰਡੀਆ ਜਾਂਦੇ ਹਾਂ, ਬੜਾ ਚਾਅ ਹੁੰਦਾ ਕਹਿ ਲਓ, ਤੇ ਕਈ ਕੁਝ ਸੋਚ ਕੇ ਜਾਈਦਾ, ਵਿਉਂਤਾਂ ਬਣਾ ਕੇ ਜਾਈਦੇ ਆ, ਐਤਕੀ ਫਲਾਣੇ ਰਿਸ਼ਤੇਦਾਰ ਨੂੰ ਮਿਲਣਾ, ਉਹਨਾਂ ਦੇ ਧੀ ਪੁੱਤਰ ਦਾ ਵਿਆਹ ਵਾ, ਐਤਕੀ ਫਲਾਣੇ ਦੋਸਤ ਨੂੰ ਮਿਲਣਾ ਵਾ, ਉਹਨਾਂ ਦੇ ਘਰ ਨਵਾਂ ਬਣਾਇਆ ਵਾ, ਅਸੀਂ ਉਹਨੂੰ ਜਾ ਕੇ ਵਧਾਈਆਂ ਦੇ ਕੇ ਆਵਾਂਗੇ। ਜਾਂ ਕਈ ਵਾਰੀ ਇੱਦਾਂ ਵੀ ਹੁੰਦਾ ਵੀ ਅਫਸੋਸ ਕਰਨ ਵੀ ਜਾਣਾ ਪੈਂਦਾ। ਬਹੁਤ ਸਾਰੇ ਤੁਹਾਡੇ ਪੁਰਾਣੇ ਜਿਹੜੇ ਹਮ ਉਮਰ ਦੇ ਬੰਦੇ ਆ, ਉਹ ਤੋੜ ਵਿਛੋੜਾ ਕਰ ਗਏ ਹੁੰਦੇ ਆ, ਉਹਨਾਂ ਨੂੰ ਵੀ, ਉਹਨਾਂ ਦੇ ਪਰਿਵਾਰ ਨਾਲ ਵੀ ਥੋੜਾ ਜਿਹਾ ਸੰਵੇਦਨਾ ਪ੍ਰਗਟ ਕਰਨ ਲਈ ਜਾਣਾ ਹੁੰਦਾ। ਪਰ ਇੱਕ ਗੱਲ ਤੁਸੀਂ ਨੋਟ ਕੀਤੀ ਜੀ ਬੱਲ ਸਾਹਿਬ, ਬਹੁਤੇ ਲੋਕੀ ਪੁੱਛਦੇ ਕਦੋਂ ਆਏ ਸੀ, ਉਹਨੂੰ ਦੱਸੀਦਾ ਜੀ ਪਰਸੋਂ ਆਏ ਸੀ। ਅੱਛਾ ਕਿੱਦਣ ਜਾਣਾ ਕਿੱਦਣ। ਇਹਦੇ ਪਿੱਛੇ ਕੀ ਭਾਵਨਾ, ਇਹ ਵੀ ਤੁਹਾਨੂੰ ਦੱਸਦੇ ਆ ਨਾ ਜੀ। ਹੁਣ ਅਗਲੇ ਪੈਰਾ ਇਸੇ ਤੇ ਆਉਣਾ ਜੀ। ਹੁਣ ਵੇਖੋ ਜੀ, ਰਿਸ਼ਤੇਦਾਰਾਂ ਨੇ ਵੀ ਆਪੋ ਆਪਣਾ ਭਾ ਕੀਤਾ, ਪਰ ਔਖਾ ਕਰਨਾ ਸਭ ਨਾਲ ਨਿਬੇੜਾ। ਜਿਵੇਂ ਤੁਸੀਂ ਗੱਲ ਦੱਸੀ ਵੀ ਮੁੰਡਾ ਜਵਾਨ ਹੋ ਗਿਆ, ਕੱਪੜੇ ਖੜੇ ਜੀ, ਹੁਣ ਸਾਰਿਆਂ ਨਾਲ ਨਿਬੇੜਾ ਕਿੱਥੋਂ ਕਰ ਲਓਗੇ। ਇੱਥੋਂ ਤੁਸੀਂ ਮੰਨ ਲਓ 2 ਹੀ ਸਾਲ ਹੀ ਜਾਂਦੇ ਜੀ, ਜਾਂ 3 ਹੀ ਸਾਲ ਹੀ ਜਾਂਦੇ ਜੀ, 3 ਸਾਲਾਂ 'ਚ ਬੜਾ ਕੁਝ ਬਦਲ ਜਾਂਦਾ ਉੱਥੇ। ਤੇ ਔਖਾ ਕਰਨਾ ਸਭ ਨਾਲ ਨਿਬੇੜਾ, ਤੇ ਮਾਰ ਕੇ ਆਏ ਪੰਜਾਬ ਦਾ ਗੇੜਾ। ਹੁਣ ਵੇਖੋ ਜੀ, ਅੱਗੋਂ ਤੁਹਾਡੇ ਵਾਲੀ ਗੱਲ ਆ ਗਈ, ਹਰ ਇੱਕ ਦੀਆਂ 2 ਹੀ ਗੱਲਾਂ, ਕਿੱਦਣ ਆਇਆ ਹਾਂ ਤੇ ਕਿੱਦਣ ਚੱਲਾਂ। ਕੀ ਬਾਤ, ਉਹੀ ਗੱਲ ਹੋਈ ਨਾ ਜੀ। ਇਹ ਗੱਲ ਵੈਸੇ ਕਈ ਵਾਰੀ ਚੰਗੀ ਲੱਗਦੀ ਹੁੰਦੀ ਆ ਵੀ ਅਗਲੇ ਸਾਡੇ ਬਾਰੇ ਫਿਕਰ ਕਰਦੇ ਆ ਵੀ ਬਹੁਤਾ ਸਮਾਂ ਦੇ ਨਾਲ ਕੋਈ ਹੈ ਨਹੀਂ, ਚਲੋ 4 ਦਿਨ ਹੈਗੇ, ਚਲੋ ਹੱਸ ਖੇਡ ਕੇ ਉੱਠ ਬੈਠ ਕੇ ਗੁਜ਼ਾਰ ਲਾਂ। ਕਈ ਵਾਰ ਲੱਗਦਾ ਯਾਰ ਸਾਨੂੰ ਆਏ ਨੂੰ ਦੇਖ ਕੇ ਖੁਸ਼ ਨਹੀਂ ਸ਼ਾਇਦ। ਉਹ ਵੀ ਤੁਹਾਨੂੰ ਗੱਲ ਸੁਣਾਉਣੇ, ਮੈਂ ਪਹਿਰਾ ਪੂਰਾ ਕਰ ਲਾਂ। ਹਰ ਇੱਕ ਦੀਆਂ 2 ਹੀ ਗੱਲਾਂ, ਕਿੱਦਣ ਆਇਆ ਕਿੱਦਣ ਚੱਲਾਂ, ਹਰ ਕੋਈ ਦੇਖੇ ਆਪਣਾ ਪੱਲਾ, ਤੇ ਬੱਲ ਨੂੰ ਸਾਫ਼ ਦਿਸਣ ਤਰੇੜਾਂ, ਤੇ ਵੇਖਿਆ ਆਪਣਾ ਪਿੰਡ ਘਰ ਵੇੜਾ ਸਾਫ਼ ਤਰੇੜਾਂ। ਬਿਲਕੁਲ ਠੀਕ ਹੈ, ਮਾਰ ਕੇ ਆਏ ਪੰਜਾਬ ਦਾ ਗੇੜਾ। ਉਹ ਤੁਸੀਂ ਗੱਲ ਕੀਤੀ ਨਾ, ਤੇ ਟਾਈਮ ਹੈਗਾ ਤੁਹਾਡੇ ਕੋਲ, 1 ਮਿੰਟ ਮੈਂ ਖਾਲੀ ਗੱਲ ਸੁਣਾ ਦਿਆਂ। ਹਾਂਜੀ। ਉਹ ਕਿਤੇ ਕੋਈ ਮੀਰਜ਼ਾਦਾ ਸੀ, ਤੇ ਉਹਨਾਂ ਦਾ ਨਾ ਕੁੜੀ ਵਿਆਹੀ, ਜਿਹਦੇ ਤੇ ਪ੍ਰਾਹੁਣਾ ਆ ਗਿਆ। ਇਹ ਮੀਰਜ਼ਾਦਾ ਬਹੁਤ ਦੇਰ ਬਾਅਦ ਆਇਆ। ਹਾਂਜੀ। ਮੈਂ ਕਿਹਾ ਲੋਕੀ ਇਹਨਾਂ ਨਾਲ ਕਹਿੰਦੇ ਵੀ ਖਰੇ ਵੀ ਮੀਰਜ਼ਾਦਾ ਹੀ ਆ। ਤੇ ਉਹ ਕਹਿੰਦੇ ਕਿ ਪ੍ਰਾਹੁਣਾ ਉਹਨਾਂ ਕੁੜੀ ਵਿਆਹੀ ਤੇ ਪ੍ਰਾਹੁਣਾ ਆ ਗਿਆ। ਇੱਕ ਦਿਨ ਰਿਹਾ, ਉਹਨਾਂ ਸੇਵਾ ਸੁਵਾ ਕੀਤੀ, ਕੁੱਕੜ ਸੀਗਾ ਘਰ, 2-3 ਕੁੱਕੜ ਸੀਗੇ, ਇੱਕ ਕੁੱਕੜ ਵੱਢ ਲਿਆ, ਬਣਾਇਆ ਚੰਗੀ ਸੇਵਾ ਸੁਵਾ ਕੀਤੀ, ਕੜਾਹ ਪ੍ਰਸ਼ਾਦ ਸਭ ਚੀਜ਼ਾਂ ਬਣਾ ਕੇ ਪ੍ਰਾਹੁਣੇ ਨੂੰ ਖਵਾਈਆਂ। ਪ੍ਰਾਹੁਣਾ ਉਹਨੇ ਸੋਚਿਆ ਵੀ ਸੇਵਾ ਵਧੀਆ ਹੋ ਰਹੀ ਹੈ, ਚਲੋ ਨਾਲੇ ਸਹੁਰੇ ਆਏ ਆ। ਉਹ ਦੂਜੇ ਦਿਨ ਰਹਿ ਗਿਆ। ਉਹਨਾਂ ਦੂਜੇ ਦਿਨ ਵੀ ਔਖਾ ਸੌਖਾ ਹੋ ਕੇ ਇੱਕ ਟਾਈਮ ਕੁੱਕੜ ਜੇ ਉਹ, ਤੇ ਸ਼ਾਮ ਦੇ ਟਾਈਮ ਦਾਲ ਛਾਲ ਜੋ ਵੀ ਸਬਜ਼ੀ ਸੁਬਜ਼ੀ ਬਣਾ ਲਈ। ਵੀ ਉਦੋਂ ਪਹਿਲੇ ਦਿਨ 2ਵੇਂ ਟਾਈਮ ਕੁੱਕੜ ਚੱਲਿਆ। ਉਹਨੇ ਕਿਹਾ ਵੀ ਠੀਕ ਹੈ, ਵਧੀਆ ਸੈੱਟ ਆ ਕੰਮ। ਉਹ ਤੀਜੇ ਦਿਨ ਵੀ ਟਿਕ ਗਿਆ। ਤੇ ਹੁਣ ਤੁਹਾਨੂੰ ਪਤਾ ਮੀਰਜ਼ਾਦੇ ਹੁੰਦੇ ਆ, ਤੇ ਉਹ ਮਰਾਸੀ ਕਹਿੰਦੀ ਮਰਾਸੀ ਨੂੰ ਵੀ ਹਾਂ ਵੀ ਅੱਜ ਇਹ ਪ੍ਰਾਹੁਣਾ ਆਪਣਾ ਚਾਹ ਵਾਲੀ ਗੱਲ ਹੈ, ਜਵਾਈ ਭਾਈ ਬੈਠਾ ਏ, ਤੇ ਕੀ ਬਣਾਉਣਾ ਅੱਜ ਫਿਰ। ਉਹ ਮਰਾਸੀ ਕਹਿੰਦਾ ਵੀ
ਕੁੱਕੜ ਤੇ ਮੋਗੇ ਹੁਣ ਮੈਨੂੰ ਵੱਢ ਲਓ। ਪ੍ਰਾਹੁਣੇ ਨੂੰ ਪਤਾ ਲੱਗ ਗਿਆ ਵੀ ਅੱਗੋਂ ਮੀਰਜ਼ਾਦਾ ਦਾ ਜਵਾਈ ਕਹਿੰਦਾ ਨਹੀਂ ਵੱਢ ਵਢਾਈ ਵਾਲਾ ਕੰਮ ਕੀ ਕਰਨਾ, ਮਹਾਰਾਜ ਨੇ ਲੱਤਾਂ ਦਿੱਤੀਆਂ, ਮੈਂ ਤੁਰਨ ਲੱਗਾ, ਮੈਂ ਵਾਪਸ ਚੱਲਣਾ, ਮੈਂ ਮੁੜ ਜਾਣਾ ਆਵੇ। ਤੇ ਇਹ ਹਿਸਾਬ ਉਹ ਵੀ ਕਈ ਵਾਰ ਸੋਚਦੇ ਨੇ ਜਦੋਂ ਅਸੀਂ ਜਾਂਦੇ ਨਾ ਉਹਨਾਂ ਕੋਲੋਂ, ਉਹਨਾਂ ਨੂੰ ਇਹ ਹੁੰਦਾ ਵੀ ਇਹ ਬਹੁਤੇ ਦਿਨ ਰਹੇ ਤੇ ਹੋ ਸਕਦਾ ਮੇਰੇ ਕੋਲ। ਦੇਖੋ ਜੀ, ਪ੍ਰਾਹੁਣਚਾਰੀ ਇੱਕ ਦਿਹਾੜੀ ਡੰਗ ਦੀ ਹੁੰਦੀ ਹੈ, ਤੁਸੀਂ ਹੁਣ ਜਾ ਕੇ ਛਾਉਣੀ ਪਾ ਲਓ ਤੇ ਫਿਰ ਅਗਲਾ ਕਿੰਨਾ ਕੁ ਚਿਰ ਪ੍ਰਾਹੁਣਚਾਰੀ ਕਰੇ ਤੁਹਾਡੀ, ਇਹ ਵੀ ਤਾਂ ਫਰਕ ਪੈਂਦਾ ਨਾ। ਹਾਂਜੀ, ਉਹ ਵੀ ਇਹ ਸੋਚਦੇ ਆ। ਹੁਣ ਤੁਸੀਂ ਇੱਥੇ ਗਿੱਝੇ ਹੋਏ ਰੋਜ਼ ਨੌਨ ਵੈਜ ਖਾਣਾ, ਉੱਥੇ ਜਾ ਕੇ ਤੁਸੀਂ ਨੌਨ ਵੈਜ ਹੀ ਭਾਲ ਲਓ ਅਗਲੇ ਤੇ ਘਰੋਂ, ਤੇ ਉਹਦਾ ਕੁੰਡਾ ਕਰਨ ਵਾਲੀ ਗੱਲ। ਤੁਸੀਂ 4 ਜੋ ਅਸੀਂ ਕੱਪੜੇ ਲੈ ਗਏ ਹੋਣਗੇ ਵੱਧ ਤੋਂ ਹੋਰ, ਤੁਸੀਂ ਉਹਨੂੰ ਕੀ ਡਾਲਰ ਦੇ ਆਉਣਾ। ਨਹੀਂ ਨਾ ਵੀ ਤੁਸੀਂ ਕੁੱਕੜ ਉਹ ਕਈ ਉਹਨਾਂ ਨੂੰ ਬੰਦਾ ਉਹ ਯਾਰ ਲੱਤਾਂ ਆ ਗਿਆ ਕੁੱਕੜ ਦੀਆਂ ਲੱਤਾਂ, ਜੇ ਉਹ ਵੀ ਬੰਦਾ ਪੁੱਛੇ 1-2 ਦਿਨ ਹੀ ਤੁਹਾਨੂੰ ਕੁੱਕੜ ਦੀਆਂ ਖਵਾਉ, ਉਸ ਤੋਂ ਬਾਅਦ ਉਹਨੇ ਦੂਜੀਆਂ ਲੱਤਾਂ ਖਵਾਉਣੀਆਂ। ਬਿਲਕੁਲ। ਅੱਛਾ ਬਾਲਾ ਸਾਹਿਬ, ਇੱਕ ਬੜੀ ਹੋਰ ਇੰਪੋਰਟੈਂਟ ਮੈਂ ਗੱਲ ਕਰਨੀ ਚਾਹੁੰਦਾ ਜੀ। ਹਾਂਜੀ ਹਾਂਜੀ। ਉਹ ਵੈਸੇ ਤਾਂ ਉਂਝ ਫਿਲਮ ਨਾਲ ਜੁੜਦੀ ਗੱਲ ਜੀ ਹੈ, ਤੇ ਉੱਥੋਂ ਹੀ ਗੱਲ ਚੱਲਦੀ ਆ। ਤੁਸੀਂ ਫੇਸਬੁੱਕ ਤੇ ਵੀ ਉਹ ਸ਼ੇਅਰ ਕੀਤੀ ਆ ਗੱਲ। ਹਾਂਜੀ ਹਾਂਜੀ ਹਾਂਜੀ। ਛੱਲਾ ਮੁੜ ਕੇ ਨਹੀਂ ਆਇਆ। ਅੱਛਾ ਹਾਂਜੀ ਹਾਂਜੀ। ਇਹ ਮੈਨੂੰ ਲੱਗਦਾ ਕਿ ਉਹ ਫਿਲਮ ਦੀ ਕਹਾਣੀ ਜਿਹੜੀ ਆ ਉਹ ਅਸਲ 'ਚ ਸਾਡੇ ਸਾਰਿਆਂ ਨਾਲ ਹੀ ਮੇਲ ਖਾਂਦੀ ਸਾਡੀ ਜ਼ਿੰਦਗੀ ਨਾਲ। ਬਿਲਕੁਲ ਬਿਲਕੁਲ। ਠੀਕ ਹੈ ਜੀ। ਅਸੀਂ ਲੋਕ ਕਹਿ ਲਓ ਵੀ ਕਮਾਈਆਂ ਕਰਨ ਦੀ ਖਾਤਰ, ਘਰ ਦੇ ਗੁਜ਼ਾਰੇ ਚਲਾਉਣ ਦੀ ਖਾਤਰ, ਘਰ ਪਰਿਵਾਰ ਦੀ ਗ੍ਰਸਤੀ ਚਲਾਉਣ ਦੀ ਖਾਤਰ, ਜੀ ਜੀ, ਘਰ ਪਰਿਵਾਰ ਦੇ ਸਾਰੇ ਜੀਆਂ ਨਾਲੋਂ ਮੋਹ ਤੋੜ ਕੇ ਤੇ ਐਡੀ ਦੂਰ ਆ ਜਾਂਦੇ ਆ, ਇੱਥੇ ਆ ਕੇ ਘੁੰਮਣ ਘੇਰੀਆਂ 'ਚ ਫਸ ਜਾਂਦੇ ਆ। ਬਿਲਕੁਲ ਜੀ ਬਿਲਕੁਲ। ਠੀਕ ਹੈ ਜੀ। ਨਵੀਂ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰਦੇ ਆ, ਜਿਉ ਨਹੀਂ ਹੁੰਦੀ, ਅੱਧ ਵਿਚਾਲੇ ਲਟਕਦੇ ਹੈਗੇ ਆ। ਤੇ ਮੈਨੂੰ ਲੱਗਦਾ ਵੀ ਕਹਾਣੀ ਸਾਰੀ ਇਹ ਆ। ਬਿਲਕੁਲ ਜੀ। ਅਸਲ ਪਤਾ ਕੀ ਚੱਕਰ ਜੇ, ਅਸੀਂ ਕਹਿੰਦੇ ਕਿ ਛੱਲਾ ਮੁੜ ਕੇ ਨਹੀਂ ਆਇਆ। ਭਾਜੀ ਨੇ ਜਿਵੇਂ ਕਿਹਾ, ਮੈਂ ਫੇਸਬੁੱਕ ਤੇ ਵੀ ਅੱਜ ਗੱਲ ਰੱਖੀ, ਲੋਕਾਂ ਵਧੀਆ ਪਸੰਦ ਕੀਤੀ, ਤੁਹਾਡਾ ਧੰਨਵਾਦ। ਲੇਕਿਨ ਪ੍ਰੋਬਲਮ ਉਹੀ ਆ ਵੀ ਪਹਿਲਾਂ ਤਾਂ ਤੁਸੀਂ ਧੱਕ ਕੇ ਛੱਲੇ ਨੂੰ ਇੱਧਰ ਘਲਾਇਆ ਤੇ ਮੁੜ ਕੇ ਪੁੱਛਦੇ ਜੇ ਛੱਲਾ ਮੁੜ ਕੇ ਨਹੀਂ ਆਇਆ। ਹੁਣ ਵੇਖੋ ਜੀ, ਉਹਦੇ ਸਾਰੀ ਛੱਲੇ ਨੂੰ ਪੈ ਗਈਆਂ ਮਾਰਾਂ, ਮਹਿੰਗਾ ਘਰ ਤੇ ਮਹਿੰਗੀਆਂ ਕਾਰਾਂ। ਬਿਲਕੁਲ ਠੀਕ ਹੈ ਜੀ। ਵੇਖੋ ਇੰਸ਼ੋਰੈਂਸ ਦੋਵਾਂ ਦੀ, ਘਰ ਦੀ ਤੇ ਕਾਰ ਦੀ, ਦੋਵਾਂ ਦੀਆਂ ਇੰਸ਼ੋਰੈਂਸਾਂ, ਘਰ ਦੀਆਂ ਕਿਸ਼ਤਾਂ ਤੇ ਘਰ ਦਾ ਪ੍ਰੋਪਰਟੀ ਟੈਕਸ, ਤੇ ਫਿਰ ਉੱਤੋਂ ਕੰਮ ਦੀਆਂ ਮਾਰਾਂ, ਤੇ ਫਿਰ ਛੱਲੇ ਦੀਆਂ ਕਿੱਥੇ ਮੌਜ ਬਹਾਰ। ਫਿਰ ਵੇਖੋ ਜੀ, ਛੱਲਾ ਇੱਥੇ ਆ ਕੇ ਜੇ ਕਰੂ ਕੋਈ ਕੰਮ ਕਾਰ, ਤੇ ਜੇ ਉਹ ਕਰੂ ਡਾਲਿਆਂ ਨਾਲ ਪਿਆਰ, ਤੇ ਫਿਰ ਤਾਂ ਨਹੀਂ ਛੱਲਾ ਆਉਂਦਾ ਬਾਹਰ। ਹੁਣ ਅਸੀਂ ਇਹ ਚਾਹੁੰਦੇ ਹਾਂ ਜੀ ਵੀ ਬੰਦਾ ਇੱਧਰ ਆਇਆ, ਉਹ ਸਭ ਕੁਝ ਕਰਕੇ, ਸ਼ਾਇਦ ਇੱਧਰ ਕਿਤੇ ਪੈਸੇ ਆ ਉਹ ਇਕੱਠੇ ਕਰਕੇ ਲਿਆ ਕੇ ਤੇ ਉਧਰ ਸੈੱਟ ਹੋ ਜੇ। 2 ਚੀਜ਼ਾਂ ਤੇ ਲੋਕੋ ਭੁੱਲ ਜਾਓ। ਇੱਕ ਜ਼ਮਾਨਾ, ਮੈਂ ਅੱਗੇ ਵੀ ਵੀਰਾਂ ਨੂੰ ਕਹਿਣਾ ਹੁੰਦਾ ਕਿ 2000 ਤੋਂ ਪਹਿਲਾਂ ਜਿਹੜੇ ਲੋਕ ਇੱਧਰ ਆਏ ਸੀ ਨਾ ਸਨ, ਉਹਨਾਂ ਦੇ ਹਾਲਾਤ ਹੋਰ ਸੀ। ਬਿਲਕੁਲ। 2000 ਤੋਂ ਪਹਿਲਾਂ ਜਿਹੜੇ ਲੋਕ ਜਵਾਨ ਜਾਂ 40-45 ਸਾਲ ਦੀ ਉਮਰ ਦੇ ਹੋਣਗੇ, ਉਹਨਾਂ 'ਚ ਸਬਰ, ਸੰਤੋਖ ਤੇ ਹੋਰ ਚੀਜ਼ਾਂ ਦੀ ਬਹੁਤਾਤ ਸੀਗੀ। ਇੱਕ ਕਮੀ ਹੁੰਦੀ ਹੈ, ਇੱਕ ਬਹੁਤਾਤ ਹੁੰਦੀ, ਇੱਕ ਵੱਧ। ਉਹਨਾਂ ਵਿੱਚ ਇਹ ਸੀਗੀ, ਉਹਨਾਂ ਨੂੰ ਇਹ ਸੀ ਵੀ ਆਪਾਂ ਕਰਾਂਗੇ ਤੇ ਆਪਣੇ ਕਿਸੇ ਭੈਣ ਭਰਾ ਦਾ, ਕਿਸੇ ਦਾ ਉਹਦਾ, ਕਿਸੇ ਦਾ ਇਹਦਾ ਕਰਾਂਗੇ। ਹੁਣ ਪੈ ਗਈ ਆ 2000 ਤੋਂ ਬਾਅਦ ਆਪੋ ਧਾਪੀ। ਹਾਂਜੀ ਹਾਂਜੀ ਬਿਲਕੁਲ। ਸਿਆਣਿਆਂ ਦੇ ਜਿਹੜੀ ਧਰਤੀ ਜਾਵੇ ਸੰਤਾਪੀ, ਉੱਥੇ ਪੈਂਦੀ ਆਪੋ ਧਾਪੀ। ਇਹ ਸਮਝੋ ਵੀ ਅਸੀਂ ਧਰਤੀ ਉਹੀ ਰਹੀ ਆ, ਪੈਸੇ ਉਹੀ ਰਹੇ ਆ, ਇਨਸਾਨ ਉਹੀ ਰਹੇ ਆ, ਬਲਕਿ ਅਸੀਂ ਸੰਤਾਪੇ ਗਏ ਆ। ਹਰ ਬੰਦਾ ਇਹ ਚਾਹੁੰਦਾ ਵੀ ਮੈਂ ਇੱਧਰ ਆ ਕੇ ਘਰ ਲੈ ਲਾਂ, ਕਾਰਾਂ ਲੈ ਲਾਂ, ਸਭ ਕੁਝ ਕਰ ਲਾਂ, ਹਰ ਚੀਜ਼ ਮੇਰਾ ਕਾਰੋਬਾਰ ਸੈੱਟ ਹੋ ਜੇ। ਲੇਕਿਨ ਪਿਛਲਾ ਪਾਸਾ ਜਿਹੜਾ ਆ ਉਹ ਛੁੱਟਦਾ ਇਸੇ ਕਰਕੇ ਹੀ ਆ ਕਿਉਂਕਿ ਸਾਡਾ ਉਧਰ ਮੋਹ ਨਹੀਂ ਰਹਿੰਦਾ। ਦੇਖੋ, ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਜੀ। ਬਹੁਤ ਸਾਰੇ ਇਹ ਪ੍ਰਵਾਸ ਤਾਂ ਸਦੀਆਂ ਤੋਂ ਚੱਲਦਾ ਆਇਆ। ਬਿਲਕੁਲ ਜੀ। ਲੋਕ ਇੱਕ ਥਾਂ ਤੋਂ ਦੂਜੀ ਥਾਂ ਤੱਕ ਜਾਂਦੇ ਆ, ਕਮਾਈਆਂ ਕਰਨ ਦੀ ਖਾਤਰ, ਪਰਿਵਾਰਕ ਜ਼ਿੰਮੇਵਾਰੀਆਂ ਸੰਭਾਲਣ ਦੀ ਖਾਤਰ ਜਾਂਦੇ ਆ। ਹੁਣ ਤੋਂ ਬਹੁਤ ਸਾਲ ਪਹਿਲਾਂ, ਤੁਸੀਂ 2000 ਸਾਲ ਦੀ ਗੱਲ ਕੀਤੀ ਹੈ, ਉਸ ਤੋਂ ਵੀ ਪਹਿਲਾਂ ਦੀ ਗੱਲ ਹੈ ਕਿ ਜਦੋਂ ਲੋਕ ਪ੍ਰਦੇਸ਼ ਆਉਂਦੇ ਸੀ ਤੇ ਪ੍ਰਦੇਸ਼ 'ਚ ਕਮਾਈ ਕਰਕੇ ਵਾਪਸ ਜਾਂਦੇ ਸੀਗੇ ਕਿ ਉੱਥੇ ਘਰ-ਬਾਰ ਸੋਹਣਾ ਬਣਾਉਣਾ, ਉੱਥੇ ਜ਼ਮੀਨ ਹੋਰ ਖਰੀਦਣੀ ਹੈ, ਘਰ ਨਵਾਂ ਬਣਾਉਣਾ, ਉੱਥੇ ਰਹਿ ਕੇ ਮੁੜ ਕੇ ਚੰਗੀ ਜ਼ਿੰਦਗੀ ਜਿਉਣੀ ਹੈ। ਹੁਣ ਉਹ ਕਨਸੈਪਟ ਖਤਮ ਹੋ ਗਿਆ। ਹੁਣ ਤਾਂ ਉੱਥੋਂ ਵੇਚ ਵੱਟ ਕੇ ਤੇ ਸਾਰਾ ਕੁਝ ਲਪੇਟ ਕੇ ਇੱਥੇ ਲਿਆਉਣ ਦੀ ਗੱਲ ਹੈ, ਤੇ ਅਸੀਂ ਉਸ ਧਰਤੀ ਨਾਲੋਂ ਆਪਦਾ ਮੋਹ ਤੋੜ ਰਹੇ ਹਾਂ। ਅਸੀਂ ਹੇਰਵੇ ਕਰਦੇ ਹਾਂ ਕਿ ਉੱਥੇ ਨਸ਼ੇ ਸ਼ੁਰੂ ਹੋ ਗਏ, ਉੱਥੇ ਡਰੱਗਸ ਦਾ ਧੰਦਾ ਬਹੁਤ ਤੇਜ਼ ਹੋ ਗਿਆ, ਉੱਥੋਂ ਦੇ ਪੋਲੀਟੀਸ਼ੀਅਨ ਮਾੜੇ ਆ, ਸਰਕਾਰਾਂ ਲੋਕਾਂ ਦਾ ਧਿਆਨ ਨਹੀਂ ਰੱਖਦੀਆਂ। ਪਰ ਇੱਥੇ ਅਸੀਂ ਗੱਲਾਂ ਹੀ ਕਰਨ ਜੋਗੇ ਹਾਂ। ਨਹੀਂ, ਇੱਥੇ ਹੁਣ ਤੁਸੀਂ ਜੇ ਐਵਰੇਜ ਕੱਢੋ ਨਾ ਪਾਪੂਲੇਸ਼ਨ ਦੀ,
ਪੰਜਾਬ ਦੀ ਤੇ ਕੈਨੇਡਾ ਦੀ ਲਗਭਗ ਬਰਾਬਰ ਹੀ ਆ। ਬਿਲਕੁਲ। ਗੈਂਗਸਟਰ ਵੀ ਉਨੇ ਹੀ ਆ, ਵੱਧ ਹੋਣਗੇ ਜਾਲੇ 4 ਵੱਧ ਹੀ ਹੋਣਗੇ, 4 ਵੱਧ ਹੀ ਹੋਣਗੇ। ਨਸ਼ੇ ਉੱਥੋਂ ਨਾਲੋਂ ਵੱਧ ਆ। ਹਾਂਜੀ। ਇੱਥੇ ਤੁਸੀਂ ਅੰਦਾਜ਼ਾ ਲਾਓਗੇ ਕਿ ਜਿਹੜੀਆਂ ਸਿੰਥੈਟਿਕ ਡਰੱਗਸ ਨੇ ਪ੍ਰਸਕ੍ਰਿਪਸ਼ਨ ਤੇ ਮਿਲ ਜਾਂਦੀਆਂ। ਹਾਂਜੀ। ਜਿੱਦਣ ਤੁਹਾਡਾ ਬੱਚਾ ਐਡਿਕਟ ਹੋ ਗਿਆ, ਜਾਂ ਜਿੱਦਣ ਤੁਸੀਂ ਆਪ ਐਡਿਕਟ ਹੋ ਗਏ, ਜਾਂ ਜਿੱਦਣ ਕੋਈ ਵੀ ਕਿਸੇ ਵੀ ਕਮਿਊਨਿਟੀ ਦਾ, ਅਸੀਂ ਆਪਣੀ ਨਹੀਂ ਗੱਲ ਕਰਦੇ, ਉਹ ਫੈਮਿਲੀ ਡਾਕਟਰ ਵੀ ਮਿਹਰਬਾਨ ਆ। ਹਾਂ, ਲਿਖਦੇ ਆ। ਫਿਰ ਸਰਿੰਜਾਂ ਇੱਥੇ ਫ੍ਰੀ। ਫਿਰ ਤੁਸੀਂ ਇੱਥੇ ਹੋਰ ਚੱਕਰ ਜੇ, ਉਹ ਨਸ਼ਾ ਕਰਦੇ ਨੂੰ ਤੁਸੀਂ ਰੋਕ ਨਹੀਂ ਸਕਦੇ। ਔਰ ਇੱਕ ਹੋਰ ਗੱਲ ਜੀ, ਉਹ ਸਿਰਿੰਜ ਕਿੱਥੇ ਲਾਉਣੀ ਉਹਦੀ ਜਗ੍ਹਾ ਵੀ ਬਣਾਈ ਹੋਈ ਸਪੈਸ਼ਲ। ਹਾਂ, ਫਿਰ ਉਹ ਡਿਸਪੋਜ਼ ਕਿੱਥੇ ਕਰਨੀ ਉਹ ਵੀ ਜਗ੍ਹਾ ਬਣੀ ਹੋਈ ਆ। ਇਹ ਨਾ ਕਿਹਾ ਕਰੋ ਕਿ ਉੱਥੇ ਨਸ਼ਾ ਬੜਾ, ਉੱਥੇ ਜੇ ਬੜਾ। ਉੱਥੇ ਤਾਂ ਸਰਿੰਜਾਂ ਅੱਜ ਇਸਤੇਮਾਲ ਹੋਣੀਆਂ ਸ਼ੁਰੂ ਹੋਈਆਂ, ਇੱਥੇ ਤਾਂ ਧਾਕੇ ਹੋ ਚੱਲੇ ਆ। ਇਹ ਗੱਲ ਛੱਲੇ ਦੀ ਚੱਲੀ ਸੀ ਜੀ। ਹੇਰਵਾ ਤੁਹਾਡਾ ਜਾਇਜ਼ ਹੈ, ਸਾਡਾ ਸਾਰਿਆਂ ਦਾ ਹੇਰਵਾ ਜਾਇਜ਼ ਹੈ। ਸਾਨੂੰ ਦੁੱਖ ਤਕਲੀਫ ਓਨਾ ਹੀ ਹੁੰਦਾ ਕਿ ਸਾਡੇ ਲੋਕ ਆ ਕੇ ਮੁੜਦੇ ਕਿਉਂ ਨਹੀਂ, ਇਹਦੇ ਲਈ ਇਕੱਲੇ ਜ਼ਿੰਮੇਵਾਰ ਆਉਣ ਵਾਲੇ ਨਹੀਂ ਆ। ਬਿਲਕੁਲ। ਜ਼ਿੰਮੇਵਾਰ ਜਿਹੜੇ ਉੱਥੇ ਬੈਠੇ ਉਹ ਵੀ ਉਨੇ ਹੀ ਆ, ਜਿਹੜੇ ਸਾਡੇ ਤੋਂ ਇੱਥੇ ਪਹਿਲਾਂ ਆ ਕੇ ਬੈਠੇ ਸੀ ਉਹ ਵੀ ਉਨੇ ਆ। ਸਰਕਾਰਾਂ ਵੀ ਜ਼ਿੰਮੇਵਾਰ ਆ, ਸਮਾਜ ਵੀ ਜ਼ਿੰਮੇਵਾਰ, ਤੇ ਅਸੀਂ ਸਮਾਜ ਦਾ ਅੰਗ ਆ। ਅਸੀਂ ਸਮਾਜ ਤੋਂ ਬਾਹਰ ਥੋੜ੍ਹੀ ਆ, ਅਸੀਂ ਵੀ ਉਨੇ ਜ਼ਿੰਮੇਵਾਰ ਆ। ਛੱਲਾ ਮੁੜ ਕੇ ਆ ਸਕਦਾ ਜੇ ਉਹਨੂੰ ਉੱਦਾਂ ਦਾ ਮਾਹੌਲ ਮਿਲੇ ਤਾਂ। ਜਦੋਂ ਉੱਦਾਂ ਦਾ ਮਾਹੌਲ ਹੀ ਨਹੀਂ ਮਿਲਣਾ ਤੇ ਛੱਲੇ ਨੇ ਆ ਕੇ ਹੀ ਕਰਨਾ। ਨਾਲੇ ਵੈਸੇ ਵੀ ਕਹਿੰਦੇ ਜੀ, ਸਮੇਂ ਸਮਰੱਥ, ਉਹੀ ਅਰਜਨ, ਉਹੀ ਰਥ ਤੇ ਉਹੀ ਅਰਜਨ ਦੇ ਹੱਥ। ਇਹ ਸਮਾਂ ਹੁੰਦਾ ਜੀ, ਸਮਾਂ ਬਦਲਾਅ ਚਾਹੁੰਦਾ। ਇਹ ਬਦਲਾਅ ਆ। ਬਦਲਾਅ ਦਾ ਮਤਲਬ ਇਹ ਨਹੀਂ ਵੀ ਕੋਈ ਐਕਸਟਰਾ ਆਰਡੀਨਰੀ ਬਦਲਾਅ ਆ। ਜਦੋਂ ਲੋਕਾਂ ਦੀਆਂ ਲੋੜਾਂ ਥੋੜ੍ਹੀਆਂ ਸੀ, ਕਾਰਾਂ ਜੇ ਉਹ, ਵੱਡੇ ਘਰ ਜੇ ਉਹ ਨਹੀਂ ਸੀ, ਉਦੋਂ ਹਰ ਪਾਸੇ ਚੀਜ਼ ਵੰਡੀ ਜਾ ਸਕਦੀ ਸੀ। ਜਿਉਂ-ਜਿਉਂ ਇਹ ਪਸਾਰਾ ਵਧਿਆ, ਚੀਜ਼ਾਂ ਵੰਡੀਆਂ ਜਾਣੀਆਂ ਔਖੀਆਂ ਹੋ ਗਈਆਂ। ਜਿਵੇਂ ਹੁਣ ਤੁਸੀਂ ਕਹਿ ਰਹੇ ਕਿ ਛੱਲਾ ਜਾ ਸਕਦਾ, ਜਿਹੜੇ ਜਾਂਦੇ ਨੇ ਅਜੇ ਵੀ ਜਾਂਦੇ ਨੇ, ਜਿਨ੍ਹਾਂ ਨੇ ਕਮਾਈਆਂ ਅਜੇ ਵੀ ਵੰਡਣੀਆਂ ਵੰਡਦੇ ਨੇ, ਜਿਨ੍ਹਾਂ ਨੇ ਚੈਰਿਟੀਆਂ ਕਰਨੀਆਂ ਜਾਂ ਜੋ ਕੁਝ ਕਰਨਾ ਕਰਦੇ ਨੇ। ਲੇਕਿਨ ਪ੍ਰੋਬਲਮ ਉਹੀ ਆ ਗਈ ਜੀ, ਸਮਾਂ ਬਦਲ ਗਿਆ ਤੇ ਅਸੀਂ ਸਮੇਂ ਨੂੰ ਨਹੀਂ ਡੱਕ ਸਕਦੇ। ਸਮੇਂ ਦੇ ਬਦਲਾਅ ਨਾਲ ਚੰਗਾ ਕੁਝ ਇਹ ਹੋਇਆ ਕਿ ਸਾਨੂੰ ਸਹੂਲਤਾਂ ਮਿਲ ਗਈਆਂ ਫਿਜ਼ੀਕਲੀ। ਜਿੱਥੋਂ ਆਪਾਂ ਤੁਰੇ ਸਾਂ ਸਿਹਤ, ਬਿਲਕੁਲ ਫਿਜ਼ੀਕਲੀ ਮਿਲ ਗਿਆ। ਸਿਹਤਾਂ ਡਾਊਨ ਹੋ ਗਈਆਂ, ਪਹਿਲਾਂ ਵਾਲੀਆਂ ਸਿਹਤਾਂ ਨਹੀਂ ਰਹੀਆਂ, ਸਰੀਰ ਨਹੀਂ ਰਹੇ। ਦੂਸਰੀ ਗੱਲ, ਸਮੇਂ ਦੇ ਬਦਲਾਅ ਨਾਲ ਅਸੀਂ ਸਭ ਤੋਂ ਵੱਡੀ ਜਿਹੜੀ ਘਾਟ 'ਚ ਗਏ, ਆਪਾਂ ਸਮੇਂ ਨਾਲ ਤੇਜ਼ ਦੌੜਨਾ ਸ਼ੁਰੂ ਕਰ ਦਿੱਤਾ। ਉਹ ਕਹਿੰਦੇ ਸਮੇਂ ਨੂੰ ਪਿੱਛੇ ਛੱਡਦੇ, ਹਾਣ ਦੇ ਨਹੀਂ ਬਣਦੇ। ਬਸ ਜਿੰਨਾ ਚਿਰ ਸੂਰਜ ਨਾਲ ਸਮਾਂ ਵੇਖਿਆ ਸੀ, ਉਹਨਾਂ ਚਿਰ ਹੀ ਬਹੁਤ ਆਨੰਦ ਹੈ ਸੀ। ਹੱਥ ਤੇ ਘੜੀ ਆਈ ਤੇ ਪਿਆ ਪੰਗਾ। ਅਸੀਂ ਕਹਿੰਦੇ ਬਾਪੂ ਮਲੰਗ ਹੈ ਸੀ। ਬਾਪੂ ਮਲੰਗ ਨਹੀਂ ਸੀ, ਬਾਪੂ ਨੇ ਸਾਰਾ ਟੱਬਰ ਪਾਲਿਆ ਸੀ। ਬਿਲਕੁਲ, ਇਕੱਲੇ ਨੇ। ਅਸੀਂ ਆਪਣਾ ਆਪ ਹੀ ਪਾਲਿਆ ਤੇ ਔਖੇ ਹੋਈ ਜਾਂਦੇ ਆ ਵੀ ਜੇ ਪਤਾ ਨਹੀਂ ਕਿਹੜੀ ਨੇਰੀ ਲਿਆਏ। ਆਪਣਾ ਆਪ ਹੀ ਨਹੀਂ ਪਾਲਦਾ, ਬਾਪੂ ਨੂੰ ਤਾਂ ਅਸੀਂ ਪਾਲਣਾ ਬੜੀ ਦੂਰ ਦੀ ਗੱਲ ਆ। ਬਿਲਕੁਲ। ਤੇ ਇਹੀ ਚੱਕਰ ਹੈ ਜੀ, ਉਹ ਸਮੇਂ ਦੇ ਬਦਲਾਅ। ਇਹ ਵੀ ਅਗਲੇ ਕਿਸੇ ਪ੍ਰੋਗਰਾਮ 'ਚ ਗੱਲਾਂ ਕਰਾਂਗੇ ਜੀ। ਉਹ ਗੱਲਾਂ ਬੜੀਆਂ ਲੰਮੀਆਂ ਚੌੜੀਆਂ ਹੋ ਜਾਣੀਆਂ ਕਿ ਅਸੀਂ ਇੱਧਰ ਆ ਕੇ ਵਾਪਸ ਜਾਂਦੇ ਕਿਉਂ ਨਹੀਂ, ਤੇ ਜਾਂ ਉਧਰ ਵਾਲਾ ਮਾਹੌਲ ਜਿਹੜਾ ਉਧਰੋਂ ਇੱਧਰ ਨੂੰ ਪ੍ਰਵਾਸ ਲਗਾਤਾਰ ਹੋਈ ਜਾ ਰਿਹਾ ਕਿਉਂ ਹੋਈ ਜਾ ਰਿਹਾ। ਇਹਦੇ ਵਿੱਚ ਇਕੱਲੀਆਂ ਇੱਧਰ ਦੇ ਚੰਗੇ ਗੁਣ ਨਹੀਂ ਗੇ ਜਾਂ ਉਧਰ ਦੀਆਂ ਮਾੜੀਆਂ ਗੱਲਾਂ ਨਹੀਂ ਗੀਆਂ। ਇਹਦੇ ਵਿੱਚ ਸਾਡਾ ਬੜਾ ਪੰਜਾਬੀਆਂ ਦਾ ਕਸੂਰ ਹੈ ਜੀ। ਕਿਉਂਕਿ ਦੁਨੀਆ 'ਚ ਸਾਡੇ ਬਜ਼ੁਰਗ ਦੱਸਦੇ ਜੀ ਕਿ ਜੇ ਬੇੜਾ ਗਰਕ ਕੀਤਾ ਨਾ ਪੰਜਾਬੀਆਂ ਦਾ ਤੇ ਪ੍ਰਵਾਸੀਆਂ ਨੇ। ਬੜੀ ਔਖੀ ਗੱਲ ਹੈ, ਤੁਹਾਨੂੰ ਔਖੀ ਲੱਗੂਗੀ, ਪਚਦੀ ਨਹੀਂ। ਅੰਗਰੇਜ਼ੀ ਸ਼ਰਾਬ ਦਾ ਚਲਨ ਵਿਆਹਾਂ 'ਚ ਪ੍ਰਵਾਸੀਆਂ ਨੇ ਚਲਾਇਆ। ਪੈਲਸਾਂ ਦਾ ਪੈਲਸਾਂ ਦਾ ਜਿਹੜਾ ਨੱਚਣ ਗਾਉਣ ਉੱਥੇ ਜਿਹੜਾ ਨਹੀਂ ਪੈਲਸਾਂ ਦਾ ਪਹਿਲਾ ਕੰਮ ਜਿਹੜਾ ਜੀ ਪੈਲਸ ਬਣਾਉਣ ਦੀ ਗੱਲ। ਹਾਂਜੀ। ਫਿਰ ਵੇਖੋ ਜੀ, ਵਿਆਹਾਂ, ਮਹਿੰਗੇ ਵਿਆਹਾਂ ਦਾ ਜਿਹੜਾ ਪ੍ਰਚਲਨ ਪ੍ਰਵਾਸੀਆਂ ਦਾ, ਉਹ 7-7, 8-8, 10-10 ਹਜ਼ਾਰ ਵਾਲੇ ਗਾਇਕ ਤੁਸੀਂ 7-7, 8-8 ਲੱਖ ਦੇ ਕਰ ਦਿੰਦੇ। ਇਹ ਵੀ ਤੁਹਾਡਾ। ਇੱਧਰ ਉਹਨਾਂ ਨੂੰ ਸੱਦ ਕੇ ਪ੍ਰੋਗਰਾਮ ਕਰਾ ਕੇ, ਆਪ ਤੇ ਚਲੋ ਥੋੜੇ ਬਹੁਤੇ ਤੁਹਾਡੇ ਜਿਹੜੇ ਇਕੱਠੇ ਹੁੰਦੇ ਹੋਣਗੇ, ਉਹਨਾਂ ਨੂੰ ਜਿਹੜੇ ਦਿੰਦੇ ਜੇ, ਉਹ ਫਿਰ ਉਧਰ ਜਾ ਕੇ ਲੱਖਾਂ 'ਚ ਹੋ ਜਾਂਦੇ ਆ। ਉਹ ਵੀ ਹੁਣ ਤੁਸੀਂ ਇਹ ਸੋਚੋ ਵੀ ਅਸੀਂ ਪੰਜਾਬ ਨੂੰ ਦਿੱਤਾ ਕੀ? ਕੁਛ ਨਹੀਂ। ਉਹੀ ਕੁਝ ਵਿਖਾਵੇ ਕਰਕੇ ਇੱਕ ਟੱਬਰ ਆਇਆ। ਅਸੀਂ ਪ੍ਰਵਾਸ ਨੂੰ ਵਧਾਇਆ, ਸਗੋਂ ਵਧਾਇਆ ਜੀ। ਬਿਲਕੁਲ। ਇਹਦੇ 'ਚ ਸਭ ਤੋਂ ਜ਼ਿਆਦਾ ਕਸੂਰ ਹੀ ਸਾਡਾ ਪ੍ਰਵਾਸੀਆਂ ਦਾ। ਬਿਲਕੁਲ। ਮਹਿੰਗੇ ਗਹਿਣੇ ਗਲ 'ਚ ਪਾ ਲੈਣੇ, ਦਹਾਂ ਦੀਆਂ ਥਈਆਂ ਦਿਖਾਵਾ ਕਰਦੇ ਆ। ਸਾਡੇ ਵਿਖਾਵੇ ਨੇ ਪੰਜਾਬ ਦਾ 70% ਨੁਕਸਾਨ ਕੀਤਾ ਤੇ 30% ਉੱਥੋਂ ਦੇ ਹਾਲਾਤਾਂ ਨੇ। ਕਿਉਂਕਿ ਬੰਦਾ ਜਿੰਨਾ ਮਰਜ਼ੀ ਹਾਲਾਤਾਂ ਤੋਂ ਮਜਬੂਰ ਹੋ ਜਾਏ ਭਾਜੀ। ਆਖਰੀ ਮਿੰਟ 2 ਆਪਣੇ ਕੋਲ ਹੈ ਜੀ। ਮੈਂ ਤੁਹਾਨੂੰ ਤਾਂ ਹੀ ਕਹਿੰਦਾ ਅਗਲੇ ਪ੍ਰੋਗਰਾਮ 'ਚ ਆਪਾਂ 2 ਮਿੰਟਾਂ 'ਚ ਸੁਨੇਹਾ ਦੇ ਦਿਓ ਜੀ। ਪ੍ਰਵਾਸੀ ਗੁੱਸਾ ਕਰ ਜਾਂਦੇ ਕਈ ਵਾਰੀ ਜਦੋਂ ਅਸੀਂ ਉਹਨਾਂ ਦੀ ਦੁੱਖ ਦੀ ਰਗ ਤੇ ਹੱਥ ਰੱਖ ਦਿੰਦੇ ਕਿ ਭਾਈ ਇਹ ਸਾਰੇ ਵਿਗਾੜ ਦੇ ਲਈ ਤੁਹਾਡਾ ਵੀ ਕਿਤੇ ਨਾ ਕਿਤੇ ਹੱਥ ਹੈਗਾ। ਉਹਨਾਂ ਨੂੰ ਇਸ ਗੱਲ ਤੇ ਗੁੱਸਾ ਲੱਗਦਾ। ਚਲੋ ਗੁੱਸੇ ਵਾਲੀਆਂ ਗੱਲਾਂ ਗੁੱਸਾ ਲੱਗ ਵੀ ਜਾਵੇ ਤੇ ਸਾਨੂੰ ਕੋਈ ਏਡੀ ਚਿੰਤਾ ਨਹੀਂ ਹੁੰਦੀ। ਸਾਨੂੰ ਇਹ ਹੈ
ਕਿ ਤੁਹਾਨੂੰ ਜੇ ਗੱਲ ਚੰਗੀ ਨਹੀਂ ਲੱਗਦੀ ਜਾਂ ਗੁੱਸੇ ਵਾਲੀ ਗੱਲ ਲੱਗਦੀ ਤਾਂ ਸਾਨੂੰ ਦੱਸੋ, ਅਸੀਂ ਉਸ ਗੱਲ ਨੂੰ ਆਪਦੇ ਇਸ ਪ੍ਰੋਗਰਾਮ 'ਚ ਸ਼ਾਮਲ ਕਰਾਂਗੇ। ਹਾਂਜੀ ਬਿਲਕੁਲ ਜੀ, ਤੁਸੀਂ ਕੋਸ਼ਿਸ਼ ਕਰਿਆ ਕਰੋ, ਜਿਸ ਤਰ੍ਹਾਂ ਬਾਬੇ ਪ੍ਰਵਚਨ ਦੇ ਕੇ ਜਾਂਦੇ ਆ ਨਾ, ਤੇ ਆਪਾਂ ਅੱਧੇ ਘੰਟੇ ਬਾਅਦ ਹੀ ਭੁੱਲ ਜਾਂਦੇ ਹਾਂ। ਮੈਨੂੰ ਕਈ ਵਾਰ ਮਸਕੀਨ ਸਾਹਿਬ ਦੀ ਗੱਲ ਬੜੀ ਵਧੀਆ ਲੱਗਦੀ, ਕਹਿੰਦਾ ਵੀ ਇੱਥੇ ਤੁਸੀਂ ਸਾਰਾ ਕੁਝ ਸੁਣਦੇ, ਤੁਸੀਂ ਮਸਤ, ਤੁਸੀਂ ਐਂ ਲੱਗਦਾ ਤੁਸੀਂ ਰੱਬ ਬਣ ਕੇ ਸਾਰੇ, ਤੁਸੀਂ ਇੱਥੋਂ ਨਿਕਲਦੇ ਹੀ ਬਾਹਰ ਕੋਈ ਚੀਜ਼ ਵੇਖ ਲਈ ਨਾ, ਤੇ ਕਹਿੰਦਾ ਤੁਹਾਨੂੰ ਕਿਹੜਾ ਮਸਕੀਨ ਤੇ ਕਿਹੜੀ ਗੁਰਬਾਣੀ ਸਭ ਭੁੱਲ ਜਾਣਾ। ਤੇ ਇਸ ਕਰਕੇ ਕਿ ਮੈਨੂੰ ਕਹਿੰਦੇ ਅੱਖਾਂ ਬੰਦ ਕਰ ਲੈ, ਜੇ ਤੂੰ ਬਾਬਾ ਨਾਨਕ ਪਾਉਣਾ ਹੀ ਤੇ ਉਹ ਲੁੱਟ ਕੇ ਸਭ ਕੁਝ ਤੁਰ ਗਿਆ ਜਿੰਨਾ ਬਾਬਾ ਨਾਨਕ ਵਿਖਾਉਣਾ ਸੀ। ਕੀ ਬਾਤ ਹੈ। ਵੀ ਤੁਸੀਂ ਬਾਅਦ ਚ ਇਹੋ ਹੀ ਕਹਿਣਾ ਵੀ ਆਪ ਤਾਂ ਤੁਸੀਂ ਬਾਹਰ ਬੈਠੇ ਜੇ ਤੇ ਗੱਲਾਂ ਤੁਹਾਨੂੰ ਆਉਣੀਆਂ ਤੇ ਤੂੰ ਪਰਖਦਾ ਆ ਜਾਂ ਮੈਂ ਮੂਰਖ ਆ, ਤੂੰ ਪਰਖਦਾ ਆ ਰੱਬ ਨਾਲ ਗੱਲਾਂ ਜੀ, ਜਾਂ ਮੈਂ ਮੂਰਖ ਆ, ਹਰ ਵਾਰੀ ਪਾਗਲ ਬਣ ਜਾਣਾ ਆ, ਮੇਰੀ ਲਗਨ ਦੇ ਵਿੱਚ ਬਹੁਤੇ, ਮੇਰੇ ਲਗਨ ਹੀ ਬਹੁਤੇ ਢਿੱਲੇ ਆ, ਜੋ ਵਿਚੋਲਿਆਂ ਕੋਲੋਂ ਧੋਖਾ ਖਾਣਾ ਆ। ਮੈਂ ਸਗਨਾਂ ਦਾ ਬੱਝਿਆ ਹੋਇਆ ਆ, ਮੈਂ ਸਗਨਾਂ ਦਾ ਬੱਝਿਆ ਹੋਇਆ ਆ, ਕਿਉਂ ਮਿਲਣ ਸੱਜਣ ਨੂੰ ਆਉਣਾ ਸੀ। ਵੀ ਜਿਸ ਤਰ੍ਹਾਂ ਅਸੀਂ ਵਿਆਹ ਸ਼ਾਦੀ ਦੇ ਸਾਰੇ ਕਾਸੇ ਦੀ ਗੱਲ ਕਰ ਲਈ ਨਾ, ਰੱਬ ਨਾਲ ਵੀ ਇਸੇ ਤਰੀਕੇ ਨਾਲ ਮਿਲਣ ਹੁੰਦਾ। ਜੇ ਉਹਨੂੰ ਪਤੀ ਗਿਣੋਗੇ, ਪਰਮੇਸ਼ਰ ਗਿਣੋਗੇ, ਫੇਰ ਹੀ ਉਹਨੇ ਮਿਲਿਆ ਜਾਣਾ। ਤੇ ਉਹ ਲੁੱਟ ਕੇ ਸਭ ਕੁਝ ਤੁਰ ਗਏ ਜਿੰਨਾ ਬਾਬਾ ਨਾਨਕ ਵਿਖਾਉਣਾ ਸੀ। ਅਸੀਂ ਉਹਨਾਂ ਵਿੱਚੋਂ ਆ, ਅਸੀਂ ਬਾਬਾ ਨਾਨਕ ਵਿਖਾਉਣ ਵਾਲਿਆਂ ਚ ਨਹੀਂ। ਤੇ ਵਾਂਗੂ ਖਿੜੇ ਹੋਏ ਫੁੱਲ ਪਹਾੜੀ ਤੇ, ਜਿਵੇਂ ਪਹਾੜੀ ਤੇ ਫੁੱਲ ਨਹੀਂ ਖਿੜਿਆ ਹੁੰਦਾ, ਵਾਂਗ ਖਿੜੇ ਹੋਏ ਫੁੱਲ ਪਹਾੜੀ ਤੇ, ਆਸ ਬੜੀ ਸੀ ਤੇਰੇ ਪਾਣੀ ਦੀ, ਸੱਜਣ ਦੇ ਇੱਕ ਦੀਦਾਰ ਲਈ ਅਸਾਂ ਤਾਂ ਠੋਕਰ ਖਾਣੀ ਸੀ। ਅਸੀਂ ਕਾਰਜ ਜਿਹੜੇ ਅਸੀਂ ਕੰਮਕਾਰ ਕਹਿੰਦੇ ਉਤੋਂ, ਅਸੀਂ ਕਾਹਤੋਂ ਛੇਜ ਵਿਛਾਈ ਬੈਠੇ, ਜੇ ਗਹਿਰਾ ਹੀ ਉੱਤੇ ਸੌਣਾ ਸੀ। ਤੇ ਉਹ ਲੁੱਟ ਕੇ ਸਭ ਕੁਝ ਲੈ ਗਏ ਜਿਨ੍ਹਾਂ ਬਾਬਾ ਨਾਨਕ ਵਿਖਾਉਣਾ ਸੀ। ਬਹੁਤ ਖੂਬ, ਬਹੁਤ ਖੂਬ। ਤੇ ਮੈਨੂੰ ਕਹਿੰਦੇ ਅੱਖਾਂ ਬੰਦ ਕਰ ਲੈ ਜਦੋਂ ਬਾਬਾ ਨਾਨਕ ਪਾਉਣਾ ਸੀ। ਬਹੁਤ ਖੂਬ। ਅਸੀਂ ਉਹਨਾਂ ਚੋਂ ਆ ਜੀ। ਮੈਂ ਤੁਹਾਨੂੰ ਪਹਿਲਾਂ ਸਟਾਰਟਿੰਗ ਵਿੱਚ ਕਿਹਾ ਸੀ ਜੀ, ਹੁਣ ਤੋਂ 1 ਘੰਟਾ ਪਹਿਲਾਂ, ਕਿ ਮੇਰੇ ਨਾਲ ਬਹੁਤ ਸਿਆਣੀਆਂ ਗੱਲਾਂ ਕਰਨ ਵਾਲੇ ਬਾਲਾ ਅੰਮ੍ਰਿਤਸਰੀਆ ਸਾਹਿਬ ਤਸ਼ਰੀਫ ਵੀ ਲੈ ਕੇ ਆਏ ਆ, ਤੇ ਕਿੰਨਾ ਕੋ ਪਿਆਰੀਆਂ ਪਿਆਰੀਆਂ ਗੱਲਾਂ ਸੁਣਾਂਗੇ। ਉਮੀਦ ਹੈ ਸਾਡਾ ਇਹ ਅੱਜ ਦਾ ਪ੍ਰੋਗਰਾਮ, ਸਾਡੀ ਇਹ ਕੋਸ਼ਿਸ਼ ਤੁਹਾਨੂੰ ਚੰਗੀ ਲੱਗੀ ਹੋਏਗੀ। ਕਿੰਨੀ ਚੰਗੀ ਲੱਗੀ ਹੈ ਤੁਹਾਡੇ ਤੋਂ ਅਸੀਂ ਕਮੈਂਟਸ ਦੀ ਆਸ ਰੱਖਾਂਗੇ। ਪ੍ਰੋਗਰਾਮ ਨਾਲੋਂ ਨਾਲ ਤੁਸੀਂ ਫੇਸਬੁੱਕ ਤੇ ਵੀ ਦੇਖਦੇ ਹੋ, ਔਰ ਟੀਵੀ ਤੇ ਇਹ ਪੂਰਾ ਹਫਤਾ ਹਰ ਰੋਜ਼ ਰਿਪੀਟ ਹੋਣਾ। ਤੁਹਾਨੂੰ ਫਿਰ ਮੌਕਾ ਮਿਲੂਗਾ, ਜੇ ਅੱਜ ਤੁਸੀਂ ਅੱਧ ਵਿਚਾਲਿਓਂ ਸੁਣਿਆ ਜਾਂ ਅਖੀਰਲੇ ਵਿੱਚੋਂ ਸੁਣਿਆ, ਤੇ ਤੁਹਾਨੂੰ ਕੱਲ੍ਹ ਨੂੰ ਦੁਬਾਰਾ ਮੁੱਢੋਂ ਸੁਣਨ ਦਾ ਮੌਕਾ ਮਿਲ ਜੂਗਾ। YouTube ਤੇ ਵੀ ਪ੍ਰੋਗਰਾਮ ਆਊਗਾ। ਕਿਹੋ ਜਿਹਾ ਲੱਗਾ ਤੁਹਾਡੇ ਕਮੈਂਟਸ ਜ਼ਰੂਰ ਕਰਾਓਗੇ। ਚਲਿਏ ਜੀ ਬਾਲ ਸਾਹਿਬ, ਅਗਲੇ ਹਫਤੇ ਫਿਰ ਤੁਹਾਡੇ ਦਰਸ਼ਨ ਕਰਾਂਗੇ ਜੀ। ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਵੈਰੀ ਮਚ। ਧੰਨਵਾਦ।